ਭਾਈ ਸਾਹਿਬ ਨਾਲ ਵੀ ਸ਼ੇਅਰ ਕੀਤਾ Mhm. ਕਿ ਗੁਰੂ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਨੇ Mhm. ਜਿੰਨੀਆਂ ਕੋ ਸਾਨੂੰ ਮਿਲ ਸਕੀਆਂ ਨਾ ਆਈ Mhm. ਥਿੰਕ ਆਈ ਕੈਨ ਗੈਟ ਦੋਜ਼ ਫਰਮ ਪਿਸ਼ੌਰਾ ਸਿੰਘ ਹੋਰੀ ਜਾਂ ਉਹਨਾਂ ਕੋਲ ਕਾਫੀ ਕੁਝ ਹੈਗੇ ਨੇ ਤੇ ਅਸੀਂ ਗੁਰਦੁਆਰੇ ਨਾ ਜਦੋਂ ਗੁਰਪੁਰਬ ਹੋਵੇ we would like to let people see. Yeah, sure. The only thing I can ask you this question though, you better have somebody who is extremely knowledgeable about those stuff to answer any questions, because there's some people out there who will ask you questions, put you on the spot. तो आजकल साडे विच एक बड़ी वड्डी चल पई है कि दूसरे ਨੂੰ ਥੱਲੇ ਦਿਖਾਉਣ ਵਾਸਤੇ दूसरे ਦੀਆਂ ਗਲਤੀਆਂ ਕੱਢਣ ਵਾਸਤੇ ਕਈ ਵਾਰੀ ਲੋਕ ਆਂਦੇ ਹਨ ਤੇ ਕਰਦੇ ਹਨ ਬੜਾ you have to be careful on that. So before you did that, I would recommend ਕਿ ਇੱਕ ਬੰਦਾ ਹੋ ਜਾ ਹੋਵੇ ਜਾਂ ਉਹਨਾਂ ਨੂੰ ਪ੍ਰੋਫੈਸਰ ਉਹਨਾਂ ਨੂੰ ਕਹਿ ਦਿਓ ਕਿ ਉਹ ਮਨ ਇੱਕ ਬੰਦਾ ਹੋਵੇ ਜਿਹੜਾ ਕਿ ਜਿਹਨੂੰ ਸਮਝ ਹੋਵੇ ਜਿਹਨੇ ਪੜਿਆ ਹੋਵੇ ਸਾਰਾ ਕੁਝ ਹਾਂ ਤਾਂ ਕਿ ਬਿਲਕੁਲ ਜੇ ਕੁਐਸਚਨ ਕੋਈ ਹੋਵੇ ਤੇ ਉਹ ਉਹਦਾ ਆਨਸਰ ਕਰ ਸਕੇ ਕੁਐਸਚਨ. Yeah, he might be. Sure. It's 9:01 right now, so I'm going to start. We're going to be ending on time also, so people whoever join later can join later. That's fine. So as we discussed last time, the journey ਉਹਨਾਂ ਦੀ birth ਜਿਹੜੀ ਹੈ ਉਹ ਪਟਨਾ ਵਿੱਚ ਹੁੰਦੀ ਹੈ. ਪਟਨਾ ਤੋਂ ਬਾਅਦ ਛੋਟੀ ਉਮਰ ਵਿੱਚ ਬਹੁਤ ਛੋਟੀ ਉਮਰ ਵਿੱਚ ਅਨੰਦਪੁਰ ਮੂਵ ਕਰਦੇ ਹਨ. We believe he was hardly 7-8 years old when he moved back to Anandpur. 1672-73 ਵਿੱਚ ਅਨੰਦਪੁਰ ਮੂਵ ਕਰਦੇ ਹਨ. 1675 ਵਿੱਚ 2 ਸਾਲ ਬਾਅਦ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ. ਗੁਰਗੱਦੀ ਆਫੀਸ਼ੀਅਲੀ ਉਹਨਾਂ ਨੂੰ ਜਿਹੜਾ ਗੁਰੂ ਅਪਾਇੰਟ ਕੀਤਾ ਜਾਂਦਾ ਹੈ, ਗੁਰਗੱਦੀ ਮਿਲਦੀ ਹੈ, ਗੁਰਗੱਦੀ ਦਾ ਤਿਲਕ ਲਗਾਉਂਦੇ ਹਨ. ਤੇ ਉਸ ਤੋਂ ਬਾਅਦ 1675 ਤੋਂ ਬਾਅਦ approximately 1685 which is about 10 years later, so 1685 ਵਿੱਚ ਉਹਨਾਂ ਦੀ age 19 years old ਸਨ ਜਦੋਂ ਨਾਨ ਦੇ ਰਾਜੇ ਕੋਲ ਮਿਲ ਕੇ ਤੇ ਪੌਂਟਾ ਮੂਵ ਹੁੰਦੇ ਹਨ. He was approximately 19-20 years old. This is where I left though. So ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿ ਦਿਆਂ, yesterday I was talking to Ritu for a long time about the same subject, is that ਮਹਾਰਾਜ ਦੀ ਜ਼ਿੰਦਗੀ ਸਿਰਫ 42 years ਦੀ ਸੀ. ਬੜੇ ਘੱਟ ਸਾਲ ਉਹਨਾਂ ਨੇ ਬਿਤਾਏ ਹਨ ਜਿਹੜੇ ਪੀਸਫੁਲ ਸਨ ਉਹਨਾਂ ਦੀ ਜ਼ਿੰਦਗੀ ਵਿੱਚ. Let me make it very clear this here. And I might use the writing features on my screen though to explain what I'm saying here. ਉਹਨਾਂ ਦੇ 42 ਸਾਲ ਦੀ ਲਾਈਫ ਦੇ ਵਿੱਚ ਬਹੁਤ ਘੱਟ ਸਾਲ 2-2.5 ਸਾਲ ਪੌਂਟਾ ਤੇ 2-2.5 ਸਾਲ ਦੇ ਕਰੀਬ ਇਨ ਅਨੰਦਪੁਰ. ਇਹ ਉਹਨਾਂ ਦੀ ਲਾਈਫ ਵਿੱਚ ਥੋੜੇ ਪੀਸਫੁਲ ਈਅਰਸ ਰਹੇ ਹਨ ਜਿੱਥੇ external threats ਘਟ ਗਈਆਂ ਜਾਂ ਉਹ ਜੇ ਕੋਈ ਟੈਨਸ਼ਨ ਜਿਹੜੀਆਂ ਸੀ ਰਾਜੇ ਨਾਲ ਘਟ ਗਈਆਂ. ਸੋ ਇਹਨਾਂ 4-5 ਸਾਲਾਂ ਤੋਂ ਸਵਾਏ ਜਾਂ ਜਿਹੜੇ ਬਚਪਨ ਵਿੱਚ ਜਿਹੜੇ 8 years ਬੀਤੇ ਹਨ, 9 years in ਪਟਨਾ, ਅਗਰ ਮੈਂ ਉਹਨਾਂ ਨੂੰ ਮਾਈਨਸ ਕਰ ਦਿਆਂ ਅਗਰ ਤੇ ਬਾਕੀ ਜਿਹੜੀ ਲਾਈਫ ਜਿਹੜੀ ਰਹੀ ਹੈ ਜਿਹੜੀ ਧੰਨ ਸਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਆਮ ਬੰਦਾ ਤੇ ਕਦੀ ਸੋਚ ਹੀ ਨਹੀਂ ਸਕਦਾ. ਆਮ ਬੰਦਾ ਤੇ ਕਦੀ ਇਸ ਬਾਰੇ ਕਦੀ ਤੁਸੀਂ ਤੁਹਾਡੇ ਜ਼ਿਹਨ 'ਚ ਗੱਲਾਂ ਨਹੀਂ ਆ ਸਕਦੀਆਂ. ਹਾਊ ਐਨੀਬਡੀ ਕੈਨ ਟੇਕ ਸਮਬਡੀ ਅ ਗਰੁੱਪ ਆਫ ਪੀਪਲ ਜਿਨ੍ਹਾਂ ਦੇ ਅੰਦਰ ਕਾਇਰਤਾ ਇਤਨੀ ਸਟਰੋਂਗ ਹੈ, ਡਰਪੋਕ ਦੀ ਭਾਵਨਾ ਇਤਨੀ ਸਟਰੋਂਗ ਹੈ ਪਿਛਲੇ 700-800 ਸਾਲਾਂ ਤੋਂ ਦੱਬ ਕੇ ਬੈਠੇ ਹੋਏ ਹਨ ਜਿਹੜੇ ਡਰਦੇ ਹਨ ਹਰ ਚੀਜ਼ ਤੋਂ. ਔਰ ਇਹ ਪਹਾੜੀ ਰਾਜੇ 22 ਧਾਰ ਦੇ ਰਾਜੇ ਜਿਨ੍ਹਾਂ ਬਾਰੇ ਡਿਸਕਸ਼ਨ ਚੱਲਦੀ ਪਈ ਹੈ ਹੁਣ, ਇਤਨੇ ਡਰਦੇ ਸਨ ਮੁਗਲ ਹਕੂਮਤ ਕੋਲੋਂ. ਅੱਗੇ ਜਾ ਕੇ ਅੱਜ ਜਿਹੜੀਆਂ ਬੈਟਲ ਮੈਂ ਤੁਹਾਨੂੰ ਡਿਸਕ੍ਰਾਈਬ ਕਰਾਂਗਾ, ਨਦੌਣ ਦੀ, ਭੰਗਾਣੀ ਦੀ, ਹੁਸੈਨੀ ਦੀ ਬੈਟਲ, ਜਿਹੜੀਆਂ 3-4 ਜਿਹੜੀਆਂ ਇੰਪੋਰਟੈਂਟ ਇਹ ਪ੍ਰੀ ਖਾਲਸਾ ਬੈਟਲਸ ਹਨ. 1699 ਦੀ ਅੰਮ੍ਰਿਤ ਛਕਣ ਤੋਂ ਪਹਿਲੇ ਦੀਆਂ ਜਿਹੜੀਆਂ ਲੜਾਈਆਂ ਜਿਹੜੀਆਂ ਹੋਈਆਂ ਹਨ. ਫਿਰ ਪੋਸਟ ਖਾਲਸਾ ਬੈਟਲਸ ਵਿਲ ਸਟਾਰਟ ਆਫਟਰ ਦੈਟ. ਤੁਸੀਂ ਦੇਖੋ ਵੀ ਕਿਤਨਾ ਡਰ ਸੀ ਇਹਨਾਂ ਪਹਾੜੀਆਂ ਰਾਜਿਆਂ ਵਿੱਚ, ਬਾਹਰਲੇ ਲੋਕਾਂ ਦਾ. ਬਹੁਤ ਡਰ ਕੇ ਜ਼ਿੰਦਗੀ ਬਿਤਾਉਂਦੇ ਸਨ ਔਰ ਇਹ ਵੀ ਆਉਂਦੇ ਸਨ ਤੇ ਲੁੱਟਮਾਰ ਕਰਦੇ ਸਨ. ਬੜੀ ਲੋਕ ਡਰ ਕੇ ਰਹਿੰਦੇ ਸਨ ਸਾਰਾ. ਤੇ ਇਹਨਾਂ ਵਿੱਚੋਂ ਡਰ ਕੱਢਣਾ, ਇਹਨਾਂ ਨੂੰ ਸਮਝਾਉਣਾ ਇਹ ਕੋਈ ਈਜ਼ੀ ਚੀਜ਼ ਨਹੀਂ ਸੀ. ਇੱਥੇ ਜਦੋਂ ਪੌਂਟਾ ਆਉਂਦੇ ਹਨ ਆਪ ਤੇ ਪੌਂਟਾ ਸੈਟਲ ਹੁੰਦੇ ਹਨ ਜਦੋਂ, ਤੇ ਪੌਂਟਾ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹਨਾਂ ਨੂੰ ਪਤਾ ਹੈ ਕਿ ਬੜੀ ਸ਼ਾਂਤੀ ਵਾਲੇ, ਹੁਣ ਵੀ ਇਟਸ ਪ੍ਰੀਟੀ ਪੀਸਫੁਲ ਹੈ ਈਵਨ ਨਾਓ ਵਿਦ ਆਲ ਦਿਸ ਗੋਇੰਗ ਔਨ. ਜਮਨਾ ਨਾਲ ਹੈ ਪਰ ਜਮਨਾ ਉੱਥੇ ਕੁਆਇਟ ਹੈ ਜਿੱਥੇ ਪੌਂਟਾ ਹੈ. ਉੱਥੇ ਮਹਾਰਾਜ ਜਿਹੜੇ 1685 ਦੇ ਕਰੀਬ ਮੂਵ ਹੁੰਦੇ ਹਨ 1685 ਵਿੱਚ,
ਤੇ ਪਹਿਲਾ ਜਿਹੜਾ ਵੱਡਾ ਯੁੱਧ ਹੈ ਭੰਗਾਣੀ ਦਾ, ਜਿਹੜਾ ਅੱਜ ਮੈਂ ਡਿਸਕ੍ਰਾਈਬ ਕਰਨਾ, ਉਹ 1688 ਵਿੱਚ ਫਸਟ ਜਿਹੜੀ ਬੈਟਲ ਜਿਹੜੀ ਮੇਨ ਜਿਹੜੀ 1688, ਸੋ 3 ਸਾਲ 2.5 ਸਾਲ ਦੇ ਕਰੀਬ ਉਹਨਾਂ ਦੀ ਜਿਹੜਾ ਦੌਰ ਜਿਹੜਾ ਪੌਂਟਾ ਬੀਤਿਆ ਜਿਹੜਾ ਉਹ ਪੀਸਫੁਲ ਸੀ ਬੜਾ। ਤੇ ਇਹਨਾਂ ਦੌਰਾਨ ਉਹਨਾਂ ਨੇ ਕਵੀਆਂ ਨੂੰ, ਆਰਟ ਔਰ ਲਿਟਰੇਚਰ ਨੂੰ ਬੜਾ ਬਹਾਵਾ ਦਿੱਤਾ। ਉਹਨਾਂ ਦੇ ਦਰਬਾਰ 'ਚ ਬੜੇ ਵੱਡੇ ਵੱਡੇ ਕਵੀ ਆਣੇ ਸ਼ੁਰੂ ਹੋ ਗਏ। ਕਵੀਆਂ ਦੇ ਨਾਂ ਵੀ ਮੇਰੇ ਕੋਲ ਹਨ, if somebody wants to learn more about them। ਮੇਰੇ ਕੋਲ ਇਤਨਾ ਟਾਈਮ ਨਹੀਂ ਹੈ ਕਿ ਮੈਂ ਇੰਨਾ ਟਾਈਮ ਸਪੈਂਡ ਕਰ ਸਕਾਂ, ਨਹੀਂ ਤੇ believe me or not ਸਿਰਫ ਪੌਂਟਾ ਦੀ ਲਾਈਫ ਦੇ ਉੱਤੇ 3 ਸਾਲ I can spend probably 6 sessions on just living ਉਹਨਾਂ ਦੇ 3 ਸਾਲ ਜਿਹੜੇ ਲਈ ਪੌਂਟਾ ਰਹੇ ਹਨ, ਕੀ ਹੋਇਆ ਉਸ ਵੇਲੇ ਉੱਤੇ, ਕਿਤਨੀਆਂ ਵੱਡੀਆਂ ਅਚੀਵਮੈਂਟਸ ਉੱਥੇ ਪੌਂਟਾ ਹੋਈਆਂ ਹਨ। ਇਹ 3 ਸਾਲ ਉਸ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੇ 3 ਸਾਲ, ਇਹ ਸ਼ਾਂਤੀ ਦੇ 3 ਸਾਲ ਪੌਂਟਾ ਉਹਨਾਂ ਨੂੰ ਦਿੱਤੇ ਗਏ। ਉਹਨਾਂ ਨੂੰ ਕਿਉਂ ਦਿੱਤੇ ਗਏ? ਕਿਉਂਕਿ ਵੱਡੀਆਂ ਰਚਨਾਵਾਂ ਲਿਖਣੀਆਂ ਸਨ ਉਹਨਾਂ ਨੇ, ਇਹ ਕੰਮ ਕਰਨੇ ਸਨ ਉਹਨਾਂ ਨੇ। ਬਾਕੀ ਜਗ੍ਹਾ ਵਿੱਚ ਆ ਕੇ ਇਹ ਫਿਰ ਨਹੀਂ ਹੋ ਸਕਦਾ। He could not have concentrated that much once he comes back to Anandpur and faces the Mughal wrath again, you know। ਤੇ ਉਹਨਾਂ ਰਚਨਾਵਾਂ ਵਿੱਚੋਂ ਮੈਂ ਇੱਕ ਦਿਨ as I said before ਕਿ ਮੈਂ ਇੱਕ ਸੈਸ਼ਨ ਪੂਰਾ ਉਹਨਾਂ ਦੀ ਰਚਨਾਵਾਂ ਤੇ ਲਗਾਉਣਾ ਹੈ, ਔਰ ਮੈਂ I'm going to read out few lines from here and there, a few lines from Akal Ustad, few lines from Chandi Ki War ਤੋਂ, few lines from Rama Avatar ਤੋਂ, few lines from Krishna Avatar ਤੋਂ, few lines from other 24 ਅਵਤਾਰ ਦੀ ਬਾਣੀ ਚੋਂ, a here and there line from ਉਹਨਾਂ ਦੇ ਸਵਈਏ, ਉਹਨਾਂ ਦੇ ਸ਼ਬਦ, ਗਿਆਨ ਪ੍ਰਬੋਧ ਵਿੱਚੋਂ, you know, even ਚਤੁਰਪਾਖਿਆਨ ਵਿੱਚੋਂ ਵੀ ਮੈਂ 1-2 ਲਾਈਨਾਂ ਇੱਕ ਅੱਧ ਸਟੋਰੀ ਕੱਢ ਕੇ I might share it depending on ਕਿਤਨਾ ਟਾਈਮ ਮੈਂ ਕੱਢ ਸਕਦਾ ਉਹਦੇ ਵਾਸਤੇ। I just want to share and tell you। ਤੇ ਇੱਕ ਗੱਲ ਚੇਤੇ ਰਵੇ ਸਾਰਿਆਂ ਨੂੰ, ਔਰ ਕੰਨ ਖੋਲ ਕੇ ਅਸੀਂ ਸਾਰੇ ਸੁਣ ਲਈਏ including myself, ਕਿ ਉਸ ਵੇਲੇ ਸਿੱਖਾਂ ਦੀ ਪਾਪੂਲੇਸ਼ਨ ਪੰਜਾਬ ਵਿੱਚ ਬਹੁਤ ਥੋੜੀ ਸੀ, ਕੋਈ ਵੱਡੀ ਪਾਪੂਲੇਸ਼ਨ ਨਹੀਂ ਸੀ ਸਿੱਖਾਂ ਦੀ। I mean, ਹਜ਼ਾਰਾਂ ਵਿੱਚ ਸੀ, ਲੱਖਾਂ ਵਿੱਚ ਨਹੀਂ ਸੀ। Let me put it this way, you know, it was a 5-figure number, it was not even a 6-figure number। ਵੱਡੇ ਘੱਲੂਘਾਰੇ ਤੱਕ 1762 ਵਿੱਚ, February of 1762 ਵਿੱਚ ਵੱਡਾ ਘੱਲੂਘਾਰਾ ਹੋਇਆ ਹੈ, ਜਿੱਥੇ ਕਈ ਹਿਸਟੋਰੀਅਨਸ ਅਲੱਗ-ਅਲੱਗ ਨੰਬਰ ਲਿਖੇ ਹਨ, but most of us believe ਕਿ 40 to 50,000 lay dead that day, you know, ਅੱਧੀ ਕੌਮ ਖਤਮ ਹੋਈ ਉਸ ਦਿਨ। ਤੇ ਵੱਡੇ ਘੱਲੂਘਾਰੇ ਵਿੱਚ ਰਤਨ ਸਿੰਘ ਭੰਗੂ ਦੇ ਹਿਸਾਬ ਦੇ ਨਾਲ 1 ਲੱਖ ਦੀ ਪਾਪੂਲੇਸ਼ਨ ਸੀ ਸਿੱਖਾਂ ਦੀ ਉਸ ਵੇਲੇ। 1762 ਦੀ ਗੱਲ ਕਰ ਰਿਹਾ। This is 1687, so I'm like 80 years behind that schedule। ਤੇ ਬਹੁਤ ਛੋਟੀ ਪਾਪੂਲੇਸ਼ਨ ਸੀ ਸਿੱਖਾਂ ਦੀ, 30,000 40,000 50 ਹੋਣੀ, 60 ਹੋਣੀ ਹੈ ਇਹਦੇ ਦੀ। ਮੈਜੋਰਿਟੀ ਪਾਪੂਲੇਸ਼ਨ ਜਿਹੜੀ ਸੀ ਉਹ ਆਫ ਕੋਰਸ ਹਿੰਦੂ ਤੇ ਮੁਸਲਿਮ ਪਾਪੂਲੇਸ਼ਨ ਸੀ ਪੰਜਾਬ ਦੀ। ਤੇ ਇਹਨਾਂ ਨੂੰ ਜਗਾਣਾ, ਇੱਕ ਗੱਲ ਯਾਦ ਰੱਖਿਓ ਮੇਰੀ, ਕਿ ਉਸ ਵੇਲੇ ਅਗਰ ਤੁਸੀਂ ਸਿਰਫ 40,000 ਸਿੰਘਾਂ ਨੂੰ ਜਗਾਉਣ ਵਾਸਤੇ ਇਤਨੀਆਂ ਰਚਨਾਵਾਂ ਲਿਖਣ ਦੀ ਲੋੜ ਨਹੀਂ ਸੀ, ਮਹਾਰਾਜ ਆਪ ਹੀ ਖਾਲੀ ਕਾਫੀ ਸਨ। ਹਾਂਜੀ, ਹੁਣ ਦੇਖ ਕੇ ਦੇਖੋ, ਜੇ ਇਹਨਾਂ ਨੂੰ ਜਗਾਉਣਾ ਹੋਵੇ, ਜੇ ਕਿਸੇ ਹਿੰਦੂ ਜੈਂਟਲਮੈਨ ਨੂੰ ਉਹਨਾਂ ਦੇ ਅੰਦਰੋਂ ਕਾਇਰਤਾ ਦੂਰ ਕਰਨੀ ਹੋਵੇ, ਤੇ ਕਿਸ ਤਰ੍ਹਾਂ ਕਾਇਰਤਾ ਦੂਰ ਕਰੋਗੇ? ਕੀ ਸਮਝਾਵੋਗੇ ਉਹਨਾਂ ਨੂੰ? ਕਿਸ ਤਰ੍ਹਾਂ ਕਹੋਗੇ ਉਹਨਾਂ ਨੂੰ ਕਿ ਤੁਸੀਂ ਲੜ ਸਕਦੇ ਹੋ ਇਹਨਾਂ ਨਾਲ? ਕਿਸ ਤਰ੍ਹਾਂ ਕਹੋਗੇ ਉਹਨਾਂ ਕਿ ਤੁਸੀਂ ਮੁਗਲਾਂ ਤੋਂ ਘੱਟ ਨਹੀਂ ਹੋ? ਤੁਹਾਡੇ ਅੰਦਰ ਵੀ ਵੀਰਤਾ ਦਾ ਖੂਨ ਹੈ, ਤੁਹਾਡੇ ਅੰਦਰ ਵੀ ਬਲੱਡ ਜਿਹੜਾ ਹੈ, ਤੁਹਾਡੇ ਜਿਹੜੇ ਪੁਰਾਣੇ ਜਿਹੜੇ ਪੂਰਵਜ ਸਨ ਉਹ ਬੜੇ ਵੱਡੇ ਖੱਤਰੀ ਤੇ ਲੜਨ ਵਾਲੇ ਸਨ। ਕਿਸ ਤਰ੍ਹਾਂ ਪ੍ਰੂਵ ਕਰੋਗੇ ਉਹਨਾਂ ਨੂੰ? ਉਹਨਾਂ ਨੇ ਇਹ ਸੋਚ ਕੇ 24 ਅਵਤਾਰ ਦੀ ਬਾਣੀ ਲਿਖਣੀ ਸ਼ੁਰੂ ਕੀਤੀ। ਉਹਨਾਂ ਨੇ ਕੋਈ ਆਪਣੇ ਕੋਈ ਉਹਨਾਂ ਦੀ ਆਪਣੀ ਉਹਦੇ ਚ ਕੁਝ ਨਹੀਂ ਸੀ ਉਹਨਾਂ ਦੀ। ਪਲੀਜ਼ ਟਰਾਈ ਟੂ ਅੰਡਰਸਟੈਂਡ ਦੈਟ। ਹਾਂਜੀ, ਆਪੇ ਉਹਨਾਂ ਨੇ ਰਾਮ ਬਿਲੀਵ ਨਹੀਂ ਕੀਤਾ, ਆਪੇ ਕ੍ਰਿਸ਼ਨ ਚ ਬਿਲੀਵ ਨਹੀਂ ਕੀਤਾ, ਪਰ ਕ੍ਰਿਸ਼ਨ ਅਵਤਾਰ ਦੀ ਬਾਣੀ ਲਿਖੀ। ਕਿਉਂ ਲਿਖੀ ਕ੍ਰਿਸ਼ਨ ਅਵਤਾਰ ਦੀ ਬਾਣੀ? ਮੈਂ ਉਹਦੇ ਤੇ ਫੋਕਸ ਕਰਨਾ ਥੋੜਾ ਜਿਹਾ, ਕਿਉਂਕਿ ਇਹ 3 ਸਾਲ ਦੇ ਵਿੱਚ ਇਹ ਸਭ ਕੁਝ ਹੋਇਆ ਹੈ। ਪੌਂਟਾ ਜਿਹੜੇ ਪੀਸਫੁਲ ਈਅਰ ਸਨ, 3 ਸਾਲ ਜਿਹੜੇ ਪੌਂਟਾ ਰਹੇ ਹਨ, ਜਿਹੜੇ ਉਹ ਇਸ ਵਾਸਤੇ ਕਿ ਜਿਹੜੇ ਹਿੰਦੂ ਜਿਹੜੇ ਦੱਬ ਕੇ ਬੈਠੇ ਹੋਏ ਹਨ, ਜਿਹੜੇ 800 ਸਾਲ ਤੋਂ 700 ਸਾਲ ਤੋਂ ਗੁਲਾਮ ਹੈ ਕੌਮ, ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੀ ਰਗਾਂ ਵਿੱਚ ਕਿਹਦਾ ਖੂਨ ਦੌੜਦਾ ਪਿਆ ਹੈ। ਤੁਹਾਡੀ ਰਗਾਂ ਵਿੱਚ ਅਰਜੁਨ ਹੈ, ਤੁਹਾਡੀ ਰਗਾਂ ਵਿੱਚ ਭੀਮ ਹੈ, ਤੁਹਾਡੀ ਰਗਾਂ ਵਿੱਚ ਯੁਧਿਸ਼ਠਿਰ ਹੈ, ਤੁਹਾਡੀ ਰਗਾਂ ਵਿੱਚ ਕ੍ਰਿਸ਼ਨ ਹੈ, ਤੁਹਾਡੀ ਰਗਾਂ ਵਿੱਚ ਦ੍ਰੋਣਾਚਾਰਿਆ ਹੈ, ਤੁਹਾਡੀ ਰਗਾਂ ਦੇ ਵਿੱਚ ਭੀਸ਼ਮ ਹੈ, ਹਾਂਜੀ, ਜੈਦਰਥ ਹੈ, ਦੁਰਯੋਧਨ ਹੈ। ਦੁਰਯੋਧਨ ਹਾਲਾਂਕਿ ਠੀਕ ਹੈ, ਵਾਸ ਔਨ ਦੀ ਆਪੋਜ਼ਿਟ ਸਾਈਡ, ਪਰ ਹੈ ਤੇ ਬਹਾਦਰ ਸੀ ਨਾ। ਬਹਾਦਰੀ ਦੀ ਤੇ ਕਮੀ ਨਹੀਂ ਸੀ ਉੱਥੇ ਕੋਈ। ਇਹ ਸਮਝਾਣਾ ਸੀ ਇਹਨਾਂ ਨੂੰ ਸਾਰਿਆਂ ਨੂੰ। ਪਲੀਜ਼ ਟਰਾਈ ਟੂ ਗੈਟ ਦਿਸ ਪੁਆਇੰਟ। ਹਾਂਜੀ, ਕਿਸ ਤਰ੍ਹਾਂ ਸਮਝਾਉਂਦੇ ਹੋ
किस तरह इनकरेज करदे इन्हां नूं। ते एक गल होर याद रखियो, ये नानक दा घर है। हाँ जी, ये गुरु नानक दा घर है। ये कोई किसी एक बंदे दा घर नहीं है। उन्होंने मानवता नूं, उन्होंने सारी मानवता नूं एक तरह देखिया। उन्होंने वो सारे गुरुआं ने देखिया, खाली गुरु गोबिंद सिंह महाराज ने देखिया। असी तुसी फर्क करदे आ हिंदुआं दा, साडे तुहाडे दिल छोटे हैं। हाँ जी, असी असी छोटे दायरे विच हां। फलाना दे रंग फलाना है ते रिलीजन दूसरी है। ओ जी ओ ये है ते फलाना हिंदू है ते फलाना जूइश है, फलाना मुसलमान है ते ढिंगाना ओ है। गुरुआं ने इस बारे कदी सोचिया नहीं। इस बारे उन्होंने सारी मानवता दी एक तरह नजर आई। सिर्फ गुरु ग्रंथ साहिब महाराज दी बाणी विच नहीं, उत्थे नहीं लिखिया होया सिर्फ एक पिता एक कसके हम मारक, उत्थे ते लिखिया ही होया है, वो ते सब नूं पता है। लेकिन दसम बाणी विच भी सेम संदेश है। असी एक आसावरी दी रीत सिखी है पुरातन, और पढ़दे हुंदे हां कि मानस की जात सब है एक है पहचानबो। ये गुरु ग्रंथ साहिब महाराज दी बाणी नहीं है, दसम ग्रंथ दी बाणी है। उन्होंने वितकरा नहीं कीता। इस वास्ते उन्हां दी आर्मी दे विच मुसलमान पीर वर्गे पठान नाल उन्हां दे लड़े हैं, उन्हां दे नाल रहे हैं। ते हिंदू भी दयाराम वर्गे लड़े हैं। हाँ जी, हाँ जी, कृपाल दास वर्गे उदासी भी लड़े हैं नाल। उन्होंने फर्क नहीं समझिया। उन्होंने जदों पुरातन हिंदू ग्रंथां दी ट्रांसलेशन जदों कीती, जदों तो उन्होंने ए सोच के नहीं की कि मैं राम ते कृष्ण दा पुजारी हां, उस वास्ते नहीं की। उन्होंने उस वास्ते की उन्होंने कि इन्हां दे अंदर वीरस जागे, इन्हां दे अंदर ओ भावना जागे, इन्हां नूं दिखाया जाए कि तुहाडी पिछोकड़ की है, तुहाडा इन्हां नूं दस्सिया जाए तुसी कित्थों आए हो, तुसी व्हाट इज योर बैकग्राउंड, तुहाडी किहो जी है, तुसी किन्नू बिलोंग करदे हो। हाँ जी, विश्वामित्र कौन सी, कौन सी उन्हां दा गुरु। राम कितने वड्डे लड़न वाले सन। लक्ष्मण कौन सी, रावण कौन सी। हाँ जी, बाली ते सुग्रीव कौन सन। ਇਹ ਪੁਰਾਣਾ ਵਿੱਚੋਂ ਕਥਾ ਜਿਹੜੀਆਂ ਉਹਨਾਂ ਨੇ ਲਿੱਤੀਆਂ ਪੁਰਾਣੀਆਂ, ਦੁਰਗਾ ਕੌਣ ਸੀ, ਸ਼ਕਤੀ ਕੌਣ ਸੀ, ਵੱਡੇ ਵੱਡੇ ਰਾਖਸ਼ਾਂ ਦਾ ਵੱਧ ਕਿਸਨੇ ਕੀਤਾ, ਇਹ ਦਿਖਾ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਚ ਉਸ ਕਨਸੈਪਟ ਨੂੰ ਉਹ ਬਿਲੀਵ ਕਰਦੇ ਹਨ ਜਾਂ ਦੁਰਗਾ ਦੀ ਪੂਜਾ ਕਰਦੇ ਹਨ, ਹਾਂਜੀ, ਜਾਂ ਉਹ ਦੇਵੀ ਦੇਵਤਾਵਾਂ ਨੂੰ ਮੰਨਦੇ ਹਨ। ਇਸ ਵਾਸਤੇ ਨਹੀਂ ਕੀਤੀ ਉਹਨਾਂ ਨੇ। ਆਈ ਵਾਂਟ ਟੂ ਡਰਾਈਵ ਦੈਟ ਪੁਆਇੰਟ ਹੋਮ ਟੁਡੇ। ਹਾਂਜੀ, ਹਾਲੇ ਵੀ ਕਈ ਕਨਵਿੰਸ ਨਹੀਂ ਹੋਣਗੇ, ਪਰ ਮੈਂ ਜਦੋਂ 2 ਹਫ਼ਤਿਆਂ ਬਾਅਦ ਜਦੋਂ ਉਹਨਾਂ ਦੇ ਲੈ ਕੇ ਆਵਾਂਗਾ, ਦੱਸਾਂਗਾ ਤੁਹਾਨੂੰ। ਇੱਥੇ ਤੱਕ ਲਿਖਿਆ ਹੋਇਆ ਰਾਮਾ ਅਵਤਾਰ ਵਿੱਚ, ਅਸੀਂ ਭਾਖਿਆ ਕਿਹਦੀ ਕੀਤੀ ਹੈ ਇਹਦੀ, ਔਰ ਮੈਂ ਤੁਹਾਨੂੰ ਉਹ ਲਾਈਨ ਕੋਟ ਕਰਾਂਗਾ। ਅਸੀਂ ਇਹਨਾਂ ਦੇ ਗੁਣ ਅਵਗੁਣ ਨਹੀਂ ਵਿਚਾਰਦੇ ਪਏ, ਅਸੀਂ ਇਹਨਾਂ ਦੀ ਰਾਈਟ ਰੋਂਗ ਨਹੀਂ ਅਸੀਂ ਦੇਖ ਰਹੇ ਕਿ ਰਾਵਣ ਰਾਈਟ ਹੈ ਕਿ ਰਾਮ ਰਾਈਟ ਹੈ। ਉਹ ਤੁਸੀਂ ਜਾਣੋ, ਉਹ ਤੁਸੀਂ ਦੇਖੋ ਕਿਉਂ ਰਾਵਣ ਲੜਿਆ ਇਹਨਾਂ ਨਾਲ। ਉਹ ਵੀ ਬੜਾ ਵੱਡਾ ਸ਼ਿਵ ਜੀ ਦਾ ਭਗਤ ਸੀ, ਲੇਕਿਨ ਹੈ ਤੇ ਬਹਾਦਰ ਸੀ ਨਾ, ਕਾਇਰ ਤੇ ਨਹੀਂ ਸੀ ਨਾ। ਇਹ ਤੇ ਇਤਿਹਾਸ ਕਿਧਰੇ ਲਿਖਿਆ ਨਹੀਂ ਮਿਲਦਾ ਕਿ ਰਾਵਣ ਕਾਇਰ ਸੀ, ਡਰ ਕੇ ਨਸ ਗਿਆ ਮੈਦਾਨੇ ਜੰਗ ਤੋਂ, ਡਰ ਕੇ ਨਸ ਗਿਆ, ਉਹਨੇ ਫੇਸ ਨਹੀਂ ਕੀਤਾ ਆਪਣਾ ਐਨਮੀ। ਇਹ ਤੇ ਕਿਧਰੇ ਨਹੀਂ ਲਿਖਿਆ ਹੋਇਆ ਨਾ। ਦੁਰਯੋਧਨ ਠੀਕ ਹੈ, ਦੁਰਯੋਧਨ ਵਾਸ ਔਨ ਦ ਅਦਰ ਸਾਈਡ ਇਨ ਮਹਾਭਾਰਤ, ਠੀਕ ਹੈ, ਪਰ ਦੁਰਯੋਧਨ ਕਾਇਰ ਤੇ ਨਹੀਂ ਸੀ ਨਾ। ਜਦੋਂ ਉਹਨੇ ਦੇਖਿਆ ਕਿ ਵੱਡੇ ਵੱਡੇ ਸੂਰਮੇ ਸਾਹਮਣੇ ਖੜੇ ਹਨ, ਉਹ ਮੈਦਾਨੇ ਜੰਗ ਤੋਂ ਡਰਿਆ ਤੇ ਨਹੀਂ ਹੋ ਕਿਧਰੇ। ਤੇ ਮਾਰੇ ਦਾ ਮਤਲਬ ਇਹ ਸੀ ਕਿ ਤੁਸੀਂ ਕਿਉਂ ਡਰਦੇ ਹੋ। ਜੇ ਉਹ ਲੜ ਸਕਦੇ ਸਨ ਤੇ ਤੁਸੀਂ ਸੂਰਮੇ ਹੋ ਵੱਡੇ, ਤੁਹਾਡੇ ਅੰਦਰ ਵੀ ਉਹ ਖੂਨ ਹੈ, ਤੁਸੀਂ ਮੁਗਲਾਂ ਨਾਲ ਕਿਉਂ ਨਹੀਂ ਟਕਰਾ ਕਰ ਸਕਦੇ। ਤੇ ਇਹ ਅਸੀਂ ਗੱਲ ਅਨਫੋਰਚੂਨੇਟਲੀ ਆਪਣੀ ਸਿੱਖ ਸੰਗਤ ਨੂੰ ਨਹੀਂ ਸਮਝਾ ਸਕੇ ਇਸ ਵਾਸਤੇ ਕਿਉਂਕਿ ਸਾਡੇ ਸੋਚਣ ਦੇ ਦਾਇਰੇ ਬੜੇ ਛੋਟੇ ਹਨ। ਉਹਨਾਂ ਨੇ ਮਾਨਵਤਾ 'ਚ ਫਰਕ ਹੀ ਨਜ਼ਰ, ਉਹਨਾਂ ਨੇ ਹਿੰਦੂ ਤੇ ਸਿੱਖ 'ਚ ਫਰਕ ਨਹੀਂ ਨਜ਼ਰ ਆਇਆ ਉਹਨਾਂ ਨੂੰ ਉਹਨਾਂ ਧਰਮ ਗ੍ਰੰਥਾਂ ਵਿੱਚ ਇਹ ਨਹੀਂ ਸੋਚਿਆ ਉਹਨਾਂ ਨੇ ਕਿ ਇਹ ਮੇਰੇ ਨਹੀਂ ਹਨ ਤੇ ਮੈਂ ਨਹੀਂ ਇਹਨਾਂ ਨੂੰ ਕਰਨਾ, ਤੇ ਸੋ ਮੈਂ ਇਹਦੇ ਬਾਰੇ ਨਹੀਂ ਲਿਖਣਾ ਜਾਂ ਮੈਂ ਇਸ ਬਾਰੇ ਕੋਈ ਲੈਣੀ ਨਹੀਂ ਗੱਲ। ਉਹਨਾਂ ਨੇ ਇਸ ਬਾਰੇ ਕਦੀ ਨਹੀਂ ਸੋਚਿਆ, ਇਸ ਬਾਰੇ ਉਹਨਾਂ ਨੇ ਬਲੀਵ ਕਦੀ ਨਹੀਂ ਕੀਤਾ ਉਹਦੇ ਉੱਤੇ। ਹਾਂਜੀ, ਰਾਮਾ ਅਵਤਾਰ ਦੀਆਂ ਐਂਡਿੰਗ ਲਾਈਨ ਜਿਹੜੀਆਂ ਕਿਹੜੀਆਂ ਹਨ, ਜਿਹੜੀਆਂ ਰਹਿਰਾਸ ਵਿੱਚ ਰੋਜ਼ ਪੜ੍ਹਦੇ ਹੋ ਨਾ, ਪੜ੍ਹਦੇ ਹੋ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਹਮ ਏਕ ਰਮਾਨੀ, ਸਿਮਰਤ ਸਾਸਰ ਭੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਇਹ ਲਾਈਨਾਂ ਰਾਮਾ ਅਵਤਾਰ ਦੇ ਐਂਡ ਵਿੱਚ ਆਉਂਦੀਆਂ ਹਨ। ਪੂਰੀਆਂ ਬਾਣੀ ਡਿਸਕ੍ਰਾਈਬ ਕਰਕੇ, ਪੂਰੀ ਉਹਨਾਂ ਦੀਆਂ ਵੱਡੀਆਂ ਬੈਟਲ ਡਿਸਕ੍ਰਾਈਬ ਕਰਕੇ ਮਹਾਰਾਜ ਕਹਿੰਦੇ ਨੇ ਕਿ ਅਸੀਂ ਤੇ ਬਿਲੀਵ ਨਹੀਂ ਕਰਦੇ, ਅਸੀਂ ਭਾਖਿਆ ਕੀਤੀ ਹੈ ਇਹਦੀ। ਅਸੀਂ ਇਹ ਵੀ ਨਹੀਂ ਕਹਿੰਦੇ ਰਾਈਟ ਕਿਹੜਾ ਹੈ, ਰੋਂਗ ਕਿਹੜਾ ਹੈ। ਹਾਂ, ਇਹ ਜ਼ਰੂਰ ਹੈ ਕਿ ਇਹਨਾਂ ਵੱਡੇ ਬਹਾਦਰ ਲੜਨ ਵਾਲੇ ਸਿਪਾਹੀਆਂ ਤੋਂ
ਤੁਸੀਂ ਕੁਝ ਸਿੱਖੋ ਤੇ ਸਹੀ ਕੁਝ। ਜੇ ਇਹ ਨਹੀਂ ਡਰਦੇ ਸਨ ਮੈਦਾਨੇ ਜੰਗ ਵਿੱਚ ਜਾਣ ਵਾਲੇ ਹਨੂਮਾਨ ਤੋਂ ਕੁਝ ਖਾਲੀ ਭਗਤੀ ਨਾ ਲਵੋ, ਇਹਨਾਂ ਤੋਂ ਸ਼ਕਤੀ ਦਾ ਰੰਗ ਵੀ ਲਵੋ ਇਹਨਾਂ ਤੋਂ। ਸੋ ਇਹ ਬਹੁਤ ਵੱਡਾ ਕਾਰਜ ਉਹਨਾਂ ਨੇ ਆਪਣੇ ਸਿਰ ਚ ਲਿੱਤਾ ਉਹਨਾਂ ਨੇ। ਐਂਡ ਤੁਸੀਂ ਜਸਟ ਪੁੱਟ ਯੋਰਸੈਲਫ ਇਨ ਦੈਟ ਪੋਜੀਸ਼ਨ ਫॉर ਅ ਸੈਕਿੰਡ। ਹੈ ਜੀ, ਮੈਪ ਆਪਣੇ ਇੰਡੀਆ ਦਾ ਸਾਹਮਣੇ ਲੈ ਕੇ ਆਓ। ਮਹਾਰਾਜ ਕਿਧਰੇ ਕੇਰਲਾ ਨਹੀਂ ਬੈਠੇ ਹੋਏ ਥੱਲੇ ਡਾਊਨ ਸਾਊਥ, ਮਹਾਰਾਜ ਕਿਧਰੇ ਅਸਾਮ ਚ ਕਿਧਰੇ ਈਸਟ ਵਿੱਚ ਦੂਰ ਨਹੀਂ ਬੈਠੇ ਹੋਏ ਕਿਧਰੇ, ਹਾਂਜੀ, ਕਿਧਰੇ ਰਿਮੋਟ ਆਫ ਗੁਜਰਾਤ ਜਾਂ ਕਿਧਰੇ ਸਿੰਧ ਦੇ ਡੈਜ਼ਰਟ ਵਿੱਚ ਛੁਪ ਕੇ ਨਹੀਂ ਬੈਠੇ ਹੋਏ ਕਿਧਰੇ। I want to make sure point clear here. ਮਹਾਰਾਜ ਬੈਠੇ ਹੋਏ ਹਨ ਦਿੱਲੀ ਤੋਂ। ਮੇਰੀ ਜਿਓਗ੍ਰਾਫੀ ਮੈਨੂੰ ਇੰਡੀਆ ਛੋੜਿਓ ਕਾਫੀ ਸਾਲ ਹੋ ਗਏ। somebody can help me. I bet you even today if you drove from Delhi to Paonta is probably maybe a less than a 5-hour drive. Somebody can probably jump in here. More than that, I believe. From New Delhi to 400 Paonta. किलोमीटर है सुंदर जी। Yeah, so 400 kilometers, अगर 300 to 400 kilometers, 5-6 hour drive होनी है, 5 hour drive होनी है। कोई बहुत दूर नहीं सन दिल्ली तो, is what I'm saying. He was not 4-5 days away from Delhi कि ਉੱਥੇ ਲੱਗੇ ਕਿ ਉਹ ਨਿਡਰ ਹੋ ਗਏ ਜੀ, ਉਹ ਬੜੇ ਦੂਰ ਬੈਠੇ ਨੇ ਦਿੱਲੀ ਤੋਂ ਜੀ, ਹਾਂਜੀ, ਤੇ ਉਹ ਔਰੰਗਜ਼ੇਬ ਦੇ ਤਖਤ ਜਿਹੜਾ ਵੇ ਦਿੱਲੀ ਵਿੱਚ ਹੈ ਤੇ ਉਹ 5 ਦਿਨ ਦੂਰ ਹਨ, ਇਸ ਵਾਸਤੇ ਬੜਾ ਬੋਲ ਰਹੇ ਹਨ ਜੀ। ਸਿਰਫ 5 ਘੰਟੇ ਦੂਰ ਹਨ ਅੱਜ ਕੱਲ ਦੇ ਹਿਸਾਬ ਦੇ ਨਾਲ, ਤੇ ਉਹਨਾਂ ਦਿਨਾਂ ਦੇ ਵਿੱਚ 2 ਦਿਨ ਲੱਗਦੇ ਹੋਣੇ ਪਹੁੰਚਦੇ ਆ, 3 ਦਿਨ ਲੱਗਦੇ ਹੋਣੇ ਪਹੁੰਚਦੇ ਆ, ਕਿੰਨੀ ਦੇਰ ਲੱਗਦੀ ਹੋਣੀ ਹੈ? 2-2.5 ਦਿਨ ਲੱਗਦੇ ਹੋਣੇ ਪਹੁੰਚਦੇ ਆ from Delhi to Ambala ਜਾਂ Delhi to Nahan ਜਾਂ Delhi to Paonta, you know। ਬਹੁਤਾ ਦੇਹਰਾਦੂਨ ਤੋਂ ਬਿਲਕੁਲ ਕੋਲ ਹੈ ਪੌਂਟਾ, ਸੋ ਦੇਹਰਾਦੂਨ ਤੋਂ Delhi, I don't know, must not be, I can't believe it's a more than 4-5 hour drive from Delhi to Dehradun, you know। So point I'm trying to make, though, please understand this point mera, and put yourself into his shoes, you know। ਉਹ ਸੋਚ ਕੇ ਬੰਦਾ ਵੈਸੇ ਦੇ ਵਾਲ ਖੜੇ ਹੋ ਜਾਂਦੇ ਨੇ ਮੇਰੇ ਕਿ ਇਹ ਮਹਾਰਾਜ ਇਹ ਤੁਹਾਡੇ ਅੰਦਰੋਂ ਵਾਕਿਆ ਹੀ ਅਕਾਲ ਪੁਰਖ ਦੇ ਪੁੱਤਰ ਬਣ ਕੇ ਆਏ ਸਨ ਔਰ ਦੁਨੀਆ ਨੂੰ ਨਿਰਭੈਤਾ ਦੇਣ ਵਾਸਤੇ ਆਏ ਸਨ ਔਰ ਇੰਡੀਅਨਸ ਦੀ ਕਾਇਰਤਾ ਕੱਟਣ ਵਾਸਤੇ ਆਏ ਸਨ। ਨਹੀਂ ਤੇ ਹਿੰਮਤ ਕੋਈ ਦਿਖਾਏ ਕਰਕੇ ਹੈ। 5 ਘੰਟੇ ਦਿੱਲੀ ਤੋਂ ਦੂਰ ਤੁਸੀਂ ਬੈਠੇ ਹੋਏ ਹੋ, ਔਰੰਗਜ਼ੇਬ ਦਾ ਰਾਜ ਹੈ, ਔਰ ਤੁਸੀਂ ਬੇਧੜਕ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਇਹ ਆਦੇਸ਼ ਦਿੰਦੇ ਹੋ ਕਿ ਡਰਨ ਦੀ ਕੋਈ ਲੋੜ ਨਹੀਂ, ਕਿਸੇ ਕੋਲ ਡਰਨ ਦੀ ਲੋੜ ਨਹੀਂ। ਕਰਕੇ ਦਿਖਾਏ ਕੋਈ ਮਾਈਕਾ ਲਾਲ, ਕਿਸੇ ਚ ਹਿੰਮਤ ਹੈ ਕਰਨ ਦੀ। ਅੱਜ ਦੇਖੋ ਹਿੰਦੁਸਤਾਨ ਦੀ ਹੁਕੂਮਤ ਅੱਗੇ ਫਾਰਮਰਸ ਸਾਰੇ ਕਿੰਨੇ ਸਟਰਗਲ ਕਰਦੇ ਪਏ ਹਨ। ਉਸ ਵੇਲੇ ਦੇਖੋ ਅਲੇ ਕੀ ਹੁਕੂਮਤ, ਉਹ ਹੁਕੂਮਤ, ਇਸ ਹੁਕੂਮਤ ਜ਼ਮੀਨ ਅਸਮਾਨ ਦਾ ਫਰਕ ਹੈ। ਉਸ ਜ਼ਾਲਿਮ ਹੁਕੂਮਤ ਦੇ ਸਾਹਮਣੇ ਵੀ ਕਿਸ ਤਰ੍ਹਾਂ ਡਟ ਕੇ ਉਹਨਾਂ ਨੇ ਇਹ ਗ੍ਰੰਥ ਲਿਖੇ ਸਾਰੇ। ਪਹਿਲੇ ਅਕਾਲ ਉਸਤਤ ਲਿਖੇ ਜਿਨ੍ਹਾਂ ਵਿੱਚ ਪ੍ਰਮਾਤਮਾ ਦੀ ਆਰਾਧਨਾ ਸਿਖਾਈ ਉਹਨਾਂ ਨੇ। ਉਹ ਕੌਣ ਹੈ? ਔਰ ਇਹ ਵੀ ਸਿਖਾਇਆ ਕਿ ਉਹਦਾ ਰੂਪ ਰੰਗ ਨਹੀਂ ਹੈ ਤੇ ਨਾ ਉਹਦਾ ਕ੍ਰੀਏਸ਼ਨ ਦਾ ਕੋਈ ਰੂਪ ਰੰਗ ਹੈ, ਸਭ ਇੱਕੋ ਹੈ, ਮਾਨਸ ਦੀ ਜਾਤ ਸਿਰਫ ਇੱਕੋ ਹੈ। ਹਾਂਜੀ, ਹਿੰਦੂਆਂ ਤੇ ਫਰਕ ਨਹੀਂ ਕੀਤਾ ਉਹਨਾਂ ਨੇ, ਮੁਸਲਮਾਨਾਂ 'ਚ ਕੋਈ ਫਰਕ ਨਹੀਂ ਕੀਤਾ, ਪਠਾਨਾਂ 'ਚ ਕੋਈ ਫਰਕ ਨਹੀਂ ਕੀਤਾ। ਫਿਰ ਦੇਖੋ ਨਿਰਭੈਤਾ ਦੀ ਗੱਲ, ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਡਰਨ ਦੀ ਕਿਸੇ ਗੱਲ ਦੀ ਲੋੜ ਨਹੀਂ ਹੈ। ਚੰਡੀ ਕੀ ਵਾਰ ਪੜ੍ਹ ਕੇ ਦੇਖ ਲਵੋ, ਚੰਡੀ ਚਰਿੱਤਰ ਪੜ੍ਹ ਕੇ ਦੇਖ ਲਵੋ। ਮੈਂ ਚੰਡੀ ਕੀ ਵਾਰ ਬਾਰੇ ਡਿਸਕਸ਼ਨ ਕਰਾਂਗਾ, ਸੁਣ ਕੇ ਤੁਹਾਨੂੰ ਹੈਰਾਨਗੀ ਹੋਏਗੀ ਹੈ। ਪੁਰਾਤਨ ਗੁਰਸਿੱਖ ਜੰਗ ਤੋਂ ਜਾਣ ਤੋਂ ਪਹਿਲੇ ਅਕਾਲੀ ਫੂਲਾ ਸਿੰਘ ਹੋਰੀ ਆਪ ਵੀ ਚੰਡੀ ਕੀ ਵਾਰ ਦਾ ਪਾਠ ਸੈਵਰਲ ਟਾਈਮਸ ਕਰਦੇ ਸਨ ਜੰਗਾਂ ਤੋਂ ਜਾਣ ਤੋਂ ਪਹਿਲੇ। ਸ਼ਕਤੀ ਦੀ ਵਾਰ ਹੈ ਉਹ, ਹਾਂਜੀ। ਉਹ ਕਿਉਂਕਿ ਕਿਉਂ ਹੈ? ਕਿਉਂਕਿ ਲੜਾਈਆਂ ਲਿਖੀਆਂ ਨੇ ਉਹਦੇ, ਕਿਉਂਕਿ ਜੰਗਾਂ ਦੀ ਡਿਸਕ੍ਰਿਪਸ਼ਨ ਹੈ। ਜੰਗਾਂ ਦੀ ਡਿਸਕ੍ਰਿਪਸ਼ਨ ਚੋਂ ਔਰ ਮਹਾਰਾਜ ਦੇ ਪੀਰ ਸ਼ਸਤਰ ਉਹਨਾਂ ਦੇ ਪੀਰ ਮੰਨੇ ਨੇ, ਉਹਨਾਂ ਨੇ ਸ਼ਸਤਰਨਾਮਾ ਵੀ ਉੱਤੇ ਲਿਖਿਆ ਉਹਨਾਂ ਨੇ। ਸੋ ਇਹ 2.5-3 ਸਾਲ ਉਹਨਾਂ ਨੇ ਕਵੀਆਂ ਦੇ ਉੱਤੇ ਫੋਕਸ ਕੀਤਾ, ਗ੍ਰੰਥ ਲਿਖੇ ਇਸ ਵਾਸਤੇ ਕਿ ਜਿਹੜੀ ਸੁੱਤੀ ਹੋਈ ਕੌਮ 800 ਸਾਲ ਦੀ ਬੈਠੀ ਹੋਈ ਹੈ, ਇਹਨਾਂ ਦੇ ਅੰਦਰ ਵੀਰਸ ਪੈਦਾ ਕਰਾਂ ਮੈਂ। ਇਹਨਾਂ ਨੂੰ ਦਿਖਾਵਾਂ ਕਿ ਤੁਹਾਡੇ ਪਿਛਲੇ ਜਿਹੜੇ ਹਨ ਉਹ ਬਹਾਦਰ ਸਨ ਸਾਰੇ। ਤੁਹਾਡੇ ਪਿਛਲੇ ਜਿਹੜੇ ਲੋਕ ਸਨ ਉਹ ਕਾਇਰ ਨਹੀਂ ਸਨ ਤੁਹਾਡੇ ਵਰਗੇ। ਉਹ ਗੁਲਾਮ ਨਹੀਂ ਰਹੇ ਕਿਸੇ ਦੇ 800 ਸਾਲ 700 ਸਾਲ। ਉਹ ਡਰੇ ਨਹੀਂ ਕਿਸੇ ਤੋਂ ਤਲਵਾਰ ਚੁੱਕਣ ਚੋਂ। ਅਸ਼ੋਕ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ, ਉਹ ਵੀ ਲਿੱਤਾ ਚੈਪਟਰ ਉਹਨਾਂ ਨੇ। ਪੁਰਾਣੇ ਧਰਮ ਗ੍ਰੰਥਾਂ ਚੋਂ, ਪੁਰਾਣਾ ਵਿੱਚੋਂ ਉਹਨਾਂ ਨੇ ਪੁਰਾਣਾ ਕਥਾ ਲਿੱਤੀਆਂ ਉਹਨਾਂ ਨੇ, ਦੇਵੀ ਦੇਵਤਾਵਾਂ ਦੀ ਕਥਾ ਲੈ ਕੇ ਲੋਕਾਂ ਨੂੰ ਸੁਣਾਈਆਂ। ਇੱਕ ਹੋਰ ਗੱਲ ਚੇਤਾ ਰਹੇ ਤੁਹਾਨੂੰ, ਇਹ ਗੱਲ ਵੀ ਭੁੱਲਿਓ ਨਾ। ਇਹ ਪਾਰਟ ਆਫ ਦਾ, ਇਹ ਪਾਰਟ ਦਸਮ ਪਿਤਾ ਦੀ ਲਾਈਫ ਚੋਂ ਸਾਡੀ ਜ਼ਿੰਦਗੀ ਚੋਂ ਮਿਸਿੰਗ ਹੈ।
ਕਿ ਉਸ ਵੇਲੇ ਬ੍ਰਾਹਮਣਾਂ ਦੇ ਹੱਥ ਸੀ ਸਾਰੇ ਗ੍ਰੰਥ। ਇਹ ਵੀ ਗੱਲ ਨਾ ਭੁੱਲਿਓ ਕਦੀ। ਜਿਹੜਾ ਸੰਸਕ੍ਰਿਤ ਨਹੀਂ ਜਾਣਦਾ ਸੀ ਉਹ ਇਹ ਗ੍ਰੰਥ ਨਹੀਂ ਪੜ੍ਹ ਸਕਦਾ ਸੀ। ਪੁਰਾਣਾ ਸੰਸਕ੍ਰਿਤ ਵਿੱਚ ਲਿਖੀਆਂ ਹੋਈਆਂ ਸਾਰੀਆਂ। ਬ੍ਰਾਹਮਣ ਇਹਦੇ ਉੱਤੇ ਕੰਟਰੋਲ ਸੀ ਨੌਲੇਜ ਦਾ ਉਹਦੇ ਤੇ ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਹੈ ਤੇ ਮਹਾਭਾਰਤ ਅਗਰ ਤੁਸੀਂ ਪੜ੍ਹੋ, ਪੁਰਾਣੇ ਜਿਹੜੇ ਹਿੰਦੁਸਤਾਨ ਦੇ ਗ੍ਰੰਥ ਜਿਹੜੇ ਹਨ ਉਹਨਾਂ ਵਿੱਚੋਂ ਕਿਤਨੀ ਵਾਰ ਡਿਸਕਸ਼ਨ ਆਈ ਹੈ ਕਿ ਦ੍ਰੋਣ ਜਿਹੜਾ ਪਾਂਡਵਾਂ ਦਾ ਗੁਰੂ ਸੀ, ਬ੍ਰਾਹਮਣ ਸੀ, ਆਪ ਖੱਤਰੀ ਨਹੀਂ ਸੀ। ਹਾਲਾਂਕਿ ਸਿੱਖਣ ਵਾਲੇ ਖੱਤਰੀ ਹਨ, ਲੇਕਿਨ ਸਿੱਖਿਆ ਜਿਹੜੀ ਹੈ ਸਿਰਫ ਬ੍ਰਾਹਮਣ ਦੇ ਸਕਦਾ ਹੈ, ਸਿਖਾ ਸਿਰਫ ਬ੍ਰਾਹਮਣ ਸਕਦਾ ਹੈ। ਤੇ ਉਸ ਵੇਲੇ ਬ੍ਰਾਹਮਣਾਂ ਵਿੱਚੋਂ ਕਈ ਜਿਹੜੇ ਲੜਨ ਵਾਲੇ ਬੜੇ ਤੇਜ਼ ਹੋਏ, ਵਿਸ਼ਵਾਮਿਤਰ ਵਰਗੇ, ਦ੍ਰੋਣਾਚਾਰਿਆ ਵਰਗੇ, ਕਿਰਪਾਚਾਰਿਆ ਵਰਗੇ, ਜਿਹੜੇ ਕੌਰਵਾਂ ਦੇ ਜਿਹੜੇ ਕੁਲ ਗੁਰੂ ਸਨ, ਜਿਹੜੇ ਇਹ ਸਾਰੇ ਲੜਨ ਵਾਲੇ ਬ੍ਰਾਹਮਣ ਸਨ। ਬ੍ਰਾਹਮਣਾਂ ਵਿੱਚ ਸਿਰਫ ਨੌਲੇਜ ਦਾ ਬੇਸ ਨਹੀਂ ਸੀ, ਵੈਪਨ ਦਾ ਵੀ ਬੇਸ ਉੱਥੋਂ ਆਇਆ ਸੀ। ਮਹਾਰਾਜ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਨੇ ਇਹ ਕਦੀ ਧਰਮ ਗ੍ਰੰਥ ਆਮ ਬੰਦਿਆਂ ਨਾਲ ਸ਼ੇਅਰ ਨਹੀਂ ਕਰਨੇ, ਸ਼ੂਦਰਾਂ ਨਾਲ ਤੇ ਵੈਸ਼ ਨਾਲ ਤੇ ਸ਼ੇਅਰ ਨਹੀਂ ਕਰਨੇ, ਨਾ ਇਹਨਾਂ ਨੇ ਕਈਆਂ ਨੇ ਸੰਸਕ੍ਰਿਤ ਪੜ੍ਹਨੀ ਹੈ। ਇਸ ਵਾਸਤੇ ਮਹਾਰਾਜ ਨੇ ਕਿਹਾ ਮੈਂ ਇਹਨਾਂ ਦੀ ਭਾਖਿਆ ਕਰਾਂਗਾ, ਮੈਂ ਇਹਨਾਂ ਦੀ ਟ੍ਰਾਂਸਲੇਸ਼ਨ ਕਰਾਂਗਾ, ਸਰਲ ਲੈਂਗੁਏਜ ਵਿੱਚ ਕਰਾਂਗਾ, ਬ੍ਰਜ ਵਿੱਚ, ਤਾਂ ਕਿ ਇਹ ਪੜ੍ਹ ਕੇ ਇਹਨਾਂ ਦੇ ਅੰਦਰ ਵੀ ਰਸ ਜਾਗੇ, ਇਹ ਪੜ੍ਹ ਕੇ ਅੰਦਰ ਮੁਤਾਸਰ ਹੋਵਣ। ਬਟ ਸਾਡੇ ਦਿਲ ਛੋਟੇ ਹੋਣ ਕਾਰਨ, ਸਾਡੇ ਦਿਲ ਬਹੁਤ ਕਮਜ਼ੋਰ ਹੋਣ ਕਾਰਨ ਮਹਾਰਾਜ ਦਾ ਉਹ ਰੂਪ ਅਸੀਂ ਦੇਖ ਨਹੀਂ ਸਕੇ, ਉਹ ਸੈਕੂਲਰ ਰੂਪ ਨਹੀਂ ਅਸੀਂ ਦੇਖ ਸਕੇ। ਉਹਨਾਂ ਨੂੰ ਮਾਨਵਤਾ ਇੱਕ ਨਜ਼ਰ ਆਈ, ਤੇ ਗੁਰੂ ਨਾਨਕ ਦੇਵ ਜੀ ਨੂੰ ਮਾਨਵਤਾ ਇੱਕ ਨਜ਼ਰ ਆਈ। ਤੇ ਜੇ ਨਾਨਕਤਾ ਇੱਕ ਨਾ ਨਜ਼ਰ ਆਈ ਹੁੰਦਾ ਨਹੀਂ ਤੇ ਉਹਨਾਂ ਕੋਲ ਪੁੱਛ ਕੇ ਦੇਖੋ, ਮਹਾਰਾਜ ਤੁਸੀਂ ਮਰਦਾਨੇ ਨੂੰ ਕਿਉਂ ਨਾਲ ਲਿੱਤਾ? ਤੁਸੀਂ ਕਿਸੇ ਹਿੰਦੂ ਨੂੰ ਨਾਲ ਲੈਂਦੇ ਨਾ, ਫਿਰ ਕਿਉਂ ਮੁਸਲਮਾਨ ਨੂੰ ਨਾਲ ਲਿੱਤਾ? ਹਰ ਜਗ੍ਹਾ ਤੁਹਾਡੇ ਨਾਲ ਗਏ ਹੋ, 4 ਉਦਾਸੀਆਂ ਤੁਸੀਂ ਲਿੱਤੀਆਂ, ਕਿੱਥੇ ਤੁਸੀਂ ਗਏ? ਤੇ ਕਿੱਥੇ ਕਿਉਂ ਮਰਦਾਨੇ ਨੂੰ ਨਾਲ ਲਿੱਤਾ? ਤੁਸੀਂ ਕਿਸੇ ਹੋਰ ਨੂੰ ਨਾਲ ਲੈਂਦੇ। ਬੜੇ ਸਨ ਨਾਲ ਲਿਜਾਣ ਵਾਲੇ, ਰਬਾਬੀ ਨੂੰ ਚੁੜਿਆ ਉਹਨਾਂ ਨੇ ਨਾਲ। ਕਿੱਥੇ ਰਹੇ ਹੋ? ਪਰ ਅਰਬ ਦੇਸ਼ਾਂ 'ਚ ਗਏ, ਈਰਾਨ ਵੀ ਗਏ, ਇਰਾਕ ਵੀ ਗਏ, ਅਫਗਾਨਿਸਤਾਨ 'ਚ ਗਏ, ਕਿੱਥੇ ਰਹੇ? ਮਹਾਰਾਜ ਹਰ ਇੱਕ ਦੇ ਘਰ ਰਹੇ ਹੋਣੇ, ਉਹਨਾਂ ਨੇ ਕੋਈ ਵਿਤਕਰਾ ਨਹੀਂ ਕੀਤਾ। ਮੈਂ ਅੱਗੇ ਚੱਲੋ ਥੋੜਾ ਹੋਰ, ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ ਤੇ ਆਓ, ਤੇ ਆਪ ਨਹੀਂ ਰੱਖ ਲੈਂਦੇ ਹਰਿਮੰਦਰ ਸਾਹਿਬ ਦੀ? ਕਿਉਂ ਬੁਲਾਇਆ ਉਹਨੂੰ ਹਜ਼ਰਤ ਮੀਆਂ ਮੀਰ ਨੂੰ ਲਾਹੌਰ? ਰੱਖ ਲੈਂਦੇ ਆਪ ਨਹੀਂ ਸਣ ਕਾਬਲ ਰੱਖਣ ਦੇ। ਪ੍ਰਮਾਤਮ ਰੂਪ ਸਣ, ਗੁਰੂ ਰੂਪ ਸਣ, ਪਰਮੇਸ਼ਰ ਰੂਪ ਸਣ। ਭਾਈ ਗੁਰਦਾਸ ਕੋਲ ਰਖਵਾ ਲੈਂਦੇ, ਬਾਬਾ ਬੁੱਢਾ ਜੀ ਕੋਲ ਰਖਵਾ ਲੈਂਦੇ। ਕਿਉਂ ਬੁਲਾਇਆ ਉਹਨਾਂ ਨੂੰ? ਫਿਰ ਅੱਗੇ ਚੱਲੋ ਹੋਰ, ਜਦੋਂ ਬੀੜ ਦੀ ਲਿਖਵਾਈ ਦਾ ਕੰਮ ਆਇਆ ਤੇ ਵਿਤਕਰਾ ਕੀਤਾ ਉਹਨਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਤੇ ਸਿੱਖਾਂ 'ਚ। ਕੋਈ ਕਿਧਰੇ ਇਹ ਬਾਣੀ 'ਚ ਲਿਖਿਆ ਆਂਦਾ ਕਿ ਕਬੀਰ ਦੀ ਬਾਣੀ ਘੱਟ ਇੰਪੋਰਟੈਂਟ ਹੈ ਗੁਰੂਆਂ ਨਾਲ? ਇੱਕ ਲਾਈਨ ਦਿਖਾ ਦਿਓ ਜਿੱਥੇ ਲਿਖਿਆ ਹੋਵੇ ਕਿ ਫਰੀਦ ਦੀ ਬਾਣੀ ਗੁਰੂਆਂ ਦੀ ਬਾਣੀ ਨਾਲੋਂ ਘੱਟ ਇੱਜ਼ਤਮਾਨ ਹੈ। ਔਰ ਮੇਰੇ ਹਿਸਾਬ ਨਾਲ ਉਲਟਾ ਕੀਤਾ ਉਹਨਾਂ ਨੇ। ਹੁਣ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿੱਥੇ ਆਨ ਧਰਮਾਂ ਦੇ ਲੋਕਾਂ ਦੀ ਬਾਣੀ ਆਈ ਹੈ, ਉੱਥੇ ਜੀ ਵਰਡ ਆਇਆ ਹੈ ਨਾਲ। ਨੋਟਿਸ ਕਰਨਾ, ਕਿਧਰੇ ਨਹੀਂ ਲਿਖਿਆ ਆਇਆ ਆਸਾ ਮਹੱਲਾ ਪੰਜਵਾਂ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਕੀ, ਜਾਂ ਆਸਾ ਮਹੱਲਾ ਪਹਿਲਾ ਬਾਣੀ ਗੁਰੂ ਨਾਨਕ ਦੇਵ ਜੀਓ ਕੀ। ਇਹ ਨਹੀਂ ਕਿਧਰੇ ਲਿਖਿਆ ਆਇਆ, ਕਿਧਰੇ ਵੀ। ਪਰ ਇਹ ਲਿਖਿਆ ਜ਼ਰੂਰ ਆਇਆ ਹੈ ਆਸਾ ਬਾਣੀ ਕਬੀਰ ਜੀਓ ਕੀ, ਇਹ ਜ਼ਰੂਰ ਲਿਖਿਆ ਆਏਗਾ। ਆਸਾ ਬਾਣੀ ਭਗਤ ਰਵਿਦਾਸ ਜੀਓ ਕੀ, ਉੱਥੇ ਜੀਓ ਵੀ ਆਏਗਾ ਤੇ ਜੀ ਵੀ ਨਾਲ ਆਏਗਾ। ਕਿਉਂਕਿ ਬਾਹਰਲੇ ਬੰਦੇ ਹਨ, ਬਾਹਰੋਂ ਆਏ ਹਨ, ਸਾਡੇ ਫੇਥ ਨੂੰ ਬਿਲੋਂਗ ਨਹੀਂ ਕਰਦੇ। ਜਿਹੜੇ ਬਾਹਰੋਂ ਆਉਂਦੇ ਹਨ ਫਿਰ ਉਹਨਾਂ ਦੀ ਇੱਜ਼ਤ ਮਾਨ ਜ਼ਿਆਦਾ ਹੈ ਉਹਨਾਂ ਦਾ। ਉੱਥੇ ਕਬੀਰ ਜੀਓ ਪੂਰੇ ਵਰਡ ਆਣਗੇ, ਉੱਥੇ ਰਵਿਦਾਸ ਜੀਓ ਪੂਰੇ ਵਰਡ ਆਣਗੇ, ਲੇਕਿਨ ਕਿਧਰੇ ਵਰਡ ਨਹੀਂ ਆਣਗੇ ਗੁਰੂ ਨਾਨਕ ਜੀਓ ਕੀ ਬਾਣੀ, ਗੁਰੂ ਅਰਜਨ ਦੇਵ ਜੀਓ ਕੀ ਬਾਣੀ, ਹਾਂਜੀ, ਗੁਰੂ ਅਮਰਦਾਸ ਪਾਤਸ਼ਾਹ ਜੀਓ ਕੀ ਬਾਣੀ, ਕਿਧਰੇ ਵਰਡ ਨਹੀਂ ਆਣਗੇ। ਉੱਥੇ ਸਿਰਫ ਇਤਨਾ ਹੀ ਵਰਡ ਆਣਗੇ, ਰਾਮ ਕੱਲੀ ਮਹੱਲਾ ਤੀਜਾ ਆਨੰਦ, ਬਸ ਦੈਟਸ ਅਬਾਊਟ ਇਟ। ਉਸ ਤੋਂ ਅੱਗੇ ਕੁਝ ਨਹੀਂ ਲਿਖਿਆ ਆਏਗਾ। ਲੇਕਿਨ ਰਾਮ ਕੱਲੀ ਦੀ ਤੁਸੀਂ ਗੌੜੀ ਦੀ ਬਾਣੀ ਕਬੀਰ ਜੀ ਦੀ ਪੜ੍ਹੋ ਤੇ ਉੱਥੇ ਸਿਰਲੇਖ ਕੋਈ ਹੋਰ ਹੈ। ਉੱਥੇ ਸਿਰਲੇਖ ਹੈ ਰਾਗ ਗੌੜੀ ਬਾਣੀ ਕਬੀਰ ਜੀਓ ਕੀ। ਇਹ ਇੱਜ਼ਤ ਮਾਨ ਬਾਹਰਲਿਆਂ ਨੂੰ ਬਖਸ਼ਿਆ ਨਾ ਸੀ, ਗੁਰੂ ਘਰ ਦੀ ਮਰਿਆਦਾ ਰਹੀ ਹੈ ਪੁਰਾਤਨ ਬਖਸ਼ਣ ਦੀ। ਇਹ ਗੱਲ ਚੇਤਾ ਰਵੇ। ਤੇ ਇਹਨਾਂ ਨੇ ਵੀ ਵਿਤਕਰਾ ਨਹੀਂ ਕੀਤਾ ਉੱਥੇ। ਇਸ ਸੁੱਤੀ ਕੌਮ ਨੂੰ ਜਗਾਉਣ ਵਾਸਤੇ ਗ੍ਰੰਥ ਲਿਖਣੇ ਪਏ ਉਹਨਾਂ ਨੂੰ। ਉਹਨਾਂ ਦੀ ਆਪਣੀ ਬਿਲੀਫ ਨਹੀਂ ਸੀ, ਆਪਣੇ ਦੇਵੀ ਦਾਵਾਂ 'ਚ। ਇਨਫੈਕਟ ਕ੍ਰਿਸ਼ਨ ਅਵਤਾਰ ਵਿੱਚ 24 ਅਵਤਾਰ ਦੀ ਬਾਣੀ ਵਿੱਚ ਇੱਕ ਜਗ੍ਹਾ ਇਹ ਵੀ ਲਿਖਦੇ ਹਨ ਐਂਡ ਵਿੱਚ ਕਿ ਮੈਂ ਨਾ ਗਸ਼ਮੇ ਪਥਵੇਂ ਗਣੇਸ਼ ਮਨਾਉ, ਕ੍ਰਿਸ਼ਨ ਬਿਸ਼ਨ ਕਬੂ ਨਾ ਧਿਆਉ। ਇਹ ਵੀ ਬਾਣੀ 'ਚ ਲਿਖਿਆ ਹੋਇਆ। ਹੁਣ ਇਹ ਲਿਖਣ ਵਾਲੇ ਤੁਸੀਂ ਕਹੋਗੇ ਲਿਖੀ ਕਿਉਂ ਉਹਨਾਂ ਨੇ? ਫਿਰ ਜੀ ਜੇ ਬਿਲੀਵ ਇਸ ਵਾਸਤੇ ਲਿਖੀ ਉਹਨਾਂ ਨੇ, ਜਗਾਣਾ ਸੀ ਕੌਮ ਨੂੰ।
ਜਗਾਣਾ ਸੀ ਇਹਨਾਂ ਨੂੰ 800 ਸਾਲ ਦੇ ਸੁੱਤੀ ਕੌਮ ਨੂੰ ਜਗਾਣਾ ਸੀ ਉਹਨਾਂ ਨੇ ਦੱਸਣਾ ਵੀ ਦੇਖੋ ਤੁਹਾਡਾ ਪੂਰਵਜ ਕਿਉਂ ਹੈ I'm going to stop here for a second and see if anybody has any questions before we move on to Pangani di battle. You know, anybody has any questions, or please unmute yourself, Ji, and ask me, and don't hesitate, Jio. What की वार सीगी, that is part of the Chavi Avatar Bani. I'm sorry. Chandi di war that you mentioned, it's part of the Chavi Avatar di Bani. No, that is separate, Didi. Yeah, Chandi ki war se ji. Chandi ji, तुसी कुछ कह रहे सी? हाँ जी. Virji, what exactly sort of did he actually translate? In other words, were these written in the volumes elsewhere? I mean, did he actually do a sort of translation or translation of what? Of the Purana di, Puratan Purana di translation ਕੀਤੀ ਭਾਗਵਤ ਦੀ ਟ੍ਰਾਂਸਲੇਸ਼ਨ ਕੀਤੀ ਭਾਗਵਤ ਪੁਰਾਣਾ ਦੀ ਉਹਦੇ ਵਿੱਚੋਂ 24 ਅਵਤਾਰ ਆ ਜਾਂਦੇ ਨੇ ਉਹਦੇ ਵਿੱਚੋਂ ਕ੍ਰਿਸ਼ਨਾ ਅਵਤਾਰ ਵੀ ਹੈ ਰਾਮਾ ਅਵਤਾਰ ਵੀ ਹੈ ਸ਼ਿਵ ਜੀ ਦੇ ਅਵਤਾਰ ਵੀ ਹਨ ਪਰਸ਼ੁਰਾਮ ਬਾਰੇ ਵੀ ਲਿਖੀ ਮਤਲਬ ਕਿ ਹਰ ਬਾਰੇ ਲੇਕਿਨ translation was in what language? I mean, he actually Braj ਵਿੱਚ ਹੈ ਵੀਰ ਜੀ, which was a common understood language in those days in northern India. Language commonly spoken. ਬ੍ਰਜ ਵਿੱਚ ਕੀਤੀ ਉਹਨੇ ਟ੍ਰਾਂਸਲੇਸ਼ਨ ਕੀਤੀ ਸੰਸਕ੍ਰਿਤ ਤੋਂ ਬ੍ਰਜ ਵਿੱਚ ਕੀਤੀ ਉਹਨਾਂ ਨੇ that is right. ਉਸ ਤੋਂ ਪਹਿਲੇ ਤੁਸੀਂ ਅਗਰ ਚਾਹੁੰਦੇ ਫॉर एग्जांपल if you wanted to read about Mahabharat or something ਜਾਂ Krishna ਬਾਰੇ ਤੇ you had to know Sanskrit or you had to go to a pandit to understand that. He made it simpler. He made it simpler for Hindus to ਫਿਰ ਦੇਖੋ ਵੀਰ ਜੀ ਕਿੰਨਾ ਵਿਸ਼ਾਲ ਹਿਰਦਾ ਹੈ ਉਹਨਾਂ ਦਾ ਮੈਂ ਤੇ ਹੈਰਾਨ ਰਹਿ ਜਾਂਦਾ ਉਹਨਾਂ ਦੀ ਕੀ ਕਹਾਂ ਮੈਂ ਕਦੀ ਸੋਚਿਆ ਹੀ ਨਹੀਂ ਉਹਨਾਂ ਨੇ ਕਿ ਇਹ ਸਿੱਖ ਤੇ ਪੜ੍ਹਦੇ ਹੀ ਨਹੀਂ ਬਾਣੀ ਮੈਂ ਕਿਉਂ ਲਿਖਾਂ ਇਸ ਬਾਰੇ ਮੈਂ ਕਿਉਂ ਪ੍ਰੋਪਗੇਟ ਕਰਾਂ ਇਹ ਗੱਲ ਮੈਨੂੰ ਕੀ ਫਾਇਦਾ ਹੋਵੇਗਾ ਇਸ ਗੱਲ ਦਾ ਇਹ ਮੇਰੇ ਸਿੱਖਾਂ ਨੂੰ ਕੀ ਫਾਇਦਾ ਅਸੀਂ ਤੇ ਨਹੀਂ ਬਾਣੀ ਪੜ੍ਹਦੇ 24 ਅਵਤਾਰ ਦੀ ਅਸੀਂ ਪੜ੍ਹਦੇ ਹਾਂ from a knowledge angle ਤੋਂ ਪੜ੍ਹਦੇ ਹਾਂ ਅਸੀਂ ਬਲੀਵ ਤੇ ਨਹੀਂ ਕਰਦੇ ਨਾ ਉਹਨਾਂ ਚੀਜ਼ਾਂ ਵਿੱਚ ਔਰ ਤਾਂ ਹੀ ਕ੍ਰਿਸ਼ਨਾ ਅਵਤਾਰ ਦੇ ਐਂਡ ਵਿੱਚ ਆਪਣਾ ਵਿਊ ਪੁਆਇੰਟ ਲਿਖਿਆ ਨਾ ਉਹਨਾਂ ਨੇ ਲਾਸਟ ਜਿਹੜੇ ਉਹ ਅਗਲੇ ਜਿਹੜੇ ਕ੍ਰਿਸ਼ਨਾ ਅਵਤਾਰ ਦੀਆਂ ਲਾਸਟ ਮੈਨੂੰ ਯਾਦ ਨਹੀਂ ਆਣਗੇ ਇੱਕ ਸ਼ਬਦ ਹੈ ਜਿੱਥੇ ਲਿਖਿਆ ਉਹਨਾਂ ਨੇ ਔਰ ਕ੍ਰਿਸ਼ਨਾ ਅਵਤਾਰ ਦੀ ਐਂਡ ਵਿੱਚ ਹੈ ਮੇਰੇ ਖਿਆਲ if I'm not wrong which I'm going to bring it though ਇਹ ਲਿਖਿਆ ਧਨ ਜੀਓ ਤੈਕੋ ਜਗ ਮੇ ਚਿਤ ਮੇ ਹਰ ਮੁਖ ਮੇ ਹਰ ਚਿਤ ਮੇ ਜੁਦ ਵਿਚਾਰੇ ਇਹ ਇੱਕ ਸ਼ਬਦ ਹੈ ਉਹਨਾਂ ਦਾ ਉੱਥੇ ਪੁਰਾਤਨ ਰਾਗੀ ਪੜਿਆ ਕਰਦੇ ਸਨ ਕਿ ਧਨ ਹਨ ਜਿਹੜੇ ਹਨ ਉਹ ਲੜਨ ਵਾਲੇ ਜਿਹੜੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਭਗਤੀ ਦਾ ਤੇ ਸ਼ਕਤੀ ਦੋਨਾਂ ਦਾ ਰੂਪ ਦਿੱਤਾ ਹੈ ਧਨ ਹੈ ਜਿਨ੍ਹਾਂ ਦੇ ਮੁਖ ਵਿੱਚ ਰਾਮ ਹੈ ਮੁਖ ਵਿੱਚ ਹਰੀ ਹੈ ਮੁਖ ਵਿੱਚ ਪਰਮੇਸ਼ਵਰ ਹੈ ਅੰਦਰ ਪਰਮੇਸ਼ਵਰ ਹੈ ਤੇ ਅੰਦਰ ਯੁੱਧ ਵੀ ਹੈ ਅੰਦਰ ਜੇ ਲੋੜ ਪੈ ਜਾਵੇ ਤੇ ਤਿਆਰ ਬਰ ਤਿਆਰ ਹਨ ਖਾਲਸਾ ਤਿਆਰ ਬਰ ਤਿਆਰ ਰਹੇ ਅਫਸੋਸ ਮੈਨੂੰ ਇਸ ਗੱਲ ਦਾ ਹੈ ਕਿ ਮਹਾਰਾਜ ਇਤਨਾ ਲਿਖਣ ਦੇ ਬਾਵਜੂਦ ਵੀ ਇਤਨਾ ਕੁਝ ਕਰਨ ਦੇ ਬਾਵਜੂਦ ਵੀ ਉਸ ਕੌਮ ਵਿੱਚ ਜਾਗਰਤਾ ਨਹੀਂ ਆ ਸਕੀ ਇਤਨੀ ਇਹ ਮੈਨੂੰ ਅਨਫੋਰਚੂਨੇਟਲੀ ਆਈ ਹੈਵ ਟੂ ਸੇ ਦਿਸ ਹੇਅਰ ਕੋਈ ਬਹੁਤ ਵੱਡੇ ਐਗਜ਼ਾਮਪਲ ਨਹੀਂ ਮਿਲਦੇ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਉਸ ਵੇਲੇ ਮਾਸ ਕਨਵਰਜਨਸ ਹੋਈਆਂ ਹਨ ਫਰਮ ਹਿੰਦੂਇਜ਼ਮ ਟੂ ਸਿੱਖੀਜ਼ਮ ਜਿਹੜੀਆਂ ਕਨਵਰਜਨਸ ਉਸ ਵੇਲੇ ਬਹੁਤ ਜ਼ਿਆਦਾ ਹੋਈਆਂ ਹਨ ਮਹਾਰਾਜ ਦੇ ਟਾਈਮ ਕਾਫੀ ਲੋਕ ਜਿਹੜੇ ਕਨਵਰਟ ਹੋ ਕੇ ਜਿਹੜੇ ਜਦੋਂ ਗੁਰੂ ਘਰ ਵਿੱਚ ਆਏ ਜਦੋਂ ਇਹ ਸਾਰੇ ਇਸ ਗੱਲ ਤੋਂ ਉਹਨਾਂ ਨੂੰ ਬੜਾ ਉਤਸ਼ਾਹ ਮਿਲਿਆ ਉਹਨਾਂ ਨੂੰ ਇਸ ਗੱਲ ਤੋਂ ਉਹਨਾਂ ਨੂੰ ਉਤਸ਼ਾਹ ਮਿਲਿਆ ਕਿ ਦੇਖੋ ਸਾਡੇ ਪੁਰਾਣੇ ਵੀ ਲੜਨ ਵਾਲੇ ਸਨ ਸਾਡੇ ਪੁਰਾਣੇ ਜਿਹੜੇ ਸਨ ਸਾਡੇ ਪੂਰਵਜ ਸਾਡੇ ਰਗਾਂ ਵਿੱਚ ਵੀ ਖੂਨ ਕਿਸੇ ਕਾਇਰਾਂ ਦਾ ਖੂਨ ਨਹੀਂ ਹੈ ਸਾਡੇ ਅੰਦਰ ਅਰਜੁਨ ਦਾ ਖੂਨ ਹੈ ਦ੍ਰੋਣ ਦਾ ਖੂਨ ਹੈ ਭੀਸ਼ਮ ਦਾ ਖੂਨ ਹੈ ਇਹ ਮਹਾਰਾਜ ਨੇ ਸਮਝਾਇਆ ਉਹਨਾਂ ਨੂੰ ਕਿ ਕਿਉਂ ਡਰਦੇ ਹੋ ਤੁਸੀਂ ਇਹਨਾਂ ਕੋਲ So, but these translations are available in the Dasam Granth? Dasam Granth ਦਾ ਪਾਠ ਹੈ ਵੀਰ ਜੀ ਦਸਮ ਗ੍ਰੰਥ is a full volume ਹੈ ਸੋ ਦਸਮ ਗ੍ਰੰਥ ਦੇ ਕਿੰਨੇ ਹਿੱਸੇ ਹਨ ਉਹਨਾਂ ਇੱਕ ਹਿੱਸਿਆਂ ਦਾ ਨਾਂ 24 ਅਵਤਾਰ ਹੈ ਹਾਂਜੀ ਸੋ ਬੜੇ ਪਾਠ ਹਨ which I will be talking in depth when I will be devoting an entire Sunday the session to his writings and I'm going to be quoting a few lines here and there to tell you ki jehdi misunderstanding jehdiyan paiyan hoiyan and everything I mean apna hand this is what the belief hai jehdi ਉਹਨਾਂ ਨੇ ਕੀਤੀ ਔਰ ਅਸੀਂ ਉਹਨਾਂ ਨੂੰ ਸਿੱਖ ਕਿਉਂਕਿ ਜੇ ਤੇ ਛੋਟੇ ਦਾਇਰੇ ਵਿੱਚ ਦੇਖੋਗੇ ਤੇ ਉਹਨਾਂ ਨੂੰ ਸਿਰਫ ਸਿੱਖ ਦੇਖੋਗੇ ਫਿਰ ਉਹਨਾਂ ਨੂੰ
ਤੇ ਜੇ ਵੱਡੇ ਦਾਇਰੇ ਵਿੱਚ ਦੇਖੋਗੇ ਤੇ ਫਿਰ ਵੱਡੇ ਦਾਇਰੇ ਵਿੱਚ ਜਦੋਂ ਦੇਖੋਗੇ ਤੇ ਉਹ ਫਿਰ ਪ੍ਰਮਾਤਮਾ ਦੇ ਬੇਟੇ ਬਣ ਕੇ ਆਏ ਸਨ ਨਾ ਵੀਰ ਜੀ, ਅਕਾਲ ਪੁਰਖ ਦੇ ਬੇਟੇ ਬਣ ਕੇ ਆਏ ਸਨ। ਤੇ ਜੇ ਅਕਾਲ ਪੁਰਖ ਦੇ ਬੇਟੇ ਬਣ ਕੇ ਆਏ ਹਨ ਤੇ ਫਿਰ ਉਹ ਕਿਸ ਤਰ੍ਹਾਂ ਵਿਤਕਰਾ ਕਰਦੇ ਇੱਕ ਦੂਸਰੇ ਤੋਂ ਜ਼ਿਆਦਾ, ਉਹ ਕਿਸ ਤਰ੍ਹਾਂ ਦੇਖਦੇ ਕਿਸੇ ਦੂਸਰੇ ਤੋਂ ਹੋਰ। ਇਹ ਉਹਨਾਂ ਦਾ ਬੜਪਨ ਹੈ, ਉਹਨਾਂ ਦਾ ਵੱਡਾਪਨ ਹੈ। ਉਹਨਾਂ ਦਾ ਅਸੀਂ ਜਾਣ ਨਹੀਂ ਸਕੇ ਆਪਣੇ ਗੁਰੂ ਨੂੰ, ਉਸ ਰੂਪ ਨੂੰ ਨਹੀਂ ਦੇਖ ਸਕੇ। ਅਸੀਂ ਉਸ ਰੂਪ ਨੂੰ ਦੇਖਦੇ ਤੇ ਉਹਨਾਂ ਦੇ ਆਪਣੇ ਪੜਦਾਦਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਦੇ ਤੇ ਉਹਨਾਂ ਤੋਂ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਕਿਤਨਾ ਵੱਡਾ ਦਿਲ, ਕਿਤਨਾ ਵੱਡਾ ਬਿਗ ਹਾਰਟਡ ਸਨ ਸਾਰੇ। ਸੋ ਨਹੀਂ ਦੇਖ ਸਕੇ ਉਸ ਰੂਪ ਨੂੰ ਅਸੀਂ। ਇਹ ਬਹੁਤ ਅਨਫੋਰਚੂਨੇਟ ਹੈ ਸਾਡੀ ਲਾਈਫ ਵਿੱਚ ਕਿ ਇਹਨਾਂ ਚੀਜ਼ਾਂ ਦੇ ਉੱਤੇ ਫੋਕਸ ਗੁਰਦੁਆਰਿਆਂ 'ਚ ਨਹੀਂ ਹੁੰਦਾ ਅੱਜ ਕੱਲ। Anybody else has any questions though before I move forward? I'm going to be talking of the Pangani di battle now for the next half. ਹਾਂਜੀ ਮੈਂ ਬੋਲ ਸਕਦਾ? ਹਾਂਜੀ ਬਿਲਕੁਲ ਵੀਰ ਜੀ। ਕੁਐਸਚਨ ਨਹੀਂ ਹੈ, ਕਮੈਂਟਸ ਹੀ ਹੈ ਕਿ 24 ਅਵਤਾਰ ਬਾਰੇ ਜੋ ਤੁਸੀਂ ਦੱਸਿਆ ਮੈਂ ਕਦੇ ਕਿਸੇ ਕਿਤਾਬ 'ਚ ਨਹੀਂ ਪੜ੍ਹਿਆ, ਸੋ ਥੈਂਕ ਯੂ ਵੈਰੀ ਮਚ। ਹਾਂਜੀ, ਮੈਂ ਤੁਹਾਨੂੰ ਕਿਤਾਬਾਂ ਦੇ ਨਾਮ ਦੱਸ ਸਕਦਾ ਵੀਰ ਜੀ। I can tell you। ਇਸ ਤਰ੍ਹਾਂ ਨਹੀਂ ਦੱਸਿਆ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ। ਹਾਂਜੀ, ਉਹਨਾਂ ਵਿੱਚ ਉਤਸ਼ਾਹ ਇਹ ਵੀ ਮੇਰੀ ਸੋਚ ਨਹੀਂ ਹੈ ਵੀਰ ਜੀ, ਮੈਂ ਕੋਈ ਕ੍ਰੈਡਿਟ ਨਹੀਂ ਲੈਂਦਾ ਇਸ ਗੱਲ ਦਾ, ਜ਼ਰਾ ਵੀ, ਕੋਈ ਜ਼ੀਰੋ ਰੱਤੀ ਭਰ ਦਾ ਕ੍ਰੈਡਿਟ ਨਹੀਂ ਹੈ ਮੇਰਾ, ਮੇਰੀ ਆਪਣੀ ਸੋਚ ਨਹੀਂ ਹੈ ਵੀਰ ਜੀ। ਇਹਨਾਂ ਨੇ ਲਿਖਿਆ ਇਹ ਵੱਡਿਆਂ ਕੋਲੋਂ ਸੁਣ ਕੇ ਤੁਹਾਨੂੰ ਸੁਣਾਇਆ ਹੈ, ਵੱਡਿਆਂ ਕੋਲੋਂ ਪੜ੍ਹ ਕੇ ਤੁਹਾਨੂੰ ਸੁਣਾਇਆ ਹੈ, ਮੇਰੀ ਆਪਣੀ ਸੋਚ ਨਹੀਂ। ਇਤਨਾ ਦਿਮਾਗ ਪਰਮਾਤਮਾ ਨੇ ਦਿੱਤਾ ਨਹੀਂ ਕਿ ਮੈਂ ਆਪੇ ਸੋਚ ਸਕਾਂ, ਆਪੇ ਕਰ ਸਕਾਂ ਕੰਮ ਹੈ ਸਾਰਾ। ਇਹ ਜੋ ਸਿੱਖਿਆ ਹੈ ਮੈਂ, ਜੋ ਵੱਡਿਆਂ ਨੂੰ ਪੜ੍ਹਿਆ ਹੈ, ਜੋ ਵੱਡਿਆਂ ਤੋਂ ਪੜ੍ਹਿਆ ਹੈ, ਜੋ ਵੱਡਿਆਂ ਤੋਂ ਸੁਣਿਆ ਹੈ, ਉਹ ਤੁਹਾਨੂੰ ਸੁਣਾਇਆ ਮੈਂ। ਆਪਣੇ ਗੁਰੂ ਨੂੰ ਇੱਕ ਛੋਟੇ ਦਾਇਰੇ ਚੋਂ ਦੇਖਣਾ ਬੰਦ ਕਰ ਦਿਓ, ਸਪੈਸ਼ਲੀ ਦਸਮ ਗੁਰੂ ਨੂੰ, ਸਪੈਸ਼ਲੀ ਸਰਬਸਦਾਨੀ ਪਿਤਾ ਨੂੰ। ਇਹਨਾਂ ਨੂੰ ਉਸ ਛੋਟੇ ਦਾਇਰੇ ਵਿੱਚੋਂ ਕੱਢ ਲਵੋ ਤੁਸੀਂ ਅੱਜ ਆਪਣੇ ਦਿਮਾਗ ਚੋਂ। ਇਹ ਸਿਰਫ ਤੁਹਾਡੇ ਗੁਰੂ ਨਹੀਂ ਹਨ, ਇਹ ਮਾਨਵਤਾ ਦੇ ਗੁਰੂ ਹਨ। ਸਿਰਫ ਤੁਹਾਡੀ ਕਾਇਰਤਾ ਦੂਰ ਕਰਨ ਨਹੀਂ ਆਏ ਸਨ, ਇਹ ਚਾਹੁੰਦੇ ਸਨ ਸਾਰੀ ਦੁਨੀਆ ਦੀ ਕਾਇਰਤਾ ਦੂਰ ਹੋਵੇ। ਇਸੀ ਵਾਸਤੇ ਉਹਨਾਂ ਨੇ ਵਿਤਕਰੇ ਕਦੀ ਨਹੀਂ ਕੀਤੇ ਕਿਸੇ ਨਾਲ, ਨਾ ਪੀਰ ਬੁੱਧੂ ਸ਼ਾਹ ਵਰਗੇ ਨੇ ਕੀਤੇ, ਅੱਗੇ ਜਾ ਕੇ ਵੀ ਉਹਨਾਂ ਦੀ ਮੁਸਲਮਾਨਾਂ ਨਾਲ ਵੀ ਰਹੇ, ਕਿਤਨਾ ਟਾਈਮ ਬਿਤਾਇਆ ਹੈ ਬਹਾਦਰ ਸ਼ਾਹ ਨਾਲ। ਠੀਕ ਹੈ, ਬਾਅਦ ਵਿੱਚ ਨਹੀਂ ਗੱਲ ਨਹੀਂ ਬਣੀ ਤਾਂ ਉਹਨਾਂ ਨੇ ਦੁਸ਼ਮਣੀ, ਉਹਨਾਂ ਦੀ ਹੈਲਪ ਹੀ ਕੀਤੀ ਨਾ ਉਹਨਾਂ ਦੀ ਨਾਲ। ਉਹਨਾਂ ਨੇ ਜੇ ਜ਼ਫਰਨਾਮਾ ਲਿਖਿਆ ਤੇ ਉੱਥੇ ਵੀ ਹੈ, ਤੇ ਮੈਂ ਹੈਰਾਨ ਰਹਿ ਜਾਂਦਾ ਕਈ ਵਾਰੀ ਲੋਕ ਪੜ੍ਹਦੇ ਨਹੀਂ ਹਨ। ਵਿਚਿੱਤਰ ਨਾਟਕ ਵਿੱਚ ਆਪਣੇ ਸੋ ਕਾਲਡ ਐਨੀਮੀਜ਼ ਜਿਹੜੇ ਹਨ, ਜਿਨ੍ਹਾਂ ਨਾਲ ਜੰਗ ਹੁੰਦੀ ਹੈ, ਉਹਨਾਂ ਦੀ ਵੀ ਸਿਫਤ ਕਰਦੇ, ਹਰੀਚੰਦ ਦੀ ਵੀ ਸਿਫਤ ਕਰਨਗੇ। ਹੁਸੈਨੀ ਦੀ ਜੰਗ ਵਿੱਚ ਹੁਸੈਨ ਖਾਨ ਦੀ ਸਿਫਤ ਕੀਤੀ ਉਹਨਾਂ ਨੇ। ਇਹ ਇੱਕ ਉਸ ਦਾਇਰੇ ਵਿੱਚ ਉਸ ਗੁਰੂ ਨੂੰ ਨਾ ਦੇਖੋ ਤੁਸੀਂ। ਜਦੋਂ ਦੇਖੋਗੇ ਤੇ ਨਹੀਂ ਠੀਕ ਸਮਝ ਪਾਓਗੇ, ਜਦੋਂ ਦੇਖੋਗੇ ਉਸ ਤਰ੍ਹਾਂ ਤੇ ਆਪਣੇ ਗੁਰੂ ਨੂੰ ਛੋਟਾ ਕਰ ਦਿਓਗੇ ਤੁਸੀਂ। ਇਹ 3 ਸਾਲ ਦੀ ਜਿਹੜੀ ਜੱਦੋ ਜਹਦ ਉਹਨਾਂ ਦੀ ਸੀ, ਇਹ ਪ੍ਰਮਾਤਮਾ ਨੇ 3 ਸਾਲ ਉਹਨਾਂ ਨੂੰ ਪੌਂਟਾ ਬਖਸ਼ੇ ਉਹਨਾਂ ਨੂੰ। Veer ji, sorry, I did have a question. Sorry, Veer ji. Please go ahead. If there's an opportunity. No, absolutely, Veer ji. Go ahead and ये बड़ा बहुत सोहना ख्याल है जी कि, और ख्याल नहीं है ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸਦੇ ਪਏ ਹੋ, this is how it seems to be, that was the intent of being the messenger, of being, ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਕਿ ਸਾਰਿਆਂ ਵਾਸਤੇ ਹੈ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ ਹੈ। ਇਹ ਜਿਹੜੀ ਸੋਚ ਹੈਗੀ ਹੈ ਕਿ the translations were done to ਕਿ ਉਹਨਾਂ ਦੇ ਨਾਲ ਜਿਹੜੀ ਸੁੱਤੀ ਜਿਹੜੀ ਹਿੰਦੂ ਕੌਮ ਹੈਗੀ ਉਸ ਵੇਲੇ ਦੀ, ਉਹਨੂੰ ਇੱਕ ਮਿਲੇ, ਇੱਕ ਡਾਇਰੈਕਸ਼ਨ ਮਿਲੇ, ਇੱਕ ਅਹਿਸਾਸ ਮਿਲੇ। ਇਹ ਜਿਹੜੀ ਥਾਟ ਹੈਗੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ, ਦਿਸ ਇਜ਼ ਨਾਟ ਯੋਰ ਥਾਟ, ਬਟ ਇਹ we are imputing a reason to Guru Sahib that this was his intent. So ਇਹ ਜਿਹੜੀ ਸੋਚ ਹੈ ਕਿ this was his intent, ਇਹ ਕਿੱਥੋਂ ਸਾਨੂੰ ਪਤਾ ਲੱਗਦਾ ਕਿ this was his intent? It seems like ਉਹਨਾਂ ਦੀਆਂ ਰਚਨਾਵਾਂ ਤੋਂ ਵੀਰ ਜੀ, ਉਹਨਾਂ ਦੀ ਲਿਖਤਾਂ ਤੋਂ ਪਤਾ ਲੱਗਦਾ। ਸਭ ਤੋਂ ਵੱਡਾ ਪ੍ਰੂਫ ਤੇ ਉਹ ਹੈ। ਸਾਡੀ ਪ੍ਰੋਬਲਮ ਹੈ ਅਸੀਂ ਕਦੀ ਪੜ੍ਹਿਆ ਹੀ ਨਹੀਂ, right? ਅਸੀਂ ਸਿਰਫ ਗੱਲਾਂ ਕੀਤੀਆਂ ਖਾਲੀ।
ਸਾਡੇ ਵਿੱਚ ਪ੍ਰੋਬਲਮ ਹੈ, ਅਸੀਂ ਸਿਰਫ ਹੀਅਰ ਸੇ ਆ ਸਾਰੇ। ਉਹਨੇ ਫਲਾਣੇ ਨੇ ਕਿਹਾ, ਉਹ ਠੀਕ ਹੈ ਜੀ, ਉਹ ਢਿੰਗਾਣੇ ਨੇ ਕਿਹਾ, ਹਾਂਜੀ ਆਪ ਕਦੀ ਨਹੀਂ ਚੁੱਕ ਕੇ ਕਿਤਾਬ ਪੜ੍ਹੀ ਅਸੀਂ, ਉਹ ਕਿਸੇ ਕੋਸ਼ਿਸ਼ ਕੀਤੀ ਨਹੀਂ ਨਾ ਕਿਸੇ ਨੇ ਇੱਥੇ, ਬਿਕਾਜ਼ ਵੀ ਆਰ ਲੇਜ਼ੀ ਪੀਪਲ ਐਜ਼ ਅ ਜਨਰਲ ਰੂਲ, ਅਸੀਂ ਨਹੀਂ ਪੜ੍ਹਨਾ ਚਾਹੁੰਦੇ, ਅਸੀਂ ਸਿਰਫ ਹੀਅਰ ਸੇ ਤੇ ਆ, ਅਸੀਂ ਖਾਲੀ ਫਲਾਣੇ ਨੇ ਕਹਿਤਾ ਹਾਂਜੀ ਮੰਨ ਗਏ ਜੀ, ਉਹ ਢਿੰਗਾਣੇ ਨੇ ਕਹਿਤਾ ਹਾਂਜੀ ਉਹ ਠੀਕ ਹੋਣੀ ਜੀ ਗੱਲ, ਖੁਦ ਕਦੀ ਚੁੱਕੀ ਨਹੀਂ ਕਿਤਾਬ। ਜੇ ਖੁਦ ਨਾ ਪੜ੍ਹੀ ਹੋਵੇ, ਇਤਿਹਾਸ ਨਾ ਪੜ੍ਹਿਆ ਹੋਵੇ, ਤੇ ਫਿਰ ਕਿੰਝ ਗੱਲ ਪੜੀ ਬੜੇ ਕਿਸ ਤਰ੍ਹਾਂ ਗੱਲ ਬਣੇਗੀ। ਤੇ ਇਸ ਵਾਸਤੇ instead of depending on authors where I learned it from, like ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਜਾਂ ਪਿਆਰਾ ਸਿੰਘ ਪਦਮ ਹੋਰੀ, ਜਿੱਥੋਂ ਮੈਂ ਸਿੱਖਿਆ ਹੈ, ਜਿੱਥੋਂ ਸੂਰ ਪ੍ਰਕਾਸ਼ ਤੋਂ, ਮੈਂ ਉਹਨਾਂ ਦੀ ਲਿਖਤਾਂ ਤੋਂ ਤੁਹਾਨੂੰ ਸੁਣਾਵਾਂਗਾ, ਉਹਨਾਂ ਦੀ ਆਪਣੀਆਂ ਲਿਖਤਾਂ ਤੋਂ ਤੁਹਾਨੂੰ ਪ੍ਰੂਵ ਹੋਏਗੀ ਗੱਲ ਵੀ ਕਿਉਂ ਕੀ ਲਿਖਿਆ ਉਹਨਾਂ ਨੇ ਸਾਰਾ। ਹਾਂਜੀ, ਉਹ ਵਿਤਕਰੇ ਵਾਲੇ ਨਹੀਂ ਸਨ ਵੀਰ ਜੀ। ਬਸ ਇਹ ਗੱਲ ਸਾਨੂੰ ਇਹ ਗੱਲ ਇਸ਼ੂ ਜਿਹੜੀ ਹੈ ਕਿ ਇਹ ਗੱਲ ਕੋਈ ਕਰਦਾ ਨਹੀਂ, ਬਿਕਾਜ਼ ਕੋਈ ਪੜ੍ਹਦਾ ਨਹੀਂ ਇਸ ਬਾਰੇ, ਕੋਈ ਗੱਲ ਦੇ ਬਾਰੇ ਫੋਕਸ ਨਹੀਂ ਕਰਦਾ ਜ਼ਿਆਦਾ। ਬਟ ਬੜੇ ਆਥਰਸ ਹਨ ਵੀਰ ਜੀ ਜਿਨ੍ਹਾਂ ਨੇ ਇਸ ਬਾਰੇ ਡਿਸਕਸ਼ਨ ਕੀਤੀ ਹੈ, ਬੜੇ ਆਥਰ, ਬੜੀ ਲੰਬੀ ਲਿਸਟ ਤੁਸੀਂ ਪੜ੍ਹਨਾ ਲੇਕਿਨ ਸਭ ਤੋਂ ਵੱਡੀ ਪ੍ਰੂਫ ਜਿਹੜਾ ਉਹਨਾਂ ਦੀ ਆਪਣੀਆਂ ਰਾਈਟਿੰਗਸ ਤੋਂ ਹੈ, which I will bring it in and I will quote it from there for you. I will give you the page number. If you want, I can even take a picture from there just to make sure that Sundar's not making this up. I'm not making this up. Trust me. This is true what I'm telling you, what I have read. Anyway, any other questions though on this one though, or ਜਿਹੜੇ 3 ਸਾਲ ਜਿਹੜੇ about 3 years ਉਹਨਾਂ ਨੂੰ ਮਿਲੇ, 3 ਸਾਲਾਂ ਵਿੱਚ ਉਹਨਾਂ ਨੇ ਸਿਰਫ ਪਹਿਲੇ ਅਕਾਲ ਉਸਤਤ ਦੀ ਬਾਣੀ ਹੈ ਜਿਹੜੀ ਉੱਥੇ ਰਚੀ ਗਈ, ਜਾਪ ਸਾਹਿਬ ਦੀ ਬਾਣੀ ਦੀ ਵੀ ਉੱਥੇ ਰਚਨਾ ਹੋਈ ਹੈ। ਅਕਾਲ ਉਸਤਤ ਦੀ ਬਾਣੀ ਜਿਹਦੇ ਵਿੱਚ ਕੀ ਪਰਮੇਸ਼ਰ ਦੇ ਆਰਾਧਨਾ, ਉਸ ਇੱਕ ਅਕਾਲ ਬਾਰੇ, ਔਰ ਉੱਥੇ ਵੀ ਮੈਂ ਤੁਹਾਨੂੰ ਇੱਕ ਵਾਰਨ ਕਰ ਦਿਆਂ, ਕਈਆਂ ਨੂੰ ਉਸ ਬਾਣੀ ਨਾਲ ਵੀ ਇਸ਼ੂ ਆਣਗੇ, ਕਿਉਂਕਿ ਉਸ ਬਾਣੀ ਵਿੱਚ ਉਹਨਾਂ ਨੇ ਇੱਕ ਪ੍ਰਮਾਤਮਾ ਨੂੰ ਹਰ ਇੱਕ ਦੇ ਰੂਪ ਵਿੱਚ ਦੇਖਿਆ ਹੈ। ਕਈ ਜਗ੍ਹਾ ਤੇ ਇੱਥੇ ਤੱਕ ਲਿਖਿਆ ਹੋਇਆ ਹੈ ਕਿ ਭਿਖਾਰੀ ਵੀ ਤੂੰ ਹੀ ਹੈ, ਰਾਜਾ ਵੀ ਤੂੰ ਹੀ ਹੈ, ਕੰਪਲੇਨ ਕਰਨ ਵਾਲਾ ਵੀ ਤੂੰ ਹੈ, ਲੜਨ ਵਾਲਾ ਵੀ ਤੂੰ ਹੈ, ਤੂੰ ਹੀ ਹੈ, ਤੂੰ ਹਰ ਜਗ੍ਹਾ ਤੂੰ ਹੈ। ਤੇ ਉੱਥੇ ਕਈ ਜਗ੍ਹਾ ਡਿਸਕ੍ਰਿਪਸ਼ਨ ਆਏ ਇਨ ਜਗ੍ਹਾ ਦੀਆਂ, ਫॉर एग्जांपल ਜਲੇ ਹਰੀ ਥਲੇ ਹਰੀ, ਉਹ ਆਇਆ ਵੀ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਉੱਥੇ ਵੀ ਹੈ, ਇੱਥੇ ਵੀ ਹੈ, ਹਰ ਜਗ੍ਹਾ ਹੈ। ਫਿਰ ਅੱਗੇ ਜਾ ਕੇ ਮਹਾਰਾਜ ਜਦੋਂ ਕਿਸੇ ਹੋਰ ਵਿਸਮਾਦ ਵਿੱਚ ਚਲੇ ਗਏ ਤੇ ਉੱਥੇ ਫਿਰ ਅੱਗੇ ਜਾ ਕੇ ਇੱਕ ਵਰਡ ਆਇਆ ਹੈ ਖਾਲੀ। ਪਹਿਲੇ ਲਿਖਦੇ ਹਨ ਜਲ ਵਿੱਚ ਤੂੰ ਹੈ, ਫਿਰ ਕਹਿੰਦੇ ਜਲ ਹੀ ਤੂੰ ਹੈ, ਥਲ ਵੀ ਤੂੰ ਹੀ ਹੈ, ਸੂਰਜ ਵੀ ਤੂੰ ਹੀ ਹੈ, ਚੰਦਰਮਾ ਵੀ ਤੂੰ ਹੀ ਹੈ, ਤੂੰ ਹੀ ਹੈ ਹਰ ਜਗ੍ਹਾ। ਸੂਰ ਪ੍ਰਕਾਸ਼ ਦੀ ਕਥਾ ਆਂਦੀ ਹੈ, ਮਹਾਰਾਜ ਜਦੋਂ ਲਿਖਦੇ ਹਨ ਨਾਲ ਪੌਂਟਾ ਜਦੋਂ ਆਉਂਦੇ ਹਨ, ਭਾਈ ਮਣੀ ਸਿੰਘ ਨਾਲ ਹਨ, ਇੱਥੇ ਆਉਂਦੇ ਹਨ ਚਲੇ ਜਾਂਦੇ ਹਨ, ਆਉਂਦੇ ਹਨ ਚਲੇ ਜਾਂਦੇ ਹਨ, ਗ੍ਰੰਥ ਲਿਖਾਉਂਦੇ ਹਨ, ਨਾਲ ਹੈਲਪ ਕਰਦੇ ਹਨ ਮਹਾਰਾਜ ਦੀ। ਤੇ ਕਈ ਵਾਰੀ ਲਿਖਦੇ ਹੋਏ ਇੱਕ ਜਗ੍ਹਾ ਅਕਾਲ ਉਸ ਵਿੱਚ ਇੱਕ ਜਗ੍ਹਾ ਵਰਡ ਤੂੰ ਹੀ ਆਇਆ ਹੈ। ਮੈਂ ਕਈ ਵਾਰੀ ਡਿਸਕਸ ਕਰਦਾ ਹੁੰਦਾ ਕਿ ਪਤਾ ਨਹੀਂ ਅੱਖਾਂ ਬੰਦ ਕਰਕੇ ਕਈਆਂ ਨੇ 24 ਲੱਖ ਲਿਖਿਆ ਹੈ, ਲਾਈਕ ਮਿਲੀਅਨਸ ਆਫ ਟਾਈਮ 24 ਤੂੰ ਹੀ ਲਿਖ ਦਿੱਤਾ ਉਹਨਾਂ ਨੇ। ਤੇ ਉੱਥੇ ਅੱਖਾਂ ਖੋਲੀਆਂ ਤੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਤੁਸੀਂ ਇਤਨੀ ਵਾਰੀ ਲਿਖਿਆ ਹੈ। ਮਹਾਰਾਜ ਕਹਿਣ ਲੱਗੇ ਕਿ ਇਹ ਕਲਯੁਗੀ ਜੀਵ ਹਨ, ਇਹਨਾਂ ਕੋਲ ਇਤਨੀ ਵਾਰੀ ਜਪਿਆ ਨਹੀਂ ਜਾਣਾ। ਤੁਸੀਂ ਉਹ 24 ਟਾਈਮਸ ਇਫ ਆਈ ਐਮ ਨਾਟ ਰੋਂਗ ਇਜ਼ ਰਿਟਨ ਜਿਹੜੇ ਅਕਾਲ ਉਸਤਤ ਵਿੱਚ ਲਿਖਿਆ ਹੋਇਆ ਹੈ, ਜਿਹੜੀ ਬਾਣੀ ਵਿੱਚ ਜਿਹੜਾ ਹੁਣ। ਸੋ ਪਹਿਲੇ ਉਹਦੀ ਰਚਨਾ ਕੀਤੀ ਉਹਨਾਂ ਨੇ, ਉਸ ਪ੍ਰਮਾਤਮਾ ਦੀ ਆਰਾਧਨਾ ਨੂੰ ਸਿਖਾਇਆ, ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਹਨ ਇਹਨਾਂ ਦਣੀਆਂ ਬਾਕੀ ਜਿਹੜੀਆਂ ਪੁਸਤਕਾਂ ਲਿਖੀਆਂ ਉਹਨਾਂ ਨੇ, ਚੰਡੀ ਕੀ ਵਾਰ ਹੈ, ਚੰਡੀ ਚਰਿਤਰ ਹੈ, ਤੇ ਭਗਵਤੀ ਕੀ ਵਾਰ ਹੈ, ਤੇ ਅਰਦਾਸ ਜਿਹੜੀ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਵੀ ਦਸਮ ਪਿਤਾ ਦੀ ਦੇਣ ਹੈ, ਭਗਵਤੀ ਕੀ ਵਾਰ ਵਿੱਚੋਂ ਹੈ ਇਹ ਵੀ। ਪ੍ਰਥਮ ਭਗਵਤੀ ਸਿਮਰ ਕੇ, ਤੇ ਭਗਵਤੀ ਨੇ ਕਿਉਂ ਸਿਮਰਿਆ? ਕਿਉਂਕਿ ਸ਼ਸਤਰ ਉਹਨਾਂ ਦੇ ਸ਼ਸਤਰ ਉਹਨਾਂ ਦੇ ਪੀਰ ਸਨ, ਉਹਨਾਂ ਦੇ ਉਹ ਸ਼ਸਤਰ ਪੀਰ ਰਹੇ ਬੜੀ ਦੇਰ ਤੱਕ, ਹੁਣ ਵੀ ਹੈ। ਇੱਕ ਗੱਲ ਦਾ ਹੋਰ ਚੇਤਾ ਰਵੇ, ਮੈਂ ਪਹਿਲੀ ਵਾਰੀ ਕਲਾਸ ਦੱਸ ਆਇਆ ਸੀ ਤੁਹਾਨੂੰ, 1700s ਵਿੱਚ, ਮਿਡ 1700 ਵਿੱਚ, ਜਦੋਂ ਸਿਕਸ ਵੇਰ ਹੰਟਡ ਲਾਈਕ ਐਨੀਮਲ, ਜਦੋਂ ਅਸੀਂ ਘਰ-ਬਾਰ ਛੋੜ ਆਏ ਆਪਣੇ ਐਂਡ ਐਵਰੀਥਿੰਗ, ਜਦੋਂ ਵਹੀਰਾਂ ਵਿੱਚ ਰਹਿਣਾ ਸ਼ੁਰੂ ਕੀਤਾ, ਉਸ ਵੇਲੇ ਵੀ ਜਦੋਂ ਵਹੀਰਾਂ ਵਿੱਚ ਹੀ ਰਹਿਣਾ ਸ਼ੁਰੂ ਕੀਤਾ, ਜਦੋਂ ਘਰ-ਬਾਰ ਅਸੀਂ ਛੋੜ ਆਏ, ਤੇ ਜਿਹੜੇ ਗੁਰਦੁਆਰੇ ਜਿਹੜੇ ਸਨ, ਹਰ ਇਤਨੀਆਂ ਬੀੜਾਂ ਪ੍ਰਕਾਸ਼ਿਤ ਨਹੀਂ ਸਨ, ਇਤਨੀਆਂ ਦਮਦਮੀ ਬੀੜਾਂ ਦੀ ਕਾਪੀ ਨਹੀਂ ਹੋਈ ਸੀ। ਹਾਰਡਲੀ there were 10 or 15 ਕਾਪੀਜ਼ ਹਨ 1730s ਤੱਕ ਵੀ, ਮੇਬੀ 30 ਜਾਂ 32 ਜਾਂ 25 ਕਾਪੀਜ਼ ਹੋਣੀਆਂ ਬੀੜਾਂ ਦੀਆਂ। ਤੇ ਗੁਰਦੁਆਰੇ ਤੇ ਬਹੁਤ ਸਨ ਪੰਜਾਬ ਵਿੱਚ,
ਤੇ ਉੱਥੇ ਹਰ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ ਸੀ ਨਾ ਉੱਥੇ, ਮੈਂ ਪਹਿਲੇ ਵੀ ਕਿਹਾ ਹੋਇਆ ਇਸ ਬਾਰੇ ਬੜੀ ਵਾਰੀ। ਤੇ ਉੱਥੇ ਕੀ ਰੱਖਦੇ ਸੀ ਅਸੀਂ? ਸ਼ਸਤਰ ਰੱਖਦੇ ਸੀ ਨਾ ਅਸੀਂ, ਮਹਾਰਾਜ ਦੇ ਸ਼ਸਤਰ ਉੱਤੇ ਹੁੰਦੇ ਸਨ, ਤੇ ਸ਼ਸਤਰਾਂ ਨੂੰ ਪ੍ਰਣਾਮ ਕੀਤਾ ਜਾਂਦਾ, ਸ਼ਸਤਰਾਂ ਨੂੰ ਮੱਥਾ ਟੇਕਿਆ ਜਾਂਦਾ ਸੀ, ਕਿਉਂਕਿ ਪੀਰ ਮੰਨੇ ਹਨ ਸ਼ਸਤਰਾਂ ਨੂੰ ਉਹਨਾਂ ਨੇ ਕਿਹਾ ਸਾਡੇ ਪੀਰ ਹੈ। ਤੇ ਅਨੰਦਪੁਰ ਸਾਹਿਬ ਵਿੱਚ ਜਦੋਂ ਕਿਰਪਾਲ ਦਾਸ ਦਾ ਸਾਖੀ ਜਦੋਂ ਆਏਗੀ ਮੈਂ ਸੁਣਾਵਾਂਗਾ ਤੁਹਾਨੂੰ, ਜਦੋਂ ਪੰਡਿਤ ਕਾਸ਼ੀ ਤੋਂ ਆ ਕੇ ਕਹਿਣ ਲੱਗਾ ਦੇਵੀ ਪ੍ਰਕਟ ਕਰੋ ਮਹਾਰਾਜ ਤਾਂ ਤੁਹਾਡੇ ਯੁੱਧ ਜਿੱਤੋਗੇ, ਉਹ ਵੀ ਸਾਖੀ ਅੱਗੇ ਆਏਗੀ, ਉਹ ਵੀ ਮੈਂ ਤੁਹਾਨੂੰ ਇਨ ਡੈਪਥ ਵਿੱਚ ਸੁਣਾਵਾਂਗਾ। ਉਹਦੇ ਖਾਲੀ ਉੱਥੇ ਦੇਵੀ ਪ੍ਰਕਟ ਦੀ ਉੱਥੇ ਵੀ ਦੇਖ ਲਓ, ਦੇਵੀ ਦੇ ਉੱਤੇ ਉਹਨਾਂ ਤੇ ਇਹ ਤੇ ਨਹੀਂ ਕਿ ਦੇਵੀ ਪ੍ਰਕਟ ਕਰਨੀ ਉਹਨਾਂ ਨੇ, ਤਾਂ ਦੁਰਗਾ ਦੀ ਵਾਰ ਲਿਖੀ, ਤਾਂ ਉਹਨਾਂ ਨੇ ਚੰਡੀ ਕੀ ਵਾਰ ਲਿਖੀ ਉਹਨਾਂ ਨੇ, ਉਹ ਤਾਂ ਉਹਨਾਂ ਨੂੰ ਵੀਰਸ ਪੈਦਾ ਕਰਨ ਵਾਸਤੇ ਲਿਖੀ ਉਹਨਾਂ ਦੇ ਅੰਦਰ, ਤੁਸੀਂ ਤੁਹਾਡੇ ਅੰਦਰ ਵੀਰਸ ਪੈਦਾ ਹੋਵੇ। ਦੇਖੋ ਕਿਤਨੀ ਬਹਾਦਰ ਨਾਲ ਲੜੀ ਹੈ, ਸ਼ਕਤੀ ਦਾ ਰੂਪ ਸੀ ਉਹ। ਤੇ ਉੱਥੇ ਤੇ ਨੇ ਜੇ ਉੱਥੇ ਦੇ ਯੱਗੇ ਤੇ ਨਹੀਂ ਕਰਾਏ ਦੇਵੀ ਨੂੰ ਪ੍ਰਕਟ ਕਰਨ ਵਾਸਤੇ, ਉਹ ਬਾਅਦ ਸਾਖੀ ਆਏਗੀ, that is still about 15 years away from where we are right now. Anyway, if nobody has any questions on this issue, I'd like to move forward. मैं आज भंगाणी ਦਾ ਯੁੱਧ ਕਵਰ ਕਰਨਾ ਚਾਹਨਾ। I would like to end the Paonta Sahib ਦੀ stay ਉਹਨਾਂ ਦੀ ਅੱਜ। I'll wait for a second to 5 seconds or so and see if anybody has any other questions. ਵੀਰ ਜੀ, is there any mention of ਜਦੋਂ ਗੁਰੂ ਸਾਹਿਬ ਧਿਆਨ ਕਰਦੇ ਸਨ, ਜਦੋਂ ਗੁਰੂ ਸਾਹਿਬ obviously ਧਿਆਨ ਵਿੱਚ ਹੀ ਸਨ ਹਰ ਵੇਲੇ ਇਹਦੇ 'ਚ, ਪਰ I mean, was there a difference in how he would actually ਜਿਵੇਂ ਨਾਮ ਜਪਨਾ, ਜਾਂ is there any kind of mention of that in any shape, way or form ਕਿ ਉਹ ਜਦੋਂ ਅੰਤਰ ਧਿਆਨ ਜਾਂ ਹਾਂ ਉਹ ਅੰਦਰ ਮੈਨੇ ਕਿਹਾ ਅਕਾਲ ਦੀ ਪੂਜਾ ਕਰਦੇ ਸਨ ਵੀਰ ਜੀ, ਉਹਨਾਂ ਨੇ ਤੇ ਪੂਜਾ ਅਕਾਲ ਦੀ ਸਿਖਾਈ ਹੈ ਉਹਨਾਂ ਦੀ। ਠੀਕ ਹੈ, ਉਹਨਾਂ ਨੇ ਪੂਜਾ ਤੇ ਅਕਾਲ ਦੀ ਸਿਖਾਈ ਹੈ। ਜਾਪ ਸਾਹਿਬ ਦੀ ਬਾਣੀ ਵਿੱਚ ਤੇ ਇਤਨੀ ਕਲੈਰਿਟੀ ਹੈ ਉਹਦੇ ਉੱਤੇ ਕਿ ਹੋਰ ਮੈਨੇ ਕਿ there is nothing left for me to say। ਜਾਪ ਸਾਹਿਬ ਦੀ ਬਾਣੀ ਚ ਉਹਨਾਂ ਨੇ ਆਪੇ ਬੜਾ ਕਲੀਅਰ ਕੀਤਾ ਇਸ ਗੱਲ ਨੂੰ। ਤੇ ਅਗਰ ਉੱਥੋਂ ਕਲੈਰਿਟੀ ਨਹੀਂ ਮਿਲਦੀ ਤੇ ਫਿਰ ਅਕਾਲ ਉਸਤਤ ਦੀ ਬਾਣੀ ਚੋਂ ਕਲੈਰਿਟੀ ਤੁਹਾਨੂੰ ਉੱਥੋਂ ਤੇ ਪੱਕੀ ਕਲੈਰਿਟੀ ਮਿਲ ਜਾਂਦੀ ਹੈ ਕਿ ਉਹਨਾਂ ਨੇ ਇੱਕ ਅਕਾਲ ਦੀ ਪੂਜਾ ਸਿਖਾਈ ਹੈ। ਉਹ ਅਕਾਲ ਜਿਹੜੇ ਕਿਸੇ ਧਰਮ ਨਾਲ ਸੰਬੰਧਿਤ ਨਹੀਂ, ਉਹ ਅਕਾਲ ਜਿਹੜਾ ਨਾ ਮੁਸਲਮਾਨ ਹੈ ਤੇ ਨਾ ਸਿੱਖ ਹੈ ਤੇ ਨਾ ਹਿੰਦੂ ਹੈ, ਉਸ ਅਕਾਲ ਦੀ ਪੂਜਾ, ਉਸ ਅਕਾਲ ਦੇ ਲੜ ਜੋੜਿਆ ਹੈ ਸਾਨੂੰ ਗੁਰੂ ਨਾਨਕ ਦੇਵ ਨੇ ਸ਼ੁਰੂ ਤੋਂ ਉਸ ਲੜ ਦੇ ਜੋੜਿਆ ਹੈ। ਦੇਖੋ ਮੈਂ ਹੈਰਾਨ ਰਹਿ ਜਾਂਦਾ ਕਈ ਵਾਰੀ ਲੋਕ ਕਿੰਤੂ ਪਰੰਤੂ ਕਰਦੇ ਹਨ ਇਹਨਾਂ ਤੇ ਗੁਰੂ ਨਾਨਕ ਦੇਵ ਜੀ ਤੇ ਵੀ ਕਿੰਤੂ ਪਰੰਤੂ ਕਰ ਲਓ, ਕਿਉਂਕਿ ਉਹ ਵੀ ਤੇ ਮਸਜਿਦ ਨਮਾਜ਼ ਪੜ੍ਹਨ ਗਏ ਨਾ, ਜਨਮ ਸਾਖੀਆਂ ਤੇ ਲਿਖਿਆ ਹੋਇਆ ਨਾ ਨਮਾਜ਼ ਪੜ੍ਹਨ ਗਏ। ਜਦੋਂ ਸਣ ਆਪ ਉੱਥੇ, ਜਦੋਂ ਲੋਕਾਂ ਨੇ ਕਈਆਂ ਨੇ ਕਿਹਾ ਕਿ ਜੇ ਤੁਸੀਂ ਨਾ ਹਿੰਦੂ ਹੋ ਤੇ ਨਾ ਮੁਸਲਮਾਨ ਹੋ, ਜੇ ਦੋਨਾਂ ਨੂੰ ਇਕੁਅਲ ਸਮਝਦੇ ਹੋ, ਤੇ ਜੇ ਤੁਹਾਡੇ ਦੋਨਾਂ ਵਿੱਚ ਕੋਈ ਨਹੀਂ ਹੈ ਗਲਤ ਤੇ ਫਿਰ ਸਾਡੇ ਨਾਲ ਨਮਾਜ਼ ਪੜ੍ਹਨ ਚਲੋ, ਤੇ ਚਲੇਗੇ ਨਾ ਫਿਰ ਨਮਾਜ਼ ਪੜ੍ਹਨ ਉੱਥੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਮੁਸਲਮਾਨ ਨਹੀਂ ਹਾਂ ਜੀ, ਮੈਂ ਨਹੀਂ ਜਾਂਦਾ ਮਸਜਿਦ ਵਿੱਚ। ਹਾਂ ਇਹ ਹੈ ਕਿ ਉੱਥੇ ਜਦੋਂ ਨਮਾਜ਼ ਉਹ ਪੜ੍ਹਦੇ ਪਏ ਸਨ ਦੋਨੋਂ ਤੇ ਮੁਸਕਰਾ ਪਏ ਤੇ ਫਿਰ ਉਹ ਪ੍ਰੋਬਲਮ ਆ ਗਈ। ਇੱਕ ਦਾ ਜਿਵੇਂ ਸਾਡੇ ਨਾਲ ਹੁੰਦਾ ਹੈ, ਸਵੇਰੇ ਜਪਜੀ ਪੜ੍ਹ ਰਹੇ ਹੁੰਦੇ ਆ ਤਾਂ ਧਿਆਨ ਕਿਧਰੇ ਕਿਸੇ ਦੇ ਖਾਣੇ 'ਚ ਧਿਆਨ ਹੁੰਦਾ ਹੈ, ਕਿਸੇ ਦਾ ਪੈਸੇ 'ਚ ਧਿਆਨ ਹੁੰਦਾ ਹੈ, ਕਿਸੇ ਦਾ ਫਰੈਂਡਸ 'ਚ ਧਿਆਨ ਹੁੰਦਾ ਹੈ, ਕਿਸੇ ਦਾ ਜੌਬ ਵੀ ਧਿਆਨ ਹੁੰਦਾ। ਅਸੀਂ ਵੀ ਉਹੀ ਕਰਦੇ ਹਾਂ। ਤਾਂ ਉਹ ਵਿਚਾਰੇ ਵੀ ਹਿਊਮਨ ਸਨ ਸਾਡੇ ਵਰਗੇ, ਉਹ ਵੀ ਨਮਾਜ਼ ਪੜ੍ਹਨਗੇ ਤੇ ਉਹਦਾ ਕਿਸੇ ਦਾ ਧਿਆਨ ਘੋੜਿਆਂ 'ਚ ਹੈ ਕਿ ਘੋੜੀ ਉਹ ਸੂਈ ਹੈ ਕਿਧਰੇ ਉਹ ਗਿਰ ਨਾ ਜਾਏ ਉਹਦੇ ਵਿੱਚ, ਕਿਸੇ ਦਾ ਧਿਆਨ ਕਿਧਰੇ ਹੋਰ ਵਿੱਚ ਹੈ, ਰਾਜੇ ਦਾ ਧਿਆਨ ਘੋੜਿਆਂ ਵਿੱਚ ਹੈ, ਉਹਦਾ ਧਿਆਨ ਕਿਧਰੇ ਆਪਣੇ ਜਿਹੜੀ ਉਹਨਾਂ ਦੀਆਂ ਪਸ਼ੂ ਵਿੱਚ ਹੈ ਜਿਹੜਾ, ਹਾਂਜੀ ਕਿਧਰੇ ਉਹ ਗਾਈਆਂ ਵਿੱਚ ਧਿਆਨ ਹੈ। ਜਿਸ ਅਸੀਂ ਕਰਦੇ ਹਾਂ ਸਾਡੇ ਨਾਲ ਵੀ ਸੇਮ ਹੈ। ਰਹਿਰਾਸ ਪੜ੍ਹਦੇ ਹਾਂ ਧਿਆਨ ਕਿਧਰੇ ਹੋਰ ਹੁੰਦਾ ਹੈ, ਜਪਜੀ ਪੜ੍ਹਦੇ ਹਾਂ ਧਿਆਨ। ਕਈ ਧੰਨ ਹਨ ਜਿਹੜੇ ਜਦੋਂ ਪਾਠ ਕਰਨ ਦੇ ਟਾਈਮ ਜਿਹਦੇ ਅਕਾਲ ਦੇ ਉੱਤੇ ਧਿਆਨ ਜਾਂਦਾ, ਜਿਨ੍ਹਾਂ ਦਾ ਉਹ ਖੁਸ਼ਕਿਸਮਤ ਹਨ, ਉਹ ਭਾਗਾਂ ਵਾਲੇ ਹਨ ਜਿਹੜੇ ਬਾਣੀ ਪੜ੍ਹਦੇ ਹਨ ਤੇ ਬਾਣੀ ਪੜ੍ਹਦਿਆਂ ਸਾਰ ਵੈਰਾਗ ਵਿੱਚ ਚਲੇ ਜਾਂਦੇ ਹਨ। ਉਹਨਾਂ ਦੇ ਭਾਗ ਉੱਤਮ ਹਨ ਬੜੇ, ਸਭ ਦੇ ਨਹੀਂ ਹੈ। ਹਾਂਜੀ ਵੀਰ ਜੀ ਤੁਸੀਂ ਮਿਊਟਡ ਹੋ ਵੀਰ ਜੀ, ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ, ਤੁਸੀਂ ਮਿਊਟਡ ਹੋ ਵੀਰ ਜੀ। ਹਾਂਜੀ ਤੁਸੀਂ ਰਿਪੀਟ ਕਰੋ ਸਾਰਾ ਕੁਝ, ਮੈਨੂੰ ਕੁਝ ਸਮਝ ਨਹੀਂ। Vijay, this issue is actually of importance because lately जो ना controversy हुई है ते जो ते these granthis have actually issued these these lines. They have not explained why these translations were actually done. I mean, so it actually reflects that they are so ignorant about what the actual reasons were, and this has actually led to more controversy. That's right.
ਔਰ ਐਂਡ ਦ ਰੀਜ਼ਨ ਬਿਹਾਈਂਡ ਦੈਟ ਕਿ ਉਹਨਾਂ ਗ੍ਰੰਥੀਆਂ ਨੇ ਆਪ ਪੜ੍ਹਿਆ ਨਹੀਂ ਹੋਇਆ ਵੀਰ ਜੀ। ਬਸ ਇਹ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਹੈ। ਇਹ ਸਾਰਾ ਇਸ਼ੂ ਆਂਦਾ ਹੈ ਇਗਨੋਰੈਂਸ ਤੋਂ, ਔਰ ਇਗਨੋਰੈਂਸ ਵਿੱਚ ਜਸਟ ਇਮੈਜਿਨ ਤੁਸੀਂ ਡਾਕਟਰ ਹੋ ਨਾ ਆਪ ਜੀ, ਇੰਨੇ ਸਾਲ ਹੋ ਗਏ ਪ੍ਰੈਕਟਿਸ ਕਰਦੇ ਆ, ਤੇ ਮੈਂ ਹੀਅਰ ਸੇ ਡਾਕਟਰ ਬਣ ਸਕਦਾ ਵੀਰ ਜੀ? ਤੁਹਾਡੇ ਕੋਲ 2-4 ਚੀਜ਼ਾਂ ਸਿੱਖ ਲਵਾਂ, 4-5 ਚੀਜ਼ਾਂ ਸ਼ੀਨਾ ਦੀਦੀ ਕੋਲ ਸਿੱਖ ਲਵਾਂ, 2-4 ਚੀਜ਼ਾਂ ਅਨੀਸ਼ਾ ਦੀਦੀ ਉਹਨਾਂ ਕੋਲ ਸਿੱਖ ਲਵਾਂ, 4-5 ਚੀਜ਼ਾਂ ਨਰਿੰਦਰ ਵੀਰ ਜੀ ਬੈਠੇ, ਨਰਿੰਦਰ ਬਤਰਾ ਉਹ ਵੀ ਡਾਕਟਰ, ਉਹਨਾਂ ਕੋਲ ਸਿੱਖ ਲਵਾਂ, ਤੇ ਇਹ 4-5 ਚੀਜ਼ਾਂ ਤੁਹਾਡੇ ਕੋਲ ਸਿੱਖ ਲਵਾਂ ਗੱਲਾਂ 'ਚ, 4-5 ਚੀਜ਼ਾਂ ਅਨੀਸ਼ਾ ਜੀ ਕੋਲ ਸਿੱਖ ਕੇ, 2-4 ਚੀਜ਼ਾਂ ਸ਼ੀਨਾ ਜੀ ਕੋਲ ਸਿੱਖ ਕੇ, ਅਗਲੇ ਦਿਨ ਕਹਿੰਦੇ ਜੀ ਮੈਂ ਡਾਕਟਰ ਹਾਂ ਜੀ, ਮੈਂ ਉਹਨੂੰ ਅੱਖਾਂ ਦਾ ਇਲਾਜ ਆਉਂਦਾ ਹੈ ਹਾਂਜੀ, ਮੈਂ ਹੁਣ ਜੇ ਤੁਹਾਨੂੰ ਬਿਮਾਰੀ ਹੋਏ ਤੇ ਮੈਨੂੰ ਪਤਾ ਹੈ। ਕਿਉਂ? ਕਿਉਂਕਿ 4-5 ਚੀਜ਼ਾਂ ਤੂੰ ਮੈਨੂੰ ਸਮਝਾਈਆਂ ਹੋਈਆਂ ਸਾਰੀਆਂ, ਲੇਕਿਨ ਪੜ੍ਹਿਆ ਨਹੀਂ ਮੈਂ ਕੁਝ। ਮੈਂ ਮੈਡੀਕਲ ਸਕੂਲ ਨਹੀਂ ਗਿਆ ਜੀ, ਮੈਂ ਗ੍ਰੰਥ ਪੜ੍ਹੇ ਨਹੀਂ ਹੋਏ, ਉਹ ਮੈਂ ਮੈਡੀਕਲ ਕਿਤਾਬਾਂ ਨਹੀਂ ਪੜ੍ਹੀਆਂ ਹੋਈਆਂ, ਲੇਕਿਨ ਮੈਂ ਸੁਣਿਆ ਹੋਇਆ ਤੁਹਾਡੇ ਕੋਲ 4-5 ਗੱਲਾਂ ਤੁਹਾਡੇ ਕੋਲ ਸੁਣੀਆਂ, 10-60 ਗੱਲਾਂ ਉਹਨਾਂ ਕੋਲ ਸੁਣੀਆਂ ਹੋਈਆਂ। ਹੋਇਆ ਕਦੀ ਉਂਝ ਵੀਰ ਜੀ? ਕੋਈ ਡਾਕਟਰ ਬਣਿਆ ਉਂਝ ਕਦੀ? ਉਸ ਤਰ੍ਹਾਂ ਹੀ ਕੋਈ ਮੈਂ ਕੀ ਕਵਾਂ ਇਹਦੇ ਉੱਤੇ, anyway, I don't want to spend more time on this one. I would like to move on. I didn't realize it's 9:46, ਮੇਰੇ ਕੋਲ ਅੱਧਾ ਘੰਟਾ ਹੈ, ਤੇ ਮੈਂ ਅੱਧੇ ਘੰਟੇ ਵਿੱਚ ਭੰਗਾਣੀ ਦੀ ਬੈਟਲ ਜਿਹੜੀ I think ਉਹਨਾਂ ਦੀ ਲਾਈਫ ਦੀ ਪਹਿਲੇ ਇਹ ਤੀਸਰੀ ਬੈਟਲ ਸੀ, ਪਰ ਐਕਚੁਅਲੀ ਪਹਿਲੀ ਬੈਟਲ ਸੀ, ਬਿਕਾਜ਼ ਬਾਕੀਆਂ ਦੋਨੋਂ ਵਰ ਵੈਰੀ ਸਮਾਲ ਸਕਰਮਿਸ਼ਸ ਜਿਹੜੀਆਂ ਅਨੰਦਪੁਰ ਸਾਹਿਬ ਹੋਈਆਂ ਹਨ। ਉਸ ਵੇਲੇ ਦੀ ਉਮਰ ਵੀ ਛੋਟੀ ਸੀ, ਬੜੀ 14-15 ਸਾਲ ਦੀ ਸੀ। ਇਸ ਵੇਲੇ ਉਮਰ ਉਹਨਾਂ ਦੀ 20-21 ਸਾਲ ਦੀ ਹੈ। 1688 ਵਿੱਚ ਬੈਟਲ ਹੋਈ ਹੈ, ਸੈਪਟੈਂਬਰ 1688 ਵਿੱਚ। And let me just give a little bit of a background of what was going on. ਔਰੰਗਜ਼ੇਬ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ ਸੀ ਜੋ ਹੋ ਰਿਹਾ ਪੰਜਾਬ ਵਿੱਚ। ਮਹਾਰਾਜ ਬੈਠੇ ਹੋਏ ਹਨ ਪੌਂਟਾ ਵਿੱਚ, ਤੇ ਇਹ ਗੱਲ ਦੀ ਪਹਿਲੇ ਪ੍ਰੂਫ ਨਹੀਂ ਸਨ ਕਿ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਜੰਗਨਾਮਾ ਜਿਹੜੀ ਉਹਨਾਂ ਦੀ ਆਪਣੀਆਂ ਲਿਖਤਾਂ ਵੀ ਹਨ ਔਰੰਗਜ਼ੇਬ ਦੀਆਂ, ਉਹਦੇ ਵਿੱਚ ਉਸ ਟਾਈਮ ਦੀਆਂ ਲਿਖਤਾਂ, ਤੇ ਜੰਗਨਾਮਾ ਵਿੱਚੋਂ ਬੜੀਆਂ ਪੈਰਾਗ੍ਰਾਫ ਹੁਣ ਮਿਲਦੇ ਹਨ ਸਾਨੂੰ, ਜਿਹਦੇ ਨਾਲ ਬੜੀ ਕਲੈਰਿਟੀ ਹੋ ਜਾਂਦੀ ਹੈ ਇਸ ਥਾਟ ਦੀ ਕਿ ਜੰਗਨਾਮਾ ਵਿੱਚ ਉਹਨਾਂ ਨੂੰ ਇੱਕ ਗੱਲ ਬੜੀ ਖਟਕਦੀ ਸੀ ਕਿ ਮਹਾਰਾਜ ਦੇ ਰਹਿਣ ਤੇ। ਫਿਰ ਇੱਕ ਗੱਲ ਹੋਰ ਬੜੀ ਖਟਕਦੀ ਸੀ ਉਹਨੂੰ ਕਿ ਇਹ ਸਿਰਫ ਆਪਣੇ ਸਿੱਖਾਂ ਨੂੰ ਹੀ ਨਹੀਂ ਖਾਲੀ ਕਹਿੰਦੇ ਕਿ ਤੁਸੀਂ ਕਾਇਰ ਨਾ ਬਣੋ, ਤੁਸੀਂ ਇਹਨਾਂ ਨਾਲ ਲੜ ਸਕਦੇ ਹੋ, ਇਹ ਹਿੰਦੂਆਂ ਨੂੰ ਵੀ ਇਨਕਰੇਜ ਕਰਦੇ ਹਨ, ਇਹ ਉਹਨਾਂ ਨੂੰ ਵੀ ਇਨਕਰੇਜ ਕਰ, ਉਹਨਾਂ ਨੂੰ ਵੀ ਵਿਗਾੜਦੇ ਪਏ ਹਨ ਸਾਰਿਆਂ ਨੂੰ। ਇਸ ਗੱਲ ਦਾ ਉਹਨੂੰ ਬੜਾ ਸੀ ਅੰਦਰੋਂ, ਤੇ ਚਾਹੁੰਦਾ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਕਿ ਨਿਪ ਇਟ ਇਨ ਦਾ ਬਡ, ਬੇਸਿਕਲੀ ਉਹਨਾਂ ਨੇ ਕਿਹਾ। ਤੇ ਇਹ ਬੈਟਲ ਦੇ ਰੂਟ ਜਿਹੜੇ ਹਨ ਭੰਗਾਣੀ ਦੇ, ਇੱਥੋਂ ਜਨਮ ਹੁੰਦੇ ਹਨ। ਔਰੰਗਜ਼ੇਬ ਇਹਦਾ ਆਰਕੀਟੈਕਟ ਹੈ ਇਹਦਾ। ਚਾਹੇ ਦੂਸਰੀ ਕਿਤਾਬਾਂ ਜੋ ਮਰਜ਼ੀ ਲਿਖਿਆ ਹੋਵੇ, ਉਹ ਝੂਠ ਲਿਖਿਆ ਜੀ ਉਹ ਭੀਮ ਸੈਨ ਦਾ ਵਿਆਹ ਹੋਣ ਲੱਗਾ ਸੀ ਜੀ ਗੜਵਾਲ ਦੇ ਰਾਜੇ ਫਤਿਹ ਸ਼ਾਹ ਨਾਲ, ਫਤਿਹ ਸ਼ਾਹ ਦੀ ਧੀ ਦਾ ਇਹਦਾ ਹੋਇਆ, ਮਹਾਰਾਜ ਨੇ ਜਾਣ ਨਹੀਂ ਦਿੱਤਾ ਵਿੱਚੋਂ, ਉਹ ਤਾਂ ਬਿਲਕੁਲ ਗਲਤ ਹੈ। ਹੋਏਗੀ ਗੱਲ ਹੋਣੀ ਹੈ ਜ਼ਰੂਰ, ਥੋੜੇ ਬਹੁਤ ਖਾਰ ਤੇ ਹੈ ਹੀ ਸੀ ਹਿੰਦੂ ਰਾਜਿਆਂ ਨਾਲ ਕਿ ਇਹ ਮਹਾਰਾਜ ਆਪਣੇ ਇੱਥੇ ਆ ਕੇ ਸਿਖਾਉਂਦੇ ਪਏ ਸਾਨੂੰ, ਉਹਨਾਂ ਨੂੰ ਆਪਣੇ, ਲੇਕਿਨ ਬਾਟਮ ਲਾਈਨ ਇਹ ਸੀ ਕਿ ਇਹ ਸਾਰੇ ਹਿੰਦੂ 22 ਧਾਰ ਦੇ ਰਾਜੇ ਥਰ ਕੰਬਦੇ ਸਨ ਔਰੰਗਜ਼ੇਬ ਤੋਂ। I cannot tell you. ਅੱਗੇ ਜਾ ਕੇ ਹੁਸੈਨੀ ਦੀ ਗੁਲੇਰ ਦੀ ਜੋ ਤੁਹਾਨੂੰ ਮੈਂ ਬੈਟਲ ਸੁਣਾਵਾਂਗਾ ਅਗਲੇ ਹਫਤੇ, ਨਦੌਣ ਦੀ ਜੰਗ ਦੀ, ਡਰ ਇਹਨਾਂ ਦੇ ਅੰਦਰ ਇਤਨਾ ਸੀ। ਮਹਾਰਾਜ ਬਾਰ-ਬਾਰ ਇਸ ਬਾਰੇ ਸਮਝਾਉਂਦੇ ਸਨ, ਤੁਸੀਂ ਕਿਉਂ ਡਰਦੇ ਹੋ ਇਤਨਾ। ਮੈਂ ਕੱਲ ਲਾਸਟ ਟਾਈਮ ਵੀ after I talked and my mind was focused on, ਮੈਂ ਕਿਹਾ ਅਸੀਂ ਕਿਤਨਾ ਡਰਦੇ ਹਾਂ ਆਪਣੀ ਜ਼ਿੰਦਗੀ ਵਿੱਚ ਛੋਟੀ-ਛੋਟੀਆਂ ਗੱਲਾਂ ਤੋਂ। ਹਾਂਜੀ, ਛੋਟੀਆਂ ਗੱਲਾਂ ਤੋਂ ਅਸੀਂ ਡਰ ਜਾਂਦੇ ਹਾਂ। ਅਸੀਂ, ਮੈਂ ਆਪ ਉਹਨਾਂ ਲਿਸਟ ਵਿੱਚ ਸ਼ਾਮਿਲ ਹਾਂ। I am equally guilty as everybody else, ਮਹਾਰਾਜ ਦੀ ਲਾਈਫ ਨੂੰ ਦੇਖੋ, ਕਿੱਥੇ ਜੰਮੇ ਹਨ, ਕਿਤਨੀਆਂ ਵੱਡੀਆਂ ਸਟਰਗਲ ਕੀਤੀਆਂ ਉਹਨਾਂ ਨੇ, ਕਿਤਨੇ ਵੱਡੇ ਮੁਗਲ ਐਮਪਾਇਰ ਦਾ ਪ੍ਰਕੋਪ ਉਹਨਾਂ ਦੇ ਉੱਤੇ ਹੈ। ਮਹਾਰਾਜ ਦੇ ਅੰਦਰ ਡਰ ਦੀ ਨਾਂ ਦੀ ਕੋਈ ਚੀਜ਼ ਹੀ ਨਹੀਂ ਕੋਈ। ਕਿਉਂ? ਐਜ਼ ਆਈ ਸੈਡ ਬਿਫੋਰ, ਕਿਉਂਕਿ ਪ੍ਰਮਾਤਮਾ ਦੇ ਬੇਟੇ ਬਣ ਕੇ ਆਏ ਸਨ ਇੱਥੇ, ਅਕਾਲ ਪੁਰਖ ਦੇ ਬੇਟੇ ਸਨ, ਉਹਨਾਂ ਨੇ ਭੇਜਿਆ ਉਹਨਾਂ ਨੂੰ, ਔਰ ਆਪਣੀ ਬਾਣੀ ਵਿੱਚ ਖੁਦ ਲਿਖਿਆ ਉਹਨਾਂ ਨੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਲਿਖਿਆ ਨਾ, ਦੇਖਣ ਆਇਓ ਜਗਤ ਤਮਾਸ਼ਾ। ਇਸ ਵਾਸਤੇ ਡਰ ਉਹਨਾਂ ਨੂੰ ਨਹੀਂ ਸੀ, ਉਹਨਾਂ ਨੂੰ ਪਤਾ ਮੈਂ ਭੇਜਿਆ ਗਿਆ ਇੱਥੇ, ਮੇਰੇ ਕੰਮ ਕਰਨੇ ਨੇ, ਮੈਂ ਇੱਥੇ ਆ ਕੇ ਇਹ ਕੰਮ ਮੇਰੇ ਕਰਨੇ ਹਨ, ਮੈਂ ਇਹ ਦਾਇਰਤਾ, ਇਹਨਾਂ ਦੀ ਕਾਇਰਤਾ ਇਹਨਾਂ ਦੇ ਵਿੱਚੋਂ ਹਟਾਣੀ ਹੈ, ਇਹਨਾਂ ਨੂੰ ਦਿਖਾ ਦੇਣਾ, ਇਹਨਾਂ ਵਿੱਚੋਂ ਮੈਂ ਲੜਾਵਾਂਗਾ ਇਹਨਾਂ ਵਿੱਚੋਂ। ਤੇ ਭੰਗਾਣੀ ਦੀ ਯੁੱਧ ਵਾਸ ਅ ਸਟਾਰਟਿੰਗ ਪੁਆਇੰਟ, ਇਹ ਸਿੱਧ ਕੀਤਾ ਉਹਨਾਂ ਨੇ। ਤੇ ਇਹ ਇੱਕ ਤਰਫ ਰਹਿੰਦੇ ਹਨ ਨਾਨ ਦੇ ਰਾਜੇ, ਨਾਨ ਦੇ ਜਿਹੜਾ ਕਿੰਗ, ਜਿਹੜਾ ਬੇਦਨੀ ਪ੍ਰਕਾਸ਼, ਉਹਦੇ ਰਾਜ ਦੇ ਥੱਲੇ ਹੈ। I'm just setting up the scene here
ਤਾਂ ਕਿ ਤੁਹਾਨੂੰ ਕਲੈਰਿਟੀ ਹੋ ਜਾਵੇ ਭੰਗਾਣੀ ਦੀ ਬੈਟਲ ਦੀ ਕਿੰਨੀ ਇੰਪੋਰਟੈਂਟ ਬੈਟਲ ਸੀ, ਵੀ ਸੀਨ ਕੀ ਸੀ ਇਸ ਬੈਟਲ ਦਾ। ਜਿਹੜੀ ਕਲਗੀਧਰ ਚਮਤਕਾਰ ਦੀ ਕਲਾਸ ਵਿੱਚ ਉਹ ਕਲਗੀਧਰ ਚਮਤਕਾਰ ਵਿੱਚ ਇੱਕ ਚੈਪਟਰ ਹੈ ਪੂਰਾ, ਉਹਦੇ ਉੱਤੇ ਬਹੁਤ ਡੈਪਥ ਵਿੱਚ ਮਹਾਰਾਜ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸਮਝਾਇਆ ਹੈ। ਮੈਂ ਅੱਜ ਤੁਹਾਨੂੰ ਇੱਕ ਬੈਕਗਰਾਉਂਡ ਦਿਆਂਗਾ, ਇਟ ਵਿਲ ਬੀ ਈਜ਼ੀਅਰ ਫॉर ਯੂ ਟੂ ਇਵਨ ਅੰਡਰਸਟੈਂਡ ਦ ਬੈਟਲ ਸੀਨਸ ਵੈਨ ਇਟ ਕਮਸ ਇਨ। ਮੈਂ ਤੁਹਾਨੂੰ ਇੱਕ ਸਮਰੀ ਦੇ ਰੂਪ ਵਿੱਚ ਤੁਹਾਨੂੰ ਦੱਸਾਂਗਾ, ਸਾਰਾ ਕੋਸ਼ਿਸ਼ ਕਰਾਂਗਾ ਦੱਸਣ ਦੀ। ਜਦੋਂ ਭੀਮ ਸੈਨ ਨੂੰ ਪਤਾ ਲੱਗਿਆ ਕਿ ਮਹਾਰਾਜ ਹੁਣ ਪੌਂਟਾ ਰੁਕੇ ਹੋਏ ਹਨ, ਤੇ ਗੜਵਾਲ ਜਿਹੜਾ ਰਾਜਾ ਜਿਹੜਾ ਸੀ ਫਤਿਹ ਸ਼ਾਹ, ਤੇ ਇਸ ਗੜਵਾਲ ਦੇ ਰਾਜੇ ਨਾਲ ਜਿਹੜਾ ਮੇਦਨੀ ਪ੍ਰਕਾਸ਼ ਦਾ ਰਾਜਾ ਸੀ, ਉਹਦਾ ਨਾਂ ਸੀ ਮੇਦਨੀ ਪ੍ਰਕਾਸ਼ ਦਾ ਰਾਜਾ ਨਾਹਨ ਦਾ ਜਿਹੜਾ ਸੀ, ਇਹਨਾਂ ਦੀ ਆਪਸ ਬਣਦੀ ਨਹੀਂ ਸੀ। ਮਹਾਰਾਜ ਇਹਨਾਂ ਦੇ ਸੁਲ੍ਹਾ ਕਰਾ ਦਿੱਤੀ ਆਪਸ ਵਿੱਚ, ਤੇ ਭੀਮ ਸ਼ਾਹ ਨੂੰ ਫਿਕਰ ਪੈ ਗਿਆ ਵੀ ਇਹ ਕਿਧਰੇ ਮਹਾਰਾਜ ਦੀ ਤਰਫ ਨਾ ਹੋ ਜਾਵਣ ਸਿੱਖ ਸਾਰੇ। ਤੇ ਉੱਥੋਂ ਔਰੰਗਜ਼ੇਬ ਦਾ ਦਬਾਅ ਪਿਆ ਜਦੋਂ ਭੀਮ ਸੈਨ ਨੂੰ, ਤੇ ਔਰੰਗਜ਼ੇਬ ਦਾ ਦਬਾਅ ਜਿਹੜਾ ਵੇ ਫਤਿਹ ਸ਼ਾਹ ਨੂੰ ਵੀ ਪਿਆ, ਤੇ ਇਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਹੁਣੇ ਹੀ ਜੰਗ ਨਾਲ, ਇਹਨਾਂ ਦੇ ਜ਼ਿਆਦਾ ਵੱਡੇ ਸੈਨਿਕ ਨਹੀਂ ਹਨ, ਕਿੰਨੀ ਵੱਡੀ ਆਰਮੀ ਹੋਣੀ ਹੈ, 1000-1500 ਲੜਨ ਵਾਲੇ ਹੋਣੇ ਹਨ, ਤੇ ਇਹਨਾਂ ਨੂੰ ਇਸੀ ਵੇਲੇ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਤੇ ਇਹ ਗੱਲ ਸੋਚਦਿਆਂ ਹੋਇਆਂ ਭੀਮ ਸੈਨ ਤੇ ਗੜਵਾਲ ਦਾ ਰਾਜਾ ਫਤਿਹ ਸ਼ਾਹ ਤੇ ਹੋਰ ਬੜੇ ਰਾਜੇ ਨਾਲ, ਬੜਿਆਂ ਦੀ ਲਿਸਟ ਹੈ, ਬੜੀ ਲੰਬੀ ਲਿਸਟ ਹੈ ਉਹਨਾਂ ਰਾਜਿਆਂ ਦੀ। ਉਹਨਾਂ ਵਿੱਚੋਂ ਹਿੰਦੂਰ ਦਾ ਹਰੀਚੰਦ ਵੀ ਸੀ, ਬੜਾ ਬਹਾਦਰ ਸੀ, ਲੜਨ ਵਾਲਾ। ਮਹਾਰਾਜ ਨੇ ਉਸ ਬੈਟਲ ਵਿੱਚ ਉਹਨਾਂ ਬਾਰੇ ਵੀ ਲਿਖਿਆ ਹੈ ਸਾਰਾ। ਤੇ ਨਾਲ 500 ਪਠਾਨ ਪੀਰ ਬੁੱਧੂ ਸ਼ਾਹ ਨੇ, ਮਰਸਨਰੀਜ਼ ਬੜੇ ਕਾਮਨ ਸਨ ਉਸ ਵੇਲੇ ਬੜਾ ਕਾਮਨ ਮਰਸਨਰੀਜ਼ ਦਾ ਸਿਸਟਮ ਹੁੰਦਾ ਸੀ ਕਿ ਪੇਡ ਆਰਮੀ ਹੁੰਦੀ ਸੀ। ਖਾਲਸਾ ਆਰਮੀ ਤੇ ਪੇਡ ਨਹੀਂ ਸੀ, ਉਹ ਤੇ ਸੇਵਾ ਦੇ ਰੂਪ ਵਿੱਚ ਸਾਰਾ ਕੁਝ, ਲੇਕਿਨ ਪੇਡ ਆਰਮੀ ਵੀ ਮਹਾਰਾਜ ਰੱਖਦੇ ਸਨ। ਤੇ ਉਹਨੇ 500 ਪਠਾਨ, ਪੀਰ ਬੁੱਧੂ ਸ਼ਾਹ ਨੇ 500 ਪਠਾਨ ਭੇਜੇਗੀ। ਇਹ ਪਠਾਨ, ਉਹਨਾਂ ਦੇ 5 ਲੀਡਰ ਹਨ, ਨਾਂ ਵੀ ਆਏ, ਨਜਾਬਤ ਖਾਨ ਉਹਨਾਂ ਵਿੱਚੋਂ ਸੀ, ਹਯਾਤ ਖਾਨ ਇੱਕ ਸੀ ਉਹਨਾਂ ਚੋਂ। ਤੇ ਇਹ 5 ਪਠਾਨ, ਇਹ 500 ਪਠਾਨਾਂ ਨੂੰ ਤਨਖਾਹ ਦਿਓ ਤੇ ਇਹਨਾਂ ਨੂੰ ਰੱਖੋ ਨਾਲ, ਜੇ ਕਿਧਰੇ ਲੋੜ ਪਈ ਜੰਗ ਵਿੱਚ ਤੇ ਤੁਹਾਡੇ ਕੰਮ ਆਣਗੇ। ਇਸ ਤੋਂ ਇਲਾਵਾ ਕਿਰਪਾਲ ਚੰਦ, ਨੰਦ ਚੰਦ ਵਰਗੇ ਵੱਡੇ ਲੜਨ ਵਾਲੇ ਮਹਾਰਾਜ ਦੀ ਆਰਮੀ ਵਿੱਚ ਸਨ। ਤੇ ਇਹ 500 ਪਠਾਨ ਸਨ ਨਾਲ, ਤੇ ਨਾਲ ਉਦਾਸੀਆਂ ਦਾ ਜਿਹੜਾ ਗਰੁੱਪ ਸੀ 500। ਲੈਟ ਮੀ ਜਸਟ ਲਿਟਲ ਬਿਟ, ਮੈਂ ਉਦਾਸੀਆਂ ਬਾਰੇ ਪਹਿਲੇ ਡਿਸਕਸ਼ਨ ਕਰ ਆਇਆ, ਮੈਂ ਬਹੁਤ ਸਮਝਾਣਾ ਨਹੀਂ ਉਦਾਸੀਆਂ ਬਾਰੇ। ਬਟ ਉਦਾਸੀਆਂ ਬਾਰੇ ਇੱਕ ਗੱਲ ਤੁਸੀਂ ਯਾਦ ਰੱਖੋ ਕਿ ਸਾਰੇ ਉਦਾਸੀ ਸਿਰਫ ਪੀਸਫੁਲ ਨਹੀਂ ਸਨ, ਮਲੇ ਸਾਰੇ ਸਿਰਫ ਭਗਤੀ ਵਾਲੇ ਨਹੀਂ ਸਨ, ਕਈ ਭਗਤੀ ਤੇ ਸ਼ਕਤੀ ਦੋਨਾਂ ਦੇ ਰੂਪ ਸਨ। ਹਾਂਜੀ, ਇਸੇ ਵਾਸਤੇ ਹੁਣ ਵੀ ਜਿਹੜੇ ਉਦਾਸੀਆਂ ਦੇ ਜਿਹੜੇ ਸੈਂਟਰਸ ਹੁੰਦੇ ਉਹਨਾਂ ਨੂੰ ਅਖਾੜਾ ਕਿਹਾ ਜਾਂਦਾ। ਤੇ ਅਖਾੜੇ ਦਾ ਮਤਲਬ ਲਿਟਰਲ ਮੀਨਿੰਗ ਹੈ ਰੈਸਲਿੰਗ ਦੀ ਜਿਹੜੀ ਜਗ੍ਹਾ ਹੁੰਦੀ ਤੇ ਰੈਸਲ ਕਰਦੇ ਉਹਨੂੰ ਅਖਾੜਾ ਕਿਹਾ ਜਾਂਦਾ। ਤੇ ਇਹ ਲੜਨ ਵਾਲੇ ਉਦਾਸੀ ਸਨ 500। ਇਹਨਾਂ ਨੂੰ ਸ਼ਸਤਰ ਵਿਦਿਆ ਆਂਦੀ ਸੀ, ਯੁੱਧ ਵਿਦਿਆ ਆਂਦੀ ਸੀ। ਤੇ ਇਹ ਇੱਕ ਤਰਫ ਇਹ 500 ਉਦਾਸੀ, ਕਿਰਪਾਲ ਚੰਦ ਇਹਨਾਂ ਦਾ ਗੁਰੂ ਸੀ ਇਹਨਾਂ ਦਾ, ਤੇ 500 ਪਠਾਨ ਤੇ ਨੰਦ ਚੰਦ ਵਰਗੇ ਗੁਰੂ, ਤੇ ਇਹਨਾਂ ਦੀ ਭੂਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਗੁਰੂ ਹਰਗੋਬਿੰਦ ਮਹਾਰਾਜ ਦੀ ਵੱਡੀ ਬੇਟੀ ਬੀਬੀ ਵੀਰੋ, ਉਹਨਾਂ ਦੇ 5 ਪੁੱਤਰ। 5 ਵਿੱਚੋਂ ਜਿਹੜਾ ਐਲਡੈਸਟ ਸੀ ਸਾਂਗੋ ਸ਼ਾਹ, ਫਿਰ ਜੀਤਮਲ ਹੈ, ਗੁਲਾਬ ਰਾਏ ਹੈ, ਹਰੀਚੰਦ ਹੈ, ਸੰਗਤ ਰਾਏ ਹੈ। ਮੈਂ ਸਾਰਿਆਂ ਦੇ ਨਾਂ ਨਹੀਂ ਲੈਣੇ, ਮੈਂ ਜਿਹੜੇ ਇੰਪੋਰਟੈਂਟ ਪੀਪਲ ਜਿਹੜੇ ਹਨ, ਮੈਂ ਆਮ ਟੈਲਿੰਗ ਯੂ ਆਰ ਦੀ ਜਿਹੜੇ ਵੱਡੇ ਵੱਡੇ ਜਿਹੜੇ ਕੈਰੈਕਟਰ ਕਿਹੜੇ ਸਨ ਇਸ ਬੈਟਲ ਵਿੱਚ ਦੋਨੋਂ ਸਾਈਡ ਤੋਂ, ਮੈਂ ਉਹਨਾਂ ਦੀ ਜ਼ਿਕਰ ਕਰਦਿਆਂ ਪਿਆ। ਸੋ ਵਨ ਸਾਈਡ ਆਫ ਦਾ ਬੈਟਲ ਇਜ਼ ਦ ਕਿੰਗ ਆਫ ਕਾਲੂਰ ਦਾ ਰਾਜਾ ਭੀਮ ਸੈਨ, ਤੇ ਗੜਵਾਲ ਦਾ ਰਾਜਾ, ਤੇ ਹੋਰ 15 ਧਾਰ ਦੇ ਰਾਜੇ ਹੋਰ ਇੱਕ ਪਾਸੇ ਹਨ। ਤੇ ਮਹਾਰਾਜ ਦੀ ਸਾਈਡ ਤੇ ਮਹਾਰਾਜ ਦੀ ਆਪਣੀ ਆਰਮੀ ਹੈ ਸਿੱਖਾਂ ਦੀ, ਬਹੁਤ ਵੱਡੀ ਨਹੀਂ ਹੈ, 1000-2000 ਦੀ ਆਰਮੀ ਹੋਣੀ ਹੈ, ਇਸ ਤੋਂ ਵੱਡੀ ਕੀ ਹੋਣੀ ਹੈ 1500। ਉਹਦੇ ਚੋਂ ਹੈਰਾਨ ਰਾਜ ਹੋ ਗਏ, ਕਈ ਉਹਦੇ ਚੋਂ ਹਲਵਾਈ ਹਨ ਲੜਨ ਵਾਲੇ, ਕਈ ਉਹਨਾਂ ਚੋਂ ਕਾਰਪੈਂਟਰ ਹਨ ਲੜਨ ਵਾਲੇ, ਅੱਧੀ ਆਰਮੀ ਫਾਰਮਰਸ ਦੀ ਹੈ ਅੰਦਰ। ਤੇ ਮਜ਼ਾਕ ਉਡਾਇਆ ਜਾਂਦਾ ਹੈ ਉਸ ਆਰਮੀ ਦਾ। ਭੀਮ ਸੈਨ ਮਜ਼ਾਕ ਉਡਾਉਂਦਾ ਹੈ, ਇਹ ਕਿੱਥੇ ਲੜਨਗੇ, ਹਲਵਾਈਆਂ ਨੂੰ ਕੀ ਲੜਨਾ, ਇਹਨਾਂ ਨੂੰ ਤਲਵਾਰ ਚਲਾਣੀ ਕੌਣ ਸਿਖਾਏਗਾ। ਪਰ ਇਹਨਾਂ ਨੂੰ ਪਤਾ ਨਹੀਂ ਹੈ ਕਿ ਜਿਹਦੇ ਪਿੱਛੇ ਪ੍ਰਮਾਤਮਾ ਦੀ ਰੋਹ ਵਰਗੀ, ਜਿਹਦੇ ਪਿੱਛੇ ਪ੍ਰਮਾਤਮਾ ਦੀ ਰੋਹ ਵਰਗੀ, ਜਦੋਂ ਦਸਮ ਪਿਤਾ ਵਰਗੀ ਉਹ ਸ਼ਖਸੀਅਤ ਦੇ ਮਾਲਕ ਤੇ ਜਿਹਦੀ ਪਿੱਛੋਂ ਰੋਹ ਹੋਵੇ, ਤੇ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਉਸਨੂੰ, ਹੈ ਨਾ। ਇਹ ਗਲਤੀ ਮਹਾਭਾਰਤ ਦੀ ਲੜਾਈ ਵੀ ਦੁਰਯੋਧਨ ਨੇ ਵੀ ਕੀਤੀ ਸੀ। ਜਦੋਂ ਦੁਰਯੋਧਨ ਮਿਲਣ ਗਿਆ, ਜਦੋਂ
ਤੇ ਅਰਜੁਨ ਵੀ ਮਿਲਣ ਗਿਆ ਤੇ ਉਹਨਾਂ ਨੇ ਕਿਹਾ, ਕ੍ਰਿਸ਼ਨ ਨੇ ਜਦੋਂ ਕਿਹਾ ਸੀ ਕਿ ਆ ਮੈਨੂੰ ਚੁਣਨਾ ਤੇ ਜਾਂ ਮੇਰੀ ਆਰਮੀ ਨੂੰ ਚੁਣਨਾ, ਤੇ ਦੁਰਯੋਧਨ ਨੇ ਉਹਨਾਂ ਦੀ ਆਰਮੀ ਨੂੰ ਚੁਣਿਆ। ਨਹੀਂ ਦੇਖ ਸਕਿਆ ਉਹਨਾਂ ਵਿੱਚ ਉਹ ਰੂਪ ਪਰਮਾਤਮਾ ਵਾਲਾ, ਨਹੀਂ ਦੇਖ ਸਕਿਆ ਉਹਨਾਂ ਦੀ ਸ਼ਕਤੀ ਉਹਨਾਂ ਦੇ ਵਿੱਚੋਂ। ਉੱਥੇ ਵੀ ਉਹਨੇ ਮਾਰ ਖਾਦੀ, ਇੱਥੇ ਵੀ ਉਹੀ ਗੱਲ ਹੋਈ। ਇੱਕ ਤਰਫ ਇਹ ਰਾਜੇ ਹਨ ਤੇ ਲੜਨ ਤੋਂ 2 ਦਿਨ ਪਹਿਲੇ ਜਦੋਂ ਪਤਾ ਲੱਗ ਗਿਆ ਵੀ ਲੜਾਈ ਹੋਣੀ ਹੈ, ਇਹ 500 ਪਠਾਨ ਜਿਹੜੇ ਹਨ, ਜਿਹੜੇ ਇਹ ਸਾਈਡ ਬਦਲ ਲੈਂਦੇ ਹਨ ਆਪਣੀ। ਔਰੰਗਜ਼ੇਬ ਦਾ ਪ੍ਰੈਸ਼ਰ ਪੈਂਦਾ ਹੈ। ਦੱਸਿਆ ਜਾਂਦਾ ਹੈ ਕਿ ਦੀਨੇ ਇਸਲਾਮ ਦੇ ਥੱਲੇ ਤੁਸੀਂ ਕੀ ਕਰਦੇ ਪਿਓ, ਤੁਸੀਂ ਇਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹੋ ਜਿਹੜੇ ਲੜਨ ਆਏ ਹਨ। ਇਸਲਾਮ ਦਾ ਰੂਲ ਹੈ। ਇਹ 500 ਪਠਾਨ 1.5 ਦਿਨ ਪਹਿਲੇ ਸਾਈਡ ਬਦਲ ਲੈਂਦੇ ਹਨ। ਤੇ ਇੱਕ ਹੋਰ ਅਫਸੋਸ ਦੀ ਗੱਲ ਹੈ, ਜਿਹੜੀ 500 ਉਦਾਸੀ ਜਿਹੜੇ ਸਨ ਉਹ ਡਰ ਜਾਂਦੇ ਹਨ ਬੜਾ, ਕਿ ਜੇ ਅਸੀਂ ਹਾਰ ਗਏ ਤੇ ਔਰੰਗਜ਼ੇਬ ਨੇ ਕਿਸੇ ਨੂੰ ਨਹੀਂ ਛੋੜਨਾ, which was true though, which was probably not a bad conclusion they reached though, and ਉਹ ਇੱਕ ਦਿਨ ਪਹਿਲੇ 500 ਦੇ 500 ਰਾਤੀ ਹੀ ਜੰਗਲਾਂ ਚਲੇ ਜਾਂਦੇ, they left him। ਸੋਚ ਕੇ ਦੇਖੋ, ਮੈਂ ਕੁਐਸਚਨ ਸਾਰਿਆਂ ਨੂੰ ਕਰਦਾ ਹਾਂ, ਭੰਗਾਣੀ ਦੀ ਯੁੱਧ ਹੋਣ ਤੋਂ ਇੱਕ ਦਿਨ ਪਹਿਲੇ, 1.5 ਦਿਨ ਪਹਿਲੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਆਰਮੀ ਦਾ 2 ਵੱਡੇ ਹਿੱਸੇ ਤੁਹਾਡੇ ਤੋਂ ਚਲੇ ਗਏ ਹਨ, ਬੰਦਾ ਤੇ ਉੱਥੇ ਹੀ ਬੈਠ ਜਾਏ ਨਿਰਾਸ਼ਤਾ ਵਿੱਚ ਹੀ, ਉੱਥੇ ਹੀ ਖਤਮ ਹੋ ਜਾਏ ਸਾਰਾ। ਪਤਾ ਲੱਗੇ ਵੀ ਮਹਾਰਾਜ ਦੇ ਚਿਹਰੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਆਈ। ਕਲਗੀਧਰ ਚਮਤਕਾਰ 'ਚ ਲਿਖਿਆ ਹੋਇਆ ਹੈ, ਸੂਰਜ ਪ੍ਰਕਾਸ਼ ਲਿਖਿਆ ਹੋਇਆ ਹੈ। ਆਪ ਬਾਣੀ ਵਿੱਚ ਇਸ ਬੈਟਲ ਦੀ ਡਿਸਕ੍ਰਿਪਸ਼ਨ ਮੈਂ ਤੁਹਾਨੂੰ ਉੱਥੋਂ ਵੀ ਸੁਣਾਵਾਂਗਾ। ਵਿਚਿਤਰ ਨਾਟਕ ਜਿਹੜੀ ਆਪ ਲਿਖੀ ਉਹਨਾਂ ਦੀ, ਉਹਦੇ 'ਚ ਲਿਖਦੇ ਹਨ ਕਿ ਸਾਨੂੰ ਕੋਈ ਫਰਕ ਨਹੀਂ ਪਿਆ ਉਹਦੇ ਨਾਲ। ਸਾਨੂੰ ਕਿਉਂ? ਕਿਉਂਕਿ ਉਹ ਲਿਖਦੇ ਹਨ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਓਟ ਹੈ ਮੇਰੇ ਨਾਲ। ਤੇ ਭੰਗਾਣੀ ਦੇ ਯੁੱਧ ਜਿੱਤਣ ਤੋਂ ਬਾਅਦ ਲਿਖਿਆ ਨੇ ਨਾ ਕਿ ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ, ਲਿਖਿਆ ਇਹ ਵੀ ਵਰਡ ਆਇਆ ਨਾ, ਤੇਰੀ ਕਿਰਪਾ ਨਾਲ ਹੋਇਆ ਹੈ ਸਾਰਾ। ਮੈਂ ਨਹੀਂ, ਇਹ ਮੈਂ ਬੈਟਲ ਜਿੱਤੀ ਨਹੀਂ ਹੈ, ਤੂੰ ਜਿਤਵਾਈ ਹੈ ਮੇਰੇ ਕੋਲ, ਤੂੰ ਆਇਆ ਹੈ ਮੇਰੇ ਨਾਲ ਜਿਤਵਾਉਣ ਵਾਸਤੇ। ਧਰਮ ਯੁੱਧ ਹੈ ਨਾ, ਧਰਮ ਦੀ ਲੜਾਈ ਹੈ। ਸੱਚਾਈ ਦੀ ਕਿਹੜੇ ਪਾਸੇ, ਟਰੂਥਫੁਲਨੈਸ ਕਿੱਥੇ ਖੜੀ ਹੈ ਤੇ ਝੂਠ ਕਿੱਥੇ ਖੜਾ ਹੈ। ਸੋ ਇੱਕ ਪਾਸੇ ਇਹ ਹੈ ਤੇ ਦੂਸਰੀ ਪਾਸੇ ਮਹਾਰਾਜ ਦੀ ਆਰਮੀ ਹੈ। 500 ਉਦਾਸੀ ਜਿਹੜੇ ਛੋੜ ਕੇ ਚਲੇ ਜਾਂਦੇ ਹਨ ਤੇ 500 ਜਿਹੜੇ ਮਰਸਨੀਜ਼ ਪਠਾਨ ਜਿਹੜੇ ਪੀਰ ਬੁੱਧੂ ਸ਼ਾਹ ਨੇ ਭੇਜੇ ਹਨ, ਉਹ ਛੋੜ ਕੇ ਚਲੇ ਜਾਂਦੇ ਹਨ। ਇਤਿਹਾਸ ਲਿਖਿਆ ਹੋਇਆ ਹੈ ਕਿ ਇੱਕ ਪਠਾਨ ਕਾਲੇ ਖਾਨ ਨਹੀਂ ਜਾਂਦਾ। ਕਲਗੀਧਰ ਚਮਤਕਾਰ ਜੀ ਚੈਪਟਰ ਜੀ ਪੜੋਗੇ, ਇੱਕ ਨੇ ਨਾ ਤੋਂ ਜਾਣ ਨੂੰ ਇਤਕਾਰ ਕਰ ਦਿੱਤੀ ਤੇ ਮਹਾਰਾਜ ਨੇ ਕਿਹਾ ਨਹੀਂ, ਤੁਸੀਂ ਹੁਣ ਸਾਰੇ ਚਲੇ ਗਏ ਹਨ, ਤੁਸੀਂ ਵੀ ਕੋਈ ਗੱਲ ਨਹੀਂ, ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ। ਉਹਨੂੰ ਖਰਾਬ ਲੱਗਿਆ ਵੀ ਇਹ ਤੁਹਾਨੂੰ ਪਿੱਠ ਦਿਖਾ ਕੇ ਚਲਾ ਗਿਆ ਹੈ। ਤੇ ਮਹਾਰਾਜ ਨੇ ਫਿਰ ਇੱਕ ਚਿੱਠੀ ਭੇਜੀ, ਸਿੱਖਾਂ ਨੂੰ ਭੇਜਿਆ ਪੀਰ ਬੁੱਧੂ ਸ਼ਾਹ ਨੂੰ ਵੀ, ਦੇਖ ਜਿਹੜੇ ਤੂੰ ਪਠਾਨ ਭੇਜੇ ਸਨ ਸਾਰੇ ਚਲੇ ਗਏ ਹਨ। ਪੀਰ ਬੁੱਧੂ ਸ਼ਾਹ ਚਿੱਠੀ ਮਿਲਦਿਆਂ ਸਾਰ 4 ਪੁੱਤਰਾਂ ਨੂੰ ਲੈ ਕੇ ਪੌਂਟਾ ਹਾਜ਼ਰ ਹੋ ਗਿਆ ਕਿ ਅਸੀਂ ਤੁਹਾਡੇ ਨਾਲ ਹੈ। ਮੈਂ ਕਹਿੰਦਾ ਦਾਤ ਦਿੰਦਾ ਪੀਰ ਬੁੱਧੂ ਸ਼ਾਹ ਨੂੰ। ਜਸਟ ਇਮੈਜਿਨ ਕਰੋ ਤੁਸੀਂ ਸਾਰੇ, ਮੁਗਲਾਂ ਦਾ ਰਾਜ ਹੈ, ਔਰੰਗਜ਼ੇਬ ਦੀ ਹੁਕੂਮਤ ਹੈ ਦਿੱਲੀ ਵਿੱਚ, ਹਾਂਜੀ, ਆਪ ਮੁਸਲਮਾਨ ਹੈ ਪੀਰ ਬੁੱਧੂ ਸ਼ਾਹ, ਤੇ ਸਾਥ ਕਿਹਦਾ ਦੇ ਰਿਹਾ ਹੈ? ਸਾਥ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਇੱਥੋਂ ਪਤਾ ਲੱਗਦਾ ਹੈ ਕਿ ਮਹਾਰਾਜ ਮਾਨਵਤਾ ਦੇ ਲੀਡਰ ਹੈ। ਕੌਣ ਹੈ? ਦਿਖਾਏ ਮੈਨੂੰ ਐਗਜ਼ਾਮਪਲ ਦੁਨੀਆ ਚ, ਕੋਈ ਹੋਰ ਦਿਖਾਏ ਮੈਨੂੰ ਨਾ ਕੋਈ ਐਗਜ਼ਾਮਪਲ। ਇਜ਼ਰਾਈਲ ਦੀ ਤੇ ਪੈਲਸਟਾਈਨ ਦੀ ਲੜਾਈ ਹੋਵੇ ਤੇ ਕੋਈ ਇੱਕ ਬੰਦਾ ਮੁਸਲਮਾਨਾਂ ਚੋਂ ਇਜ਼ਰਾਈਲੀਆਂ ਦੀ ਮਦਦ ਕਰੇ ਜਾਂ ਆਪੋਜ਼ਿਟ ਕੋਈ ਡਾਇਰੈਕਸ਼ਨ ਵਿੱਚ ਜਾਏ, ਦਿਖਾਏ ਕੋਈ ਐਗਜ਼ਾਮਪਲ। ਦੁਨੀਆ 'ਚ ਕੋਈ ਹੋਰ ਐਗਜ਼ਾਮਪਲ ਨਹੀਂ ਹੈ। ਪੀਰ ਬੁੱਧੂ ਸ਼ਾਹ 4 ਪੁੱਤਰਾਂ ਨੂੰ ਲੈ ਕੇ, ਜਿਤਨੇ ਉਹਦੇ ਕੋਲ 300 ਸੋਲਜਰ ਜਿੰਨੇ ਜਾ ਕੇ ਮਹਾਰਾਜ ਦੀ ਅੱਗੇ ਹਾਜ਼ਰੀ ਜੋ ਕਿ ਮਾਫੀ ਮੰਗਦਾ ਤੇ ਕਹਿੰਦਾ ਮਹਾਰਾਜ 4 ਪੁੱਤਰ ਮੇਰੇ ਸ਼ਹੀਦ ਕਰਾ ਦਿਓ, ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੈ, ਇਹ ਤੁਹਾਡੇ ਨਾਲ ਹੈ, ਅੱਲਾਹ ਤੁਹਾਡੇ ਨਾਲ ਹੈ, ਤੁਹਾਨੂੰ ਕੁਝ ਨਹੀਂ ਹੋ ਸਕਦਾ। ਤੇ ਮਹਾਰਾਜ ਦੇ ਅੱਗੇ ਜਿਹੜੇ ਵੱਡੇ ਜਿਹੜੇ ਹਨ, ਜਿਹੜੇ ਜਨਰਲ ਨੰਦ ਚੰਦ, ਭਾਈ ਨੰਦ ਚੰਦ ਹੋਰੀ, ਕਿਰਪਾਲ ਚੰਦ ਹੋਰੀ, ਜਿਹੜੇ ਉਦਾਸੀਆਂ ਦੇ ਜਿਹੜੇ ਲੀਡਰ ਸਨ, ਜਿਹੜੇ ਉਹ ਨਹੀਂ ਗਏ। ਤੇ ਇਸ ਵਾਸਤੇ ਜੇ ਉਦਾਸੀਆਂ ਦੇ ਉਹ ਲੀਡਰ ਉਸ ਦਿਨ ਚਲੇ ਜਾਂਦੇ ਨਾ ਅਗਰ, ਤੇ ਸਿੱਖ ਪੰਥ ਤੋਂ ਉਦਾਸੀਆਂ ਦਾ ਰਿਸ਼ਤਾ ਉਸ ਦਿਨ ਖਤਮ ਹੋ ਜਾਣਾ ਸੀ। ਹੋਇਆ ਨਹੀਂ, ਬਿਕਾਜ਼ ਮਹਾਰਾਜ ਨੇ ਕਿਹਾ ਤੁਸੀਂ ਰਹਿ ਗਏ ਹੋ ਤੇ ਉਦਾਸੀਆਂ ਨਾਲ ਸਾਡੀ ਫਿਰ ਬਣ ਆਏਗੀ ਬਾਅਦ ਵਿੱਚ। ਤੇ ਉਹ ਲੜਿਆ ਨਾ ਉੱਥੇ ਉਸ ਦਿਨ, ਕਿਰਪਾਲ ਚੰਦ ਲੜਿਆ ਉਸ ਦਿਨ। ਹਯਾਤ ਖਾਨ ਨੂੰ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ, ਹਯਾਤ ਖਾਨ ਨੂੰ ਮਾਰ ਕੇ ਆਪ ਸ਼ਹੀਦ ਹੋਏ ਉਸ ਦਿਨ। ਤੇ ਸਾਂਗੋ ਸ਼ਾਹ ਤੇ ਉਹਨਾਂ ਦੇ ਸਾਰੇ ਭਰਾ, ਭਾਈ ਨੰਦ ਚੰਦ, ਇਹ ਮਹਾਰਾਜ ਦੀ ਆਰਮੀ ਸੀ। ਮਾਮਾ ਕਿਰਪਾਲ ਚੰਦ ਨੇ ਸੁਜੈਸ਼ਨ ਦਿੱਤੀ ਮਹਾਰਾਜ ਨੂੰ ਕਿ ਪੌਂਟਾ ਲੜਾਈ ਨਾ ਲੜੀ ਜਾਏ, ਕਿਉਂਕਿ ਇੱਥੇ ਸਾਡੀ ਫੈਮਲੀਜ਼ ਰਹਿੰਦੀਆਂ ਹਨ,
ਇੱਥੇ ਜੇ ਲੜਾਂਗੇ ਤੇ ਜੇ ਬੈਟਲ ਵਿੱਚ ਨੁਕਸਾਨ ਹੋਇਆ ਸਾਡਾ ਤੇ ਸਾਡੀ ਫੈਮਲੀਜ਼ ਨੂੰ ਨੁਕਸਾਨ ਬਹੁਤਾ ਪਹੁੰਚੇਗਾ, ਥੋੜਾ ਹਟ ਕੇ ਲੜਦੇ ਆ ਇਸ ਤੋਂ। ਮੈਪ ਦੇਖੋਗੇ ਅਗਰ ਇੰਡੀਆ ਦਾ, ਤੇ ਅਗਰ ਜਮਨਾ ਰਿਵਰ ਨੂੰ ਫੋਲੋ ਕਰੋਗੇ ਤੇ ਲੈਫਟ ਸਾਈਡ ਆਫ ਦ ਰਿਵਰ ਤੇ ਅਬਾਊਟ, ਜ਼ਿਆਦਾ ਦੂਰ ਨਹੀਂ, ਅਬਾਊਟ 30 ਮਾਈਲਸ ਅਵੇ, ਮੇਬੀ 35 ਮਾਈਲਸ ਅਵੇ ਫਰੋਮ ਪੌਂਟਾ, ਲੈਫਟ ਸਾਈਡ ਤੇ देयर इज अ प्लेस कॉल्ड ਪੰਗਾਣੀ। ਹੁਣ ਵੀ ਹੈ ਜਗ੍ਹਾ ਉਹ ਅਵੇਲੇਬਲ, ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਮੇਰਾ ਖਿਆਲ ਹੈ ਬਿਟਵੀਨ 20 to 35 ਮਾਈਲਸ ਦਾ ਡਿਸਟੈਂਸ ਹੋਣਾ ਹੈ ਫਰੋਮ ਪੰਗਾਣੀ ਟੂ ਪੌਂਟਾ। ਤੇ ਉੱਥੇ ਐਲੀਵੇਸ਼ਨ ਤੇ ਹੈ ਪੰਗਾਣੀ ਜਗ੍ਹਾ ਜਿਹੜੀ ਹੈ, ਉਹ ਇੱਕ ਪਹਾੜ ਦੀ ਚੋਟੀ, ਥੋੜੀ ਜੀ ਮਾਊਂਡ ਹੈ ਥੋੜਾ ਜਿਹਾ। ਤੇ ਮਾਮਾ ਕਿਰਪਾਲ ਚੰਦ ਦੇ ਨੰਦ ਚੰਦਰਨ ਨੇ ਸੁਜੈਸ਼ਨ ਦਿੱਤੀ ਕਿ ਅਸੀਂ ਆਪਣੀ ਆਰਮੀ ਜਿਹੜੀ ਹੈ ਅਸੀਂ ਸੈਟਲ ਡਾਊਨ ਇਸ ਪਹਾੜ ਦੀ ਉੱਤੇ ਕਰਾਂਗੇ ਤੇ ਇਹ ਥੱਲੇ ਹੋਣਗੇ, ਸਾਨੂੰ ਈਜ਼ੀਅਰ ਰਹੇਗਾ ਇਹਨਾਂ ਤੇ ਨਜ਼ਰ ਵੀ ਰੱਖਣੀ ਤੇ ਇਹਨਾਂ ਤੇ ਵਾਰ ਕਰਨੇ। ਮਹਾਰਾਜ agreed with his mama ji and the battle preparation began. They started to move by boat and by foot, you know, from Paonta to ਪੰਗਾਣੀ। ਉਹਨਾਂ ਨੂੰ ਖਬਰ ਪਹੁੰਚ ਗਈ ਕਿ ਇਹ ਬਾਈ ਧਾਰ ਦੇ ਰਾਜੇ ਜਿਹੜੇ ਹਨ ਆਪਣੀ ਫੌਜਾਂ 4-1 ਦੀ ਰੇਸ਼ੀਓ ਸੀ ਅਪਰੋਕਸੀਮੇਟਲੀ ਬਿਟਵੀਨ ਮਹਾਰਾਜ ਦੀ ਆਰਮੀ ਵਿੱਚ ਤੇ ਉਹਨਾਂ ਦੀ ਆਰਮੀ ਵਿੱਚ। ਸਿੱਖ ਬੜੇ ਉਤਸ਼ਾਹ ਦੇ ਨਾਲ ਅਰਦਾਸ ਕਰਕੇ ਉਸ ਦਿਨ ਸਵੇਰੇ ਕੀਰਤਨ ਤੋਂ ਅਰਦਾਸ ਤੋਂ ਬਾਅਦ ਪੰਗਾਣੀ ਪਹੁੰਚੇ। ਤੇ ਇਹਨਾਂ ਨੇ ਦੇਖਿਆ ਜਦੋਂ, ਤੇ ਪਹਿਲਾ ਜਿਹੜਾ ਗਰੁੱਪ ਜਿਹੜਾ ਹੈ ਭਾਈ ਨੰਦ ਚੰਦ ਦੀ ਥੱਲੇ ਦਇਆਰਾਮ, ਦੇਖੋ ਦਇਆਰਾਮ ਵਰਗੇ ਬ੍ਰਾਹਮਣ। let me just point this out to everybody though. I mean, this is, and people don't know the history, that's why we get all worked up when other people tell us something else though. ਦਇਆਨੰਦ ਵਰਗੇ ਬ੍ਰਾਹਮਣ ਉਹ ਮਹਾਰਾਜ ਦੀ ਆਰਮੀ ਵਿੱਚ ਲੜੇ, ਆਪ ਸ਼ਸਤਰ ਚੁੱਕੇ, ਉਹ ਉਤੇਜਿਤ, ਉਹ ਅੰਦਰੋਂ ਉਹਨਾਂ ਨੂੰ ਪ੍ਰੋਤਸਾਹਨ ਮਿਲਿਆ ਮਹਾਰਾਜ ਤੋਂ। ਜਦੋਂ ਪੌਂਟਾ ਰਹੇ ਉਹਨਾਂ ਨਾਲ 4 ਸਾਲ, ਉਹਨਾਂ ਨੇ ਦੇਖਿਆ ਕਿ ਸਾਡੇ ਵਿੱਚੋਂ ਬ੍ਰਾਹਮਣਾਂ ਵਿੱਚੋਂ ਵੀ ਲੜਨ ਵਾਲੇ ਕਿਤਨੇ ਵੱਡੇ ਪੈਦਾ ਹੋਏ ਹਨ, ਵਿਸ਼ਵਾਮਿਤਰ ਵਰਗੇ, ਹਾਂਜੀ, ਪਰਸ਼ੂਰਾਮ ਵਰਗੇ। ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਨਾ, ਦਰੋਣਾਚਾਰਿਆ ਵਰਗੇ, ਕਿਰਪਾਚਾਰਿਆ ਵਰਗੇ। ਅਸੀਂ ਵੀ ਲੜ ਸਕਦੇ ਹਾਂ, ਅਸੀਂ ਕਾਇਰ ਨਹੀਂ ਹਾਂ, ਅਸੀਂ ਸਿਰਫ ਧਰਮ ਗ੍ਰੰਥ ਪੜ੍ਹਨ ਵਾਲੇ ਨਹੀਂ ਹਾਂ, ਅਸੀਂ ਵੀ ਹਥਿਆਰ ਚੁੱਕੇ ਇਹਨਾਂ ਜ਼ਾਲਮਾਂ ਦਾ ਟਾਕਰਾ ਕਰਾਂਗੇ। ਦਇਆਨੰਦ ਵੀ ਲੜੇ ਉਸ ਦਿਨ, ਬ੍ਰਾਹਮਣ ਸਨ ਉਹ ਵੀ। I just want to point that out. ਮਨੇ ਕਿਤਨਾ ਇੱਕ ਸੈਕੂਲਰ ਗਰੁੱਪ ਹੈ, ਇੱਕ ਬ੍ਰਾਹਮਣ ਹੈ ਲੜ ਰਿਹਾ ਹੈ, ਹਿੰਦੂ ਲੜ ਰਹੇ ਨਾਲ, ਇੱਕ ਉਦਾਸੀ ਲੜ ਰਹੇ ਨਾਲ, ਤੇ ਨਾਲ ਪੀਰ ਬੁੱਧੂ ਸ਼ਾਹ ਦੇ ਪਠਾਨ ਤੇ 4 ਪੁੱਤਰ ਉਹਨਾਂ ਦੇ ਨਾਲ ਹਨ। ਇਸ ਤੋਂ ਵੱਡੀ ਕੋਈ ਐਗਜ਼ਾਮਪਲ ਹੈ ਸੈਕੂਲਰਿਜ਼ਮ ਦੀ ਔਰ ਪੰਗਾਣੀ ਦੀ ਬੈਟਲ ਦੇ ਸਿਵਾਏ? ਸਾਨੂੰ ਪਤਾ ਨਹੀਂ ਨਾ ਹਿਸਟਰੀ ਆਪਣੀ, ਪਰ ਨਹੀਂ ਜਾਣੂ ਹੋਣ ਕਰਕੇ ਇਹ ਪ੍ਰੋਬਲਮਸ ਹਨ ਸਾਰੀਆਂ। I would call it an Indian army is what they fought ਉਸ ਦਿਨ। ਇਹ ਪੂਰੇ ਇੰਡੀਆ ਦੀ ਹਿੰਦੂ ਵੀ ਹਨ, ਬ੍ਰਾਹਮਣ ਵੀ ਹਨ, ਖੱਤਰੀ ਵੀ ਹਨ ਤੇ ਹਲਵਾਈ ਵੀ ਹਨ, ਉੱਥੇ ਉਹਦਾ ਵੀ ਜ਼ਿਕਰ ਆਇਆ। ਕਨਫੈਕਸ਼ਨਰ ਲਿਖਿਆ ਹੋਇਆ ਹੈ ਇੰਗਲਿਸ਼ ਵਿੱਚ, ਤੇ ਪੜੋਗੇ ਤੇ ਹਲਵਾਈ ਸੀ ਉਹ, ਉਹਨੇ ਵੀ ਹਥਿਆਰ ਚੁੱਕੇ ਤੇ ਮਜ਼ਾਕ ਉਡਾਇਆ ਗਿਆ ਕਿ ਇਹ ਕਿੱਥੋਂ ਲੜਨਗੇ। ਤੇ ਮਹਾਰਾਜ ਫਿਰ ਬੈਟਲ ਗਰਾਊਂਡ ਦੀ ਡਿਸਕ੍ਰਿਪਸ਼ਨ ਦਿੰਦੇ ਹਨ, ਬਹੁਤ ਸੋਹਣੀ ਵਿਚਿਤਰ ਨਾਟਕ ਵੀ, ਥੋੜੀਆਂ ਮੈਂ ਲਾਈਨਾਂ ਪੜ੍ਹ ਕੇ ਤੁਹਾਨੂੰ ਸੁਣਾਵਾਂਗਾ ਉਹਦੇ ਚੋਂ। ਤੇ ਕਮਾਸਾਨ ਯੁੱਧ ਸ਼ੁਰੂ ਹੁੰਦਾ ਹੈ। ਉਹ ਪ੍ਰੋਫੈਸ਼ਨਲੀ ਟ੍ਰੇਨਡ ਆਰਮੀ ਹੈ ਭਾਈ ਧਾਰ ਦੇ ਰਾਜਿਆਂ ਦੀ। ਤੇ ਨੰਦ ਚੰਦ ਹੋਰੀ ਆਪਣੀ ਲਾਪਰੀ ਲਾ ਕੇ 2 ਹਿੱਸਿਆਂ ਚ ਲੜਾਈ ਸ਼ੁਰੂ ਹੁੰਦੀ ਹੈ। ਬੜੀ ਕਮਾਸਾਨ ਯੁੱਧ ਹੈ ਬੜਾ। ਤੇ ਬਟ ਜਿੱਤਦਾ ਉਹ ਹੈ ਜਿਹਨੂੰ ਉਹ ਜਿਤਾਉਣਾ ਚਾਹਵੇ। ਧਰਮ ਦੀ ਲੜਾਈ ਤੇ ਜਿੱਤ ਉਹ ਹੁੰਦੀ ਹੈ। ਪਾਂਡਵਾਂ ਤੇ ਕੌਰਵਾਂ ਵਿੱਚ ਵੀ ਰੇਸ਼ੀਓ ਜਿਹੜੀ ਸੀ 20-80 ਦੀ ਰੇਸ਼ੀਓ ਸੀ। ਕੌਰਵਾਂ ਦੀ ਆਰਮੀ ਬੜੀ ਵੱਡੀ ਸੀ, ਪਰ ਜਿਤਾਣਾ ਜਿਹਦੇ ਉੱਤੇ ਉਹ ਪ੍ਰਭਾਵਿਤ ਹੁੰਦਾ, ਜਿੱਦੋਂ ਉਹ ਜਿਤਾਉਣਾ ਚਾਹੁੰਦਾ, ਜਿੱਤਦਾ ਉਹੀ ਹੈ। ਜਿੱਤ ਹਾਰ ਤੁਹਾਡੇ ਹੱਥ ਵਿੱਚ ਨਹੀਂ ਹੈ। ਮਹਾਰਾਜ ਨੇ ਇਸ ਗੱਲ ਦੀ ਪੁਸ਼ਟੀ ਵਿਚਿਤਰ ਨਾਟਕ ਵਿੱਚ ਕੀਤੀ ਹੈ ਉਹਨਾਂ ਨੇ, ਕਿ ਤੂੰ ਮੇਰੇ ਨਾਲ ਸੀ, ਤੂੰ ਮੈਨੂੰ ਜਿਤਾਇਆ ਹੈ, ਕਿਉਂਕਿ ਤੂੰ ਸੱਚ ਦੇ ਨਾਲ ਰਿਹਾ ਹੈ ਹਮੇਸ਼ਾ। ਸਾਂਗੋ ਸ਼ਾਹ ਦੀ ਲੜਾਈ ਬਹਾਦਰੀ ਨਾਲ ਲੜਦੇ ਹਨ ਪੰਜੋ ਭਰਾ, ਬਹਾਦਰੀ ਨਾਲ ਲੜਦੇ ਹਨ ਪਠਾਨ ਪੀਰ ਬੁੱਧੂ ਸ਼ਾਹ ਦੇ, ਤੇ ਬਹਾਦਰੀ ਨਾਲ ਉਹ ਵੀ ਲੜਦੇ ਹਨ ਆਪੋਜ਼ਿਟ ਆਰਮੀ ਵਾਲੇ। ਮਹਾਰਾਜ ਉਹਨਾਂ ਦੀ ਵੀ ਸਿਫਤ ਕਰਦੇ ਹਨ। ਤੇ ਇਤਨੀ ਬਹਾਦਰੀ ਲੜਦੇ ਹਨ, ਮਹਾਰਾਜ ਆਪ ਘੋੜੇ ਤੇ ਚੜ ਕੇ ਲੜਦੇ ਹਨ, ਤਲਵਾਰ ਖਿੱਚਦੇ ਹਨ ਆਪਣੀ। ਤੇ ਸਾਂਗੋ ਸ਼ਾਹ ਦਾ ਮੁਕਾਬਲਾ ਨਜਾਬਤ ਖਾਨ ਨਾਲ ਹੁੰਦਾ ਹੈ। ਤੇ ਮਹਾਰਾਜ ਵਿਚਿਤਰ ਨਾਟਕ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਸਾਂਗੋ ਸ਼ਾਹ ਬਹਾਦਰੀ ਨਾਲ ਲੜਿਆ ਹੈ ਬੜਾ। ਤੇ ਇਹ ਮੈਂ ਹੁਣ ਕੋਟ ਕਰਨ ਵਾਲਾ ਹਾਂ ਦਸਮ ਗ੍ਰੰਥ ਦਸਮ ਬਾਣੀ ਵਿੱਚੋਂ, ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਮ ਗੁਰੂ ਦੀ ਆਪਣੀ ਲਿਖੀ ਹੋਈ ਬਾਣੀ ਜਿਹੜੀ ਆਈ ਹੈ ਵਿਚਿਤਰ ਨਾਟਕ ਵਿੱਚ। ਮਾਰ ਨਜਾਬਤ ਖਾਨ ਕੋ ਸਾਂਗੋ ਜੁਝੇ ਜੁਝਾਰ,
ਹਾਂ 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 ਇਹ ਲੋਕ ਬਹਿਓ ਸੁਰਗ ਲੋਕ ਜੈਕਾਰ। ਸਾਂਗੋ ਸ਼ਾਹ ਬਹਾਦਰੀ ਨਾਲ ਲੜ ਕੇ ਨਜਾਬਤ ਖਾਨ ਨੂੰ ਮਾਰ ਕੇ ਤੇ ਆਪ ਵੀ ਸ਼ਹੀਦ ਹੋਇਆ। ਸਾਂਗੋ ਸ਼ਾਹ ਆਪ ਵੀ ਸ਼ਹਾਦਤ ਪਾਈ ਉਹਨਾਂ ਨੇ, ਤੇ ਕਿਰਪਾਲ ਚੰਦ ਵੀ ਆਪ ਹਯਾਤ ਖਾਨ ਨੂੰ ਮਾਰ ਕੇ ਆਪ ਸ਼ਹੀਦ ਹੋਇਆ। ਤੇ ਜਦੋਂ ਇਹ ਬਹਾਦਰੀ ਦੇ ਕਰਿਸ਼ਮੇ ਜਦੋਂ ਭੀਮ ਸੈਨ ਨੇ ਦੇਖੇ ਤੇ ਦੂਰੋਂ ਦੇਖੇ, ਉਹਦੇ ਨੇੜੇ ਨਹੀਂ ਆਇਆ ਲੜਨ ਵਾਸਤੇ। ਮਹਾਰਾਜ ਨੇ ਲਲਕਾਰਿਆ ਬੜੀ ਵਾਰੀ ਉਸਨੂੰ ਕਿ ਸਾਡੇ ਨਾਲ ਵੀ ਆ ਕੇ ਲੜ, ਆਪ ਲੜਿਆ ਨਹੀਂ ਉੱਥੇ ਨਾਲ। ਮੇਨੀ ਪ੍ਰਕਾਸ਼ ਵੀ ਦੂਰੋਂ ਲੜਿਆ, ਨੇੜੇ ਨਹੀਂ ਆਇਆ ਬੈਟਲਫੀਲਡ ਤੇ 500 ਪਠਾਨ ਵੀ ਲੜੇ ਜਿਹੜੇ ਭੇਜੇ ਸਨ। ਮਹਾਰਾਜ ਕਹਿੰਦੇ ਹਨ ਇਸ ਤਰ੍ਹਾਂ ਲੜੇ 500 ਪਠਾਨ, ਬੜੇ ਬਹਾਦਰ ਲੜੇ, ਲੇਕਿਨ ਉਹਨਾਂ ਦੇ 500 ਪਠਾਨ ਤੇ ਇੱਥੇ ਜਿਹੜੇ 300 ਪਠਾਨ ਜਿਹੜੇ ਨਾਲ ਲੈ ਕੇ ਆਇਆ ਸੀ ਬੁੱਧੂ ਸ਼ਾਹ, ਪੀਰ ਬੁੱਧੂ ਸ਼ਾਹ, ਸਿੱਖਾਂ ਦੀ ਆਪਣੀ ਆਰਮੀ ਦੇ ਜਿਹੜੇ ਜਨਰਲ ਸਨ, ਜਿਹੜੇ 5 ਭਰਾ ਬੀਵੀ ਵੀਰੋ ਜੀ ਦੇ ਪੁੱਤਰ, ਜਿਹੜੇ ਉਹਨਾਂ ਦੀ ਭੂਆ, ਰਿਮੈਂਬਰ ਗੁਰੂ ਤੇਗ ਬਹਾਦਰ ਮਹਾਰਾਜ ਛੋਟੇ ਸਨ ਬੀਵੀ ਵੀਰੂ ਜੀ ਕੋਲੋਂ। ਉਹਨਾਂ ਦੀ ਔਲਾਦ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੀ ਜਿਹੜੀ ਅੱਗੇ ਸੰਤਾਨ ਸੀ, ਅੱਗੇ ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਛੋਟੇ ਸਨ ਸਭ ਤੋਂ। ਭਾਈ ਬੀਬੀ ਵੀਰੋ ਜੀ ਉਹਨਾਂ ਤੋਂ ਵੱਡੇ ਸਨ। ਉਹਨਾਂ ਦੇ 5 ਪੁੱਤਰ ਸਾਂਗੋ ਸ਼ਾਹ, ਜੀਤਮਲ, ਗੁਲਾਬ ਰਾਏ, ਸੰਗਤ ਰਾਏ ਤੇ ਹਰੀਚੰਦ, ਇਹ ਸਾਰੇ ਲੜੇ ਉੱਥੇ ਤੇ 3 ਸ਼ਹੀਦ ਹੋਏ ਉੱਥੇ ਉਸ ਦਿਨ। 2 ਪੁੱਤਰ ਉਸ ਦਿਨ ਘਮਾਸਾਨ ਯੁੱਧ ਹੋਇਆ, ਉਹ ਸ਼ਹੀਦ ਹੋਏ। ਮਹਾਰਾਜ ਲਿਖਦੇ ਹਨ ਬੈਟਲ ਵਿੱਚ ਕਿ ਸਾਂਗੋ ਸ਼ਾਹ ਦੇ ਡੈਥ ਤੋਂ ਬਾਅਦ, ਸਾਂਗੋ ਸ਼ਾਹ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਕਹਿੰਦੇ ਹਨ ਫਿਰ ਅਸੀਂ ਤਲਵਾਰ ਆਪਣੀ ਕੱਢ ਲਈ। ਅਸੀਂ ਮੈਦਾਨੇ ਜੰਗ ਵਿੱਚ ਪਹਿਲੇ ਡਾਇਰੈਕਟ ਕਰਦੇ ਪਏ ਸਨ, ਅਸੀਂ ਮੈਦਾਨੇ ਜੰਗ ਵਿੱਚ ਆਪ ਆਏ ਲੜਨ ਵਾਸਤੇ। ਬਹਾਦਰ ਸਨ ਆਪ, ਸੂਰਮੇ ਸਨ ਆਪ। ਤੇ ਮੈਂ ਪਹਿਲੇ ਵੀ ਕਿਹਾ ਅਕਾਲ ਪੁਰਖ ਦੇ ਪੁੱਤਰ ਬਣ ਕੇ ਆਏ ਸਨ ਆਪ ਇੱਥੇ, ਉਹਨਾਂ ਦੇ ਬੇਟੇ ਬਣ ਕੇ ਆਏ ਸਨ। ਔਰ ਆਣ ਦਾ ਜ਼ਰੀਆ, ਉਹਨਾਂ ਆਣ ਦਾ ਇੱਕੋ ਹੀ ਕਾਰਨ ਸੀ ਕਿ ਇਹਨਾਂ ਕਾਇਰਾਂ ਵਿੱਚੋਂ, ਇਹਨਾਂ ਕਾਇਰਾਂ ਤੋਂ ਨਿਰਭੈਤਾ ਪੈਦਾ ਕਰਾਂ ਮੈਂ। ਆਪ ਬੇਟੇ ਬਣ ਕੇ ਆਏ, ਹੁਣ ਤੇ ਕਿੱਥੋਂ ਪਿੱਛੇ ਰਹਿ ਸਕਦੇ ਆ। ਤੇ ਉੱਥੇ ਜਦੋਂ ਦੇਖਿਆ, ਲਲਕਾਰਿਆ ਮਹਾਰਾਜ ਨੇ, ਤੇ ਹਰੀਚੰਦ ਰਾਜਾ ਸੀ ਹਿਰੂੜ ਦਾ, ਬਹਾਦਰ ਸੀ ਬੜਾ ਉਹ ਵੀ, ਤੇ ਬੜੀ ਅੱਛੀ ਤੀਰ ਕਮਾਨ ਬੜਾ ਅੱਛਾ ਚਲਾਉਂਦਾ ਸੀ ਬੜਾ। ਮਹਾਰਾਜ ਲਿਖਦੇ ਹਨ ਕਿ ਇਤਨਾ ਬਹਾਦਰ ਸੀ ਕਿ 2 ਬਾਣ, 2 ਐਰੋਜ਼ ਇੱਕ ਵਾਰੀ ਕਮਾਨ ਤੇ ਖਟਕੇ ਚਿੜਦਾ ਸੀ। ਮਹਾਰਾਜ ਲਿਖਦੇ ਹਨ, let me read it out to you from ਵਿਚਿਤ੍ਰ ਨਾਟਕ। ਦੁਇੰਗ ਬਾਣ ਖੇਚੰ ਏਕੰਗ ਬਾਣ ਮਾਰੇ। ਦੁਇੰਗ ਬਾਣ, 2 ਬਾਣ ਇੱਕ ਵਾਰੀ ਖਿੱਚ ਕੇ ਮਾਰਦਾ, ਇੱਕ ਮਾਰ ਨੂੰ ਮਾਰਦਾ ਸੀ। ਬਲੀ ਬੀਰ ਬੀਜਨ ਤਾਜੀ ਬਿਦਾਰੇ, ਇਤਨਾ ਵੱਡਾ ਵੀਰ ਸੂਰਮਾ ਸੀ। ਇਹ ਆਪਣੇ ਦੁਸ਼ਮਣ ਦੀ ਡਿਸਕ੍ਰਿਪਸ਼ਨ ਦਿੰਦੇ ਪਏ ਹਨ, ਆਪਣੇ ਉਸ ਵੇਲੇ ਐਨੀਮੀਜ਼ ਦੀ ਡਿਸਕ੍ਰਿਪਸ਼ਨ ਦਿੰਦੇ ਪਏ ਹਨ। ਜਿਸੇ ਬਾਣ ਲਾਗੇ ਕਹੇ ਨਾ ਸੰਭਾਰਨ, ਜਿਸ ਨੂੰ ਬਾਣ ਹਰੀਚੰਦ ਦੇ ਲੱਗਦੇ ਸਨ ਫਿਰ ਉਹ ਸੰਭਾਲ ਨਹੀਂ ਸਕਦਾ ਸੀ ਆਪਣੇ ਆਪ ਨੂੰ। ਤਨੰਗ ਭੇਦ ਕੇ ਤਾਹੇ ਪਾਰੰਗ ਸਿਧਾਰੰਗ, ਤਨੰਗ ਭੇਦ ਕੇ, ਉਹਦੇ ਤਨ ਨੂੰ, ਉਹਦੇ ਸਰੀਰ ਨੂੰ ਛੂ ਕੇ ਪਿੱਛੋਂ ਨਿਕਲ ਜਾਂਦਾ ਸੀ ਬਾਣ। ਇਤਨਾ ਬਹਾਦਰ ਸੀ ਹਰੀਚੰਦ, ਲੜਿਆ ਉਸ ਦਿਨ। ਤੇ ਮਹਾਰਾਜ ਉਹਦੇ ਸਾਹਮਣੇ ਆਏ ਤੇ ਕਹਿਣ ਲੱਗੇ, ਸਾਂਗੋ ਸ਼ਾਹ ਤੇ ਸ਼ਹੀਦ ਹੋ ਗਿਆ ਹੈ, ਨੰਦ ਚੰਦ ਲੜਦਾ ਪਿਆ ਹੈ, ਹਰੀਚੰਦ ਤੂੰ ਬਹਾਦਰ ਹੈ, ਤੂੰ ਸਾਡੇ ਨਾਲ ਲੜ, ਸਾਡਾ ਮੁਕਾਬਲਾ ਕਰ, ਚੱਲ ਤਲਵਾਰ ਕੱਢ ਲੈ ਸਾਡੇ ਤੇ। ਇੱਥੇ ਆਏ ਹਨ, ਹਿਸਟਰੀ ਚ ਆਇਆ ਹੈ, ਕਲਗੀਧਰ ਚਮਤਕਾਰ ਵਿੱਚ ਇਹ ਆਇਆ ਹੈ। 3 ਵਾਰ ਕੀਤੇ ਹਨ ਹਰੀਚੰਦ ਨੇ, ਉਹ 3 ਵਾਰਾਂ ਦੀ ਡਿਸਕ੍ਰਿਪਸ਼ਨ ਮਹਾਰਾਜ ਨੇ ਦਿੱਤੀ ਹੈ ਇੱਥੇ ਬਾਣੀ ਵਿੱਚ ਆਪ। And let me just read it out to you though, कि हरिचंद कोपं कमाणं संभारं, प्रथम बीजियं तान बाणं प्रहारं। ਇਹ ਪੁਰਾਤਨ ਗੁਰਸਿੱਖ ਉਸਨੂੰ ਪਿਆਰ ਨਾਲ ਪੜਿਆ ਕਰਦੇ ਸਨ ਇਸ ਬਾਣੀ ਨੂੰ ਬੜਾ। ਹਰੀਚੰਦ ਕੋਪੰ ਕਮਾਣੰ ਸੰਭਾਰੰ, ਪ੍ਰਥਮ ਬੀਜਿਯੰ ਬਾਣੰ ਬਾਣੰ ਪ੍ਰਹਾਰੰ। ਬ੍ਰਜ ਹੈ। ਹਰੀਚੰਦ ਕੋਪੰ ਕਮਾਣੰ ਸੰਭਾਰੰ, ਹਰੀਚੰਦ ਨੇ ਮੇਰੀ ਲਲਕਾਰ ਸੁਣ ਕੇ ਫਿਰ ਆਪਣਾ ਤੀਰ ਕਮਾਨ ਸੰਭਾਲਿਆ। ਤੇ ਪ੍ਰਥਮ ਬੀਜਿਯੰ ਤਾਨ ਬਾਣੰ ਪ੍ਰਹਾਰੰ, ਪਹਿਲਾ ਤੀਰ ਮੇਰੀ ਤਰਫ ਜ਼ੋਰ ਦੀ ਪ੍ਰਹਾਰ ਕੀਤਾ ਤੇ ਉਹਨਾਂ ਦੇ ਘੋੜੇ ਨੂੰ ਲੱਗਿਆ ਤੀਰ। ਉਹ ਜਿਸ ਘੋੜੇ ਤੇ ਸਵਾਰ ਸਨ ਮਹਾਰਾਜ ਆਪ, ਉਹਨਾਂ ਨੂੰ ਛੋਇਆ, ਉਸ ਨੂੰ ਘਾਇਲ ਕੀਤਾ ਉਸਨੂੰ। ਹਾਲਾਂਕਿ ਘੋੜਾ ਗਿਰਿਆ ਨਹੀਂ, ਆਪ ਤੀਰ ਨਹੀਂ ਲੱਗਿਆ, ਛੁੱਟ ਗਿਆ ਬਾਣ, ਉਹਨਾਂ ਦਾ ਅੰਦਾਜ਼ਾ ਤੀਰ ਨਹੀਂ ਲੱਗਿਆ। ਮਹਾਰਾਜ ਨੇ ਕਿਹਾ ਇੱਕ ਹੋਰ ਟਰਾਈ ਕਰ ਲੈ।
ਦੁਤੀਯੰ ਤਾਕੇ ਤੀਰ ਮੋਕੋ ਚਲਾਇੰ। ਇਹ ਪੁਰਾਤਨ ਗੁਰਸਿੱਖ ਕਿਸ ਤਰ੍ਹਾਂ ਪੜਿਆ ਕਰਦੇ ਸਨ ਇਸ ਬਾਣੀ ਨੂੰ। ਦੁਤੀਯੰ ਤਾਰ ਕੋ ਤੀਰ ਮੋਕੋ ਚਲਾਇੰ, दूसरा तीर फिर मैनू उसने वार करके मेरी तरफ चलाया। लेकिन रखण वाला तो वो है ना, आपने लिखते हैं इस वाले रख्यं दोयं मान कान छोय के सिधारं। पर है देवी शक्ति मेरे नाल है, परमात्मा दी शक्ति मेरे नाल है, पुत्र मैं उन्हां दा हां। इस वास्ते रख्यं दोयं मान कान छे के सिधायं, मैनू देवी शक्ति ने रख लेता। मेरे कन्ना नू छो के बाण निकल गया, मैनू किसी ते असर नहीं होया मेरे उस बाण दा। महाराज अपनी बाणी विच लिखदे हैं इस बारे। फिर अगला तीर फिर कह तीसरा वार कीता उसने। तित्यंग बाण मार्यंग सो पेटी मझारंग, तित्यंग बाण मार्यंग सो पेटी मझारंग। पुरातन गुरसिख के साथ पढ़िया करते संग इस बाणी नू। तृतीयंग बाण मार्यंग सो पेटी मझारंग, तीसरा बाण उन्हां दे कमर कसे, जड़ा कमर कसा बनिया होया सी, जड़ा उन्हां दा कमर कसे दी जिहड़ी छोटी कटार जिहड़ी रखदे सन जिथे, उस कमर कसे दी पेटी दे उत्ते ओ तीर लग्या उन्हां नूं उत्ते। तृतीयंग बाण मार्यंग सो पेटी मधारंग, बिप्यंग बिलकतंग द्वाल पारंग पधारंग। बिलपतंग चिलकतंग कहंदे हन रेशमी जड़ा बनिया सी उन्हां ने कमर कसा, उस रेशमी कपड़े नूं छुया ते उस नूं पार कीता उस तीर ने। चुभी चिंचंग चरम कछु कायंग ना आयंग। ये विचित्र नाटक विचों है सारा। चुभी चिंचंग चरमंग कछु कालंग ना आयंग। रख्या कर दी सी ना उन्हां दे पुत्र जे होए। चुभी चिंचंग चरमंग, चरमंग चरमनी, मेरे चरम नूं, मेरे स्किन नूं उस तीर ने छोया। लेकिन कछु कालंग ना आयंग, लेकिन काल नहीं, मेरे शरीर ते कोई घाव नहीं होया, मेरे शरीर ते कोई जख्म नहीं पैदा होए। महाराज लिखदे इस बारे। चुभी चिंचंग चरमंग कछु काहंग ना आयंग, नहीं मेरे शरीर नूं ओ शरीर छोया उन्होंने, लेकिन कायंग ना आयंग नहीं आया। कलंग केवलंग जान दासंग बचायंग, क्योंकि मैं दास चो होया उन्हां दा, इस वास्ते मैनू बचाया उन्होंने। कलंग केवलंग, उस काल रूपी परमात्मा ने जान दासंग बचायंग, दास दी जान उसने बचाई मेरी कोई इहदे च कोई वड्डी नहीं, मेरा कोई बड़प्पन नहीं इस विच। महाराज अगे लिखदे हन, फिर सानू जदों बाण लग्या, साडा जदों खून लग्या, साडे अंदर भी वीरस जाग पिया, फिर साडे अंदर भी वीरस जाग पिया। हुण अगे लिखदे हन, जबे बाण लागयो तबे रोस जागे। साडे अंदर जदों वीरस, असीं इंतजार कीता है पहले, तू 3 वार कीते हन, तुसीं हुण सानू 3 वार तू चुकाए हन, साडे अंदर भी वीर रस है, असीं भी कायरां दा खून नहीं है साडे अंदर। जबे बाण लागयो तबे रोस जाग्यो, कर करे कमाणंग हनंग बाण ताणंग, सबे वीर धाए सरोगंग चलाए। कथा लंबी है, मैं पूरी बाणी नहीं पढ़नी। साडे अंदर वीर रस जागया, असीं भी खिच बाके बाण मारिया ते हरिचंद दे मत्थे ते लग्या ते प्राण त्याग दिते हरिचंद ने एक बाण नाल। महाराज अपनी इस स्टोरी विच लिखदे हैं, अगे जाके लिखदे हैं कि जदों बाणी दी एंड विच लिखदे हैं, भई जीत मेरी कृपा काल तेरी, रणंग जीत आए जयंग गीत गाए। असी रण जित के आए। महाराज ने जदों हरिचंद दी जदों उन्हें शहीदी पाई हरिचंद ने, ते भीमचंद फिर जदों देखिया भीमचंद ने कि हरिचंद की डेथ हो गई है, तो वह फिर मैदाने जंग तो दौड़ के नस पिया। पठान जेड़े बच्चे सन वो भी दौड़ के नस पे, ते जेड़ी बाकी आर्मी जेड़ी सी वो भी दौड़ के चली गई। मेदी प्रकाश भी चला गया। महाराज ने उसी वाले मने कर दिता, ते जिथे लाशां दे ढेर विच उन्होंने वितकरा नहीं किया, वो रिस्पैक्ट डेड बॉडीज दी आर्मी दे सोल्जर नूं ते दुश्मन दे सोल्जर नूं उन्होंने सेम दिती। उस वेले संस्कार उन्होंने उसी प्रॉपर तरीके नाल जदों करवाए, ते आप जदों वापस जदों पहुंचे ते उत्थे फिर दीपमाला हुई महाराज दी ये पहली जित वड्डी भंगाणी दी बैटल दी। और ये बहुत वड्डी, ये एक छोटी बैटल नहीं सी, 9 घंटे बैटल चली। ते औरंगजेब नूं खबर मिल गई इस गल दी
ਕਿ ਹਾਰਨ ਦੀ ਤੇ ਗੱਲ ਦੂਰ ਕਰੋ ਤੁਸੀਂ, ਕਿ ਉਹ ਵੱਡੀ ਜਿੱਤ ਕਰਕੇ, ਵੱਡੇ ਇੱਕ ਹਾਰ ਕਰਕੇ ਤੁਸੀਂ ਉਹ ਬਹੁਤ ਵੱਡੀ ਜਿੱਤ ਹਾਸਲ ਕਰਕੇ ਵਾਪਸ ਪੌਂਟਾ ਆਏ ਹਨ। ਮਹਾਰਾਜ ਨੂੰ ਇੱਕੋ ਗੱਲ ਦਾ ਅਫਸੋਸ ਲੱਗਿਆ ਕਿ ਜਿਹੜੇ ਨਾਹਨ ਦਾ ਰਾਜਾ ਸੀ, ਜਿਹੜਾ ਆਪ ਮੇਦਨੀ ਪ੍ਰਕਾਸ਼ ਜਿਹਨੇ ਬੁਲਾਇਆ ਸੀ ਉੱਤੇ ਉਹਨੂੰ, ਉਸਨੇ ਇਸ ਬੈਟਲ ਵਿੱਚ ਹਿੱਸਾ ਨਹੀਂ ਲਿੱਤਾ। ਨਾ ਉਹ ਮਨੇ ਕਿ ਨਿਊਟਰਲ ਰਿਹਾ, ਉਹ ਇੱਕ ਕਿਸਮ ਦਾ ਡਰ ਸੀ ਨਾ ਔਰੰਗਜ਼ੇਬ ਦਾ ਬੜਾ ਖੌਫ ਸੀ, ਬੜਾ ਵੱਡਾ, ਬਹੁਤ ਵੱਡਾ ਖੌਫ ਸੀ। ਔਰ ਇਸ ਖੌਫ ਬਾਰੇ ਅੱਗੇ ਜਾ ਕੇ ਵਿਚਿਤ੍ਰ ਨਾਟਕ ਵੀ ਅੱਗੇ ਜਾ ਕੇ ਇਸ ਬਾਰੇ ਡਿਸਕਸ ਕਰਨਗੇ ਮਹਾਰਾਜ। ਮੈਂ ਵੀ ਉਹ ਲਾਈਨਾਂ ਤੁਹਾਨੂੰ ਸੁਣਾਵਾਂਗਾ ਅੱਗੇ ਜਾ ਕੇ, ਜਦੋਂ ਮਹਾਰਾਜ ਲਿਖਦੇ ਹਨ ਕਿ ਗੁਰੂ ਤੋਂ ਜਿਹੜੇ ਬੇਮੁਖ ਹੋ ਜਾਂਦੇ ਹਨ ਉਹਨਾਂ ਦਾ ਕੋਈ ਕਿਸੇ ਦੀ ਸਹਾਰਾ ਨਹੀਂ ਮਿਲਦਾ। ਉਸ ਬਾਰੇ ਵੀ ਡਿਸਕਸ਼ਨ ਆਈ ਹੈ ਕਿ ਕਿੰਨੇ ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਕਈ ਬੜਾ ਇਤਰਾਜ਼ ਕਰਦੇ ਹਨ ਜੀ, ਦੇਖੋ ਜੀ ਇਹ ਲਿਖ ਦਿੱਤਾ ਜੀ ਗੁਰੂ ਤੋਂ ਬੇਮੁਖ ਹੋ ਗਏ ਜੀ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਕਿਸੇ ਦੀ, ਤੇ ਸੁਖਮਨੀ ਸਾਹਿਬ ਦੀ 13th ਅਸ਼ਟਪਦੀ ਵਿੱਚ ਕੀ ਡਿਫਰੈਂਸ ਲਿਖਿਆ ਹੈ ਕੁਝ, ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਹਨ, ਸੰਤ ਕੇ ਨਿੰਦਕ ਦੀ ਕੀ ਉੱਥੇ ਹਾਲਤ ਹੁੰਦੀ ਹੈ। ਉਹ ਇਹ ਤੇ ਦਸਮ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਪ੍ਰੰਤੂ ਹੈ ਨਾ। ਤੇ ਸੁਖਮਨੀ ਦੀ ਬਾਣੀ ਜਰਾ 13ਵੀਂ ਅਸ਼ਟਪਦੀ ਪੜ੍ਹ ਕੇ ਦੇਖੋ, ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਹਨ, ਜਿਹੜੀ ਸੰਤ ਦੀ ਨਿੰਦਾ ਕਰਦੇ ਹਨ, ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਉਹ ਤੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਜਿਹੜੀ ਰੋਜ਼ ਪੜ੍ਹਦੇ ਹੋ, ਉਹਦੇ ਵਿੱਚ ਤੁਹਾਨੂੰ ਅੰਦਾਜ਼ਾ ਲੱਗੇਗਾ ਉਹਦੇ ਵਿੱਚ। ਤੇ ਮਹਾਰਾਜ ਫਿਰ ਇੱਕ ਡਿਸੀਜਨ ਲੈਂਦੇ ਹਨ। ਸਪਟੈਂਬਰ 1688 ਚ ਬੈਟਲ ਹੁੰਦੀ ਹੈ, ਤੇ ਦਸੰਬਰ of 1688, 2 months later, ਮਹਾਰਾਜ ਡਿਸੀਜਨ ਲੈਂਦੇ ਹਨ ਕਿ ਅਸੀਂ ਵੀ ਹੈਵ ਰਨ ਆਊਟ ਆਫ, ਸਾਡੇ ਗੈਸਟ ਨਹੀਂ ਅਸੀਂ ਰਹੇ ਇਹਦੇ, ਹੁਣ ਇਹ ਨਹੀਂ ਚਾਹੁੰਦਾ ਕਿ ਅਸੀਂ ਇੱਥੇ ਰਹੀਏ ਹੁਣ, ਤੇ ਅਸੀਂ ਇਹਦੀ ਜਿਹੜੀ ਅਸੀਂ ਆਪਣਾ we have overrun his hospitality now and we are going to move back to ਅਨੰਦਪੁਰ। ਮਹਾਰਾਜ ਦਸੰਬਰ of 1688 ਵਿੱਚ ਪੌਂਟਾ ਤੋਂ ਵਾਪਸ ਅਨੰਦਪੁਰ ਮੂਵ ਹੋ ਜਾਂਦੇ ਹਨ। ਰਸਤੇ ਵਿੱਚ 2-3 ਸਾਖੀਆਂ ਹਨ ਜਿਹੜੀ ਕਲਗੀਧਰ ਚਮਤਕਾਰ ਚ ਆਉਣਗੀਆਂ, ਜਿਹੜੀ ਕਲਾਸ ਅਟੈਂਡ ਕਰਦੇ ਹਨ। ਰਾਣੀ ਦੀ ਸਾਖੀ ਹੈ ਵਿਚਕਾਰ, ਪੀਰ ਬੁੱਧੂ ਸ਼ਾਹ ਨੂੰ ਮਿਲਦੇ ਹਨ ਤੇ ਪੀਰ ਬੁੱਧੂ ਸ਼ਾਹ ਨੂੰ ਥੈਂਕ ਯੂ ਕਰਨ ਜਾਂਦੇ ਹਨ। ਤੇ ਉਹਨੂੰ ਕਈ ਵਾਰੀ ਮੈਂ ਪੀਰ ਬੁੱਧੂ ਸ਼ਾਹ ਜਦੋਂ ਮਿਲਦਾ ਹੈ ਨਾ ਉਹਨਾਂ ਨੂੰ, ਉੱਥੇ ਜਦੋਂ ਥੈਂਕ ਯੂ ਕਰਨ ਜਾਂਦੇ ਹਨ ਤੇ ਕਹਿੰਦੇ ਪੀਰ ਬੁੱਧੂ ਸ਼ਾਹ ਮੰਗ ਲੈ, ਕੀ ਮੰਗਣਾ ਤੈਨੂੰ, ਤੂੰ ਜੋ ਚਾਹੇਗਾ ਤੇਰੇ ਨਾਨਕ ਦਾ ਖਜ਼ਾਨਾ ਤੇਰੇ ਸਾਹਮਣੇ ਖੋਲ ਦਿੱਤਾ ਸੀ, ਮੰਗ ਕੀ ਮੰਗਦਾ ਹੈ। ਪਤਾ ਕੀ ਮੰਗਿਆ ਉਹਨੇ ਕਿਹਾ ਮਹਾਰਾਜ ਆਪਣਾ ਕੰਘਾ ਮੈਨੂੰ ਦੇ ਦਿਓ। ਤੇ ਕੰਘੇ ਤੇ ਜਿਹੜੇ ਵਾਲ ਹਨ ਨਾ, ਜਿਹੜੇ ਇਹ ਵਾਲਾਂ ਨੂੰ ਉਤਾਰਨਾ ਨਾ ਤੁਸੀਂ, ਇਹ ਵਾਲ ਜਿਹੜੇ ਲੱਗੇ ਹੋਏ ਹਨ ਨਾ, ਜਿਹੜੇ ਇਹ ਵਾਲਾਂ ਸਹਿਤ ਕੰਘਾ ਮੈਨੂੰ ਦੇ ਦਿਓ ਤੁਸੀਂ। ਹੋਰ ਕੁਝ ਨਹੀਂ ਮੰਗਿਆ ਉਸਨੇ। ਇਹ ਸਿਫਤ ਹੈ ਗੁਰੂ ਘਰ ਦੀ ਕਿ ਇਤਨੇ ਵੱਡੇ ਮਹਾਨ, ਉਹ ਵੀ ਸੰਤ ਕੋਈ ਵੱਡੇ ਛੋਟੇ ਮੋਟੇ ਸੰਤ ਨਹੀਂ ਸਨ, ਤੇ ਉਹ ਗੁਰੂ ਘਰ ਦੇ ਉਹ ਹਾਲੇ ਤੱਕ ਉਹ ਹੈ। ਕੰਘਾ ਜਿਹੜਾ ਹੈ ਉਹਨਾਂ ਦੇ ਖਾਨਦਾਨ ਨੇ ਅੱਗੇ ਫਿਰ ਪਟਿਆਲੇ ਚਲਾ ਗਿਆ, ਉਹ ਅਲੱਗ ਹਿਸਟਰੀ ਹੈ। ਲੇਕਿਨ ਉਹ ਰਸਤੇ ਵਿੱਚ ਉਹਨੂੰ ਪੀਰ ਬੁੱਧੂ ਸ਼ਾਹ ਨੂੰ ਥੈਂਕ ਯੂ ਕਰਨਗੇ ਕਿ ਤੂੰ ਸਾਡੀ ਮੁਸ਼ਕਿਲ ਦੇ ਟਾਈਮ ਤੂੰ ਕੰਮ ਆਇਆ ਹੈ ਸਾਡੇ। ਤੇ ਉਹਨੇ ਕੁਝ ਨਹੀਂ ਮੰਗਿਆ ਉਸ ਕੰਘੇ ਤੋਂ ਸਿਵਾਏ, ਉਹਨਾਂ ਦੇ ਵਾਲ ਲੱਗੇ ਸਨ ਨਾਲ, ਉਹਨੇ ਕਿਹਾ ਨਹੀਂ ਵਾਲਾ ਸੇ ਕੰਘਾ ਸੇ ਮੈਨੂੰ ਦੇ ਦਿਓ। ਕੰਘਾ ਉਹਨਾਂ ਨੇ ਆਪਣੇ ਕੋਲ ਰੱਖਿਆ ਇਹ ਗੱਲ। ਤੇ ਮਹਾਰਾਜ ਫਿਰ ਉੱਥੋਂ ਹੋ ਕੇ ਵਾਪਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਦਸੰਬਰ of 1688 ਵਿੱਚ। ਤੇ ਅਨੰਦਪੁਰ ਇਹ 1688 ਦੀ ਗੱਲ ਹੈ, ਤੇ 1699 ਵਿੱਚ ਖਾਲਸੇ ਦਾ ਰਾਜ, ਖਾਲਸੇ ਦੀ ਜਨਮ ਦਿਨ ਹੈ। So there are 11 years to cover between, in the next session though, between 1688 to 1699 ਤੱਕ ਦਾ ਜਿਹੜਾ 10 ਸਾਲ ਦਾ ਜਿਹੜਾ ਪੀਰੀਅਡ ਜਿਹੜਾ ਹੈ ਮਹਾਰਾਜ ਦਾ, ਉਹ ਅਸੀਂ ਅਗਲੇ ਸੈਸ਼ਨ ਵਿੱਚ ਐਡਰੈਸ ਕਰਾਂਗੇ। ਮੈਂ ਸੋਚਿਆ ਸੀ I will go further than this today, but it took a little longer time than I'm sorry about that. So ਇੱਕ session extra ਰਹਿ ਜਾਏਗਾ ਤਾਂ that's fine. We'll cover his life in depth, you know. So ਹੁਣ ਮੈਂ I think that's where I'm going to end though today, and I'm going to wait for people's questions and comments, or any ਕੋਈ ਚੀਜ਼ ਨਾ ਸਮਝ ਆਈ ਹੋਵੇ, ਧੁੰਦਲਾਪਨ ਹੋਵੇ ਕਿਧਰੇ, ਤਾਂ ਉਹ ਤੁਸੀਂ ਆਪਣਾ ਜ਼ਰੂਰ ਮੇਰੇ ਕੋਲ ਪੁੱਛੋ। ਤੇ ਅੱਜ ਤੋਂ ਲੈ ਕੇ ਆਪਣੀ ਗੁਰੂ ਨੂੰ ਇੱਕ ਜਗਤ ਗੁਰੂ ਦੀ ਤਰ੍ਹਾਂ ਦੇਖੋ ਉਹਨਾਂ ਨੂੰ ਜੀ। ਇੱਕ ਉਹਨਾਂ ਨੂੰ ਸਿਰਫ ਆਪਣੇ ਤੇ ਸੀਮਿਤ ਨਾ ਕਰੋ। ਗਲਤੀ ਕਰੋਗੇ ਜੇ ਆਪਣੇ ਤੇ ਸੀਮਿਤ ਕਰੋਗੇ ਤੇ ਉਹ ਦੁਨੀਆ ਦੇ ਪ੍ਰਮਾਤਮਾ ਦੇ ਬੇਟੇ ਬਣ ਕੇ ਆਏ ਸਨ। ਇੱਥੇ ਸਿੱਖਾਂ ਨੂੰ ਬਚਾਉਣ ਨਹੀਂ ਆਏ, ਮਾਨਵਤਾ ਦੀ ਲੜਾਈ ਲੜੀ ਹੈ ਉਹਨਾਂ ਨੇ, ਧਰਮ ਯੁੱਧ ਲੜਿਆ ਉਹਨਾਂ ਨੇ। ਉਹ ਜਿੱਥੇ ਸਿੱਖ ਗਲਤ ਸਨ ਤੇ ਉਹ ਸਿੱਖਾਂ ਦੇ ਵੀ ਖਿਲਾਫ ਹੋ ਗਏ। ਜਦੋਂ ਅਨੰਦਪੁਰ ਸਾਹਿਬ ਜਦੋਂ ਵਿਖਰੀ, ਜਦੋਂ ਬੇਮੁਖ ਹੋ ਗਏ ਸਿੱਖਾਂ ਤੋਂ 40, ਜਦੋਂ ਬੇਦਾਵਾ ਲਿਖ ਗਏ, ਤੇ ਉੱਥੇ ਉਹ ਵੀ ਸਟੋਰੀ ਆਏਗੀ ਅੱਗੇ ਜਾ ਕੇ। ਕਈ ਨਹੀਂ ਮੰਨਦੇ ਇਸ ਗੱਲ ਨੂੰ, that is different, but ਹੋਈ ਹੈ ਜੋ ਗੱਲ ਹੋਈ ਹੈ। ਸੋ
So I'm going to stop now, and I'm going to let any questions, comments, anything you feel, or